ਸਾਧ ਸੰਗਤ ਜੇ ਸਜ ਜਾਓ, ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਾਚੂ ਜੁਗਾਦ ਸਾਚੂ ਹੈ ਵੀ ਸਾਚੂ ਨਾਨਕ ਹੋਸੀ ਵੀ ਸਾਚੂ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟੇ ਇੰਦਰ ਇੰਦਰਾਣੇ ਸਾਹੀ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਕਵਨ ਕਰਮ ਨਾਮ ਵਰਨਤ ਸੁਮਤ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋਹ ਕੇ ਰੋਹੇਲੇ ਮਾਗ ਦੇਸ ਕੇ ਮਗੇਲੇ ਵੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੈ ਚੀਨ ਮਚੀਨ ਕੈ ਸੀਸ ਨਿਆਵੈ ਤਿਬਤੀ ਧਿਆਈ ਦੋਖ ਦੇਹ ਕੀ ਦਲਤ ਹੈ ਜਿਨੈ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ ਦੇਵ ਦੇਵਤਾਨ ਕਉ ਸੁਰੇਸ ਦਾਨਵਾਨ ਕਉ ਮਹੇਸ਼ ਗੰਗ ਧਾਨ ਕਉ ਅਭੇਸ ਕਹੀਅਤ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪੈ ਨਾ ਦੀਨ ਸਾਧ ਅਧੀਨ ਕਹੀਅਤ ਹੈ ਪਾਈਐ ਨਾ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ ਹਾਥੀ ਕੀ ਪੁਕਾਰ ਪਲ ਪਾਸ਼ੈ ਪਹੁੰਚਤ ਤਾਹੀ
चीटी की चंगार पहले ही सुनियत है। कहा बुद्ध प्रभ तोष हमारी, बर न सका महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जी। गौड़ी महल्ला पंजवा। जन की धूर मन मीठ खटानी, पूरब करम लिखया धुर प्रानी। जन की धूर मन मीठ खटानी, पूरब करम लिखया धुर प्रानी। रहा अहं बुद्ध मन पूर विधाई, साध धूर कर सुध मंजाई। अनिक जलाजे धूवै देही, मैल ना उतरै सुध ना तेही। सतगुर भेटियो सदा कृपाल, हर सिमर सिमर काटिया भौ काल। मुकत भुगत जुगत हर नाव, प्रेम भगत नानक गुण गाओ। मुकत भुगत जुगत हर नाव, प्रेम भगत नानक गुण गाओ। वाहिगुरु जी का खालसा, वाहिगुरु जी की फतेह। परम सन्मान जोग गुरु गरीब निवाज, पतत पावन भगत वशल, करुणा निधान, दया दे सागर, ब्रह्म ज्ञान दे सूरज, चोजी प्रीतम नीले दे शाह असवार, अमृत के दाते पंथ दे वाली, तख्तां वाले, ताजां वाले, फौजां वाले, बाजां वाले, हक हक अंदेश गुर गोबिंद सिंह, बादशाह दरवेश गुर गोबिंद सिंह, साहिबे कमाल श्री गुरु गोबिंद सिंह सच्चे पातशाह जी महाराज, सरबत जग्यासू जना दे उपर बेअंत किरपालता बख्शिश रहमत करके अपने पावन सतयुगी तप अस्थान तखत सचखंड श्री हजूर श्री अबचल नगर साहिब जी विखे दसां ही पातशाहियां जी दे पावन आत्मक स्वरूप ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾਂ ਭਰਪੂਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਰੂਪੀ ਗੋਦ ਦੀ ਹਾਜ਼ਰੀ ਬਖਸ਼ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਸਤ ਸੰਗੀ ਜਨਾਂ ਨੇ, ਸਤਿਗੁਰੂ ਜੀ ਦੇ ਨਾਮ ਬਾਣੀ ਦੇ ਪਿਆਰ ਵਾਲਿਆਂ ਨੇ, ਨੇਮ ਵਾਲਿਆਂ ਨੇ, ਪ੍ਰੇਮ ਵਾਲਿਆਂ ਨੇ, ਦਰਸ਼ਨਾਂ ਦੀ ਚਾਹਤ ਰੱਖਣ ਵਾਲਿਆਂ ਨੇ, ਹਿਰਦੇ ਦੀ ਸਿੱਖ ਦੇ ਅਨੁਸਾਰ ਗੁਰਚਰਨਾਂ ਵਿਖੇ ਆ ਕਰਕੇ ਸਤਿਗੁਰੂ ਜੀ ਦੇ ਪਾਵਨ ਉਪਦੇਸ਼ਾਂ ਨੂੰ ਸਰਵਣ ਕਰਕੇ
ਅੰਮ੍ਰਿਤ ਸਵਰੂਪ ਗੁਰਬਾਣੀ ਨੂੰ ਪੜ੍ਹ ਸ਼ਰਵਣ ਗਾਇਨ ਕਰਕੇ ਆਤਮਿਕ ਲਾਹੇ ਪ੍ਰਾਪਤ ਕਰਨਾ ਕੀਤੇ ਨੇ। ਸਤਿਗੁਰੂ ਜੀ ਦੇ ਦਰ ਘਰ ਤੋਂ ਪ੍ਰੇਮ ਰਸ ਦੇ ਆਨੰਦ ਨੂੰ ਮਾਣਿਆ ਹੈ। ਹੁਣ ਵਕਤ ਹੈ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸ਼ਰਵਣ ਕਰਨੇ ਦਾ। ਸਰਬਤ ਮਾਈ ਭਾਈ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਵਾਹਿਗੁਰੂ ਜੀ ਦਾ ਨਾਮ ਬਾਣੀ ਦੁਆਰਾ ਜਸ ਸ਼ਰਵਣ ਕਰਨਾ ਕਰੀਏ। ਹਿਰਦੇ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਵਾਸਤੇ ਪਿਆਰ ਦੇ ਨਾਲ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਗੁਰਦੇਵ ਪਿਤਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪੰਜਵੇਂ ਸਰਗੁਣ ਸਰੂਪ ਸ਼ਹੀਦਾਂ ਦੇ ਸਿਰ ਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜੱਸਮੇ ਸਰਬਤ ਜੀਆਂ ਨੂੰ ਆਪਣੀ ਨਿਹਾਲ ਕਰਨੇ ਵਾਲੀ ਨਜ਼ਰ ਦੇ ਨਾਲ ਅਤੇ ਗੁਰੂ ਉਪਦੇਸ਼ ਦੁਆਰਾ ਤਾਰਨੇ ਵਾਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਸ ਜਗਿਆਸੂ ਜਨਾਂ ਨੇ ਆਪਣੇ ਹਿਰਦੇ ਦਾ ਜੋ ਸਵਾਲ ਹੈ ਸਤਿਗੁਰਾਂ ਦੇ ਸਮਕਸ਼ ਪ੍ਰਗਟ ਕਰਿਆ ਹੈ। ਹੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਸਾਡਾ ਸਭਨਾਂ ਦਾ ਭਲਾ ਕਿਵੇਂ ਹੋਵੇ ਜੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ ਨਾਮ ਹੀ ਸਭਨਾਂ ਦਾ ਉਧਾਰ ਕਰਤਾ ਹੈ। ਜਿਹੜਾ ਵੀ ਕੋਈ ਮਾਈ ਭਾਈ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਭਜਨ ਕਰਦਾ ਹੈ, ਬੰਦਗੀ ਕਰਦਾ ਹੈ, ਵਾਹਿਗੁਰੂ ਜੀ ਦੇ ਨਾਮ ਨੂੰ ਸਹਿਤ ਪਿਆਰ ਦੇ ਅਰਾਧਦਾ ਹੈ, ਭਾਈ ਉਸ ਦੇ ਸੰਸਾਰ ਸਾਗਰ ਤੋਂ ਪਾਰ ਹੋ ਜਾਣ ਦੇ ਵਿੱਚ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਣ ਦੇ ਵਿੱਚ ਕੋਈ ਸ਼ੰਕਾ ਹੀ ਨਹੀਂ। ਉਹ ਤਾਂ ਸੁਭਾਵਕ ਹੀ ਤਰ ਜਾਂਦਾ ਹੈ। ਇਸ ਕਰਕੇ ਸਭਨਾਂ ਦਾ ਮੁਕਤੀ ਦਾਤਾ ਨਾਮ ਹੈ। ਤੇ ਅਗਲੀ ਬੇਨਤੀ ਕੀਤੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਪ੍ਰੇਮ ਦੇ ਨਾਲ ਨਾਮ ਨੂੰ ਜਪਣਾ ਕਰੀਏ, ਐਸੀ ਭਾਵਨਾ ਨਹੀਂ ਬਣਦੀ ਹੈ ਜੀ। ਕੁਝ ਸਮੇਂ ਵਾਸਤੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, ਪਰ ਜੈਸਾ ਪ੍ਰੇਮ ਨਾਮ ਦੇ ਨਾਲ ਕਰਨੇ ਦਾ, ਜਿਸ ਪ੍ਰੇਮ ਦੁਆਰਾ ਬਾਣੀ ਪੜ੍ਹਨੇ ਦਾ ਆਪ ਜੀ ਉਪਦੇਸ਼ ਬਖਸ਼ਿਸ਼ ਕਰਦੇ ਹੋ ਮਹਾਰਾਜ, ਉਹੋ ਜਿਹੇ ਪ੍ਰੇਮ ਦੇ ਨਾਲ ਜਿਹੜੀ ਗੁਰਬਾਣੀ ਹੈ ਸਾਡੇ ਤੋਂ ਨਹੀਂ ਪੜ੍ਹੀ ਜਾਂਦੀ ਹੈ, ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ। ਸੱਚੇ ਪਾਤਸ਼ਾਹ ਇਹ ਤੇ ਠੀਕ ਹੈ ਕਿ ਪ੍ਰੇਮ ਦੇ ਨਾਲ ਜਪਣਾ ਹੈ, ਪਰ ਪ੍ਰੇਮ ਦੇ ਨਾਲ ਜਪਿਆ ਕਿਵੇਂ ਜਾਵੇ ਇਹ ਵੀ ਜੁਗਤ ਦੱਸ ਦਿਓ। ਸਾਡੇ ਕੋਲ ਸਹਿਤ ਪ੍ਰੇਮ ਦੇ ਨਹੀਂ ਜਪਿਆ ਜਾਂਦਾ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦੇ ਉਪਦੇਸ਼ਾਂ ਨੂੰ ਸੁਣਦੇ ਆ, ਪ੍ਰੇਮ ਦੇ ਨਾਲ ਜਪਣਾ ਚਾਹੀਦਾ, ਉਪਦੇਸ਼ ਚੰਗੇ ਵੀ ਲੱਗਦੇ ਨੇ। ਉਸ ਤੋਂ ਬਾਅਦ ਵੀ ਜੇ ਹਿਰਦੇ ਦਾ ਪ੍ਰੇਮ ਨਹੀਂ ਬਣਦਾ ਤੇ ਮਹਾਰਾਜ ਇਸ ਦਾ ਕਾਰਨ ਕੀ ਹੈ। ਜਾਣਦੇ ਆ ਸਤਿਗੁਰੂ ਜੀ ਦੇ ਜਿਹੜੇ ਬਚਨ ਨੇ ਨਾ, ਜੀ ਆਕਾਰ ਨਿਸਤਾਰਾ, ਜੀਵਾਂ ਦਾ ਪਾਰ ਉਤਾਰਾ ਕਰਨ ਵਾਲੇ ਹੁੰਦੇ ਨੇ। ਬਚਨ ਸੁਣ ਕੇ ਖੁਸ਼ੀ ਵੀ ਮਹਿਸੂਸ ਹੁੰਦੀ ਹੈ, ਹਿਰਦੇ ਵਿੱਚ ਉਤਸ਼ਾਹ ਵੀ ਆਉਂਦਾ, ਉਮੰਗ ਵੀ ਆਉਂਦੀ ਹੈ, ਚਾਅ ਵੀ ਚੜ੍ਹਦਾ, ਪਰ ਉਹ ਪ੍ਰੇਮ ਹੁਲਾਰੇ ਬੜੇ ਥੋੜੇ ਜਿਹੇ ਸਮੇਂ ਦੇ ਹੁੰਦੇ ਨੇ। ਮਹਾਰਾਜ ਫਿਰ ਸਾਡੀ ਜਿਹੜੀ ਬਿਰਤੀ ਹੈ ਨਾ, ਉਹ ਬਾਹਰ ਮੁਖੀ ਹੋ ਜਾਂਦੀ ਹੈ। ਫਿਰ ਕੰਮਾਂ ਕਾਰਾਂ ਦੇ ਵਿੱਚ, ਧੰਦੇ ਧੰਧਾਰਾਂ ਦੇ ਵਿੱਚ, ਪ੍ਰਵਿਰਤੀ ਪੱਖ ਦੇ ਵਿੱਚ ਸਾਡੀ ਬਿਰਤੀ ਲੀਨ ਹੋ ਜਾਂਦੀ ਹੈ। ਸਾਡੀ ਸੁਰਤ ਜਿਹੜੀ ਏ ਫਿਰ ਨਾਮ ਦੇ ਵਿੱਚ ਇਕਾਗਰ ਨਹੀਂ ਹੁੰਦੀ। ਸੱਚੇ ਪਾਤਸ਼ਾਹ ਜੀ ਆਪ ਪਰਮੇਸ਼ਵਰ ਸਰੂਪ ਹੋ, ਭਗਵਾਨ ਜੀ ਹੋ ਸਾਡੇ। ਆਪ ਜੀ ਦੇ ਬਚਨ ਸਰਵਣ ਕਰਨੇ ਤੋਂ ਬਾਅਦ ਵੀ ਜੇ ਮੁੜ ਮੁੜ ਬਿਰਤੀ ਪ੍ਰਵਿਰਤੀ ਪੱਖ ਨੂੰ ਜਾਂਦੀ ਏ, ਕੰਮਾਂ ਕਾਰਾਂ ਧੰਦੇ ਧੰਧਾਰਾਂ 'ਚ ਜਾਂਦੀ ਏ, ਤੇ ਇਸ ਦਾ ਕਾਰਨ ਕੀ ਏ? ਕਿਰਪਾ ਕਰਕੇ ਇਹ ਵੀ ਦੱਸੋ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਿਆਸੂ ਜਨਾਂ ਦੇ ਸਵਾਲਾਂ ਦਾ ਜਵਾਬ ਗੌੜੀ ਮਹੱਲਾ ਪੰਜਵਾ, ਗੌੜੀ ਰਾਗ ਹੈ, ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸ਼੍ਰੀ ਕੰਠ ਚੋਂ, ਮੁਖਾਰਬਿੰਦ ਚੋਂ, ਜ਼ੁਬਾਨੇ ਪਾਕ ਚੋਂ ਅੰਮ੍ਰਿਤ ਪ੍ਰਵਚਨਾਂ ਦੇ ਨਾਲ ਸ਼ੁਭ ਉਪਦੇਸ਼ ਦੀ ਅੰਮ੍ਰਿਤਮਈ ਪ੍ਰਵਚਨਾਂ ਦੁਆਰਾ ਸਿੱਖਿਆ ਬਖਸ਼ਿਸ਼ ਕਰ ਰਹੇ ਹਨ ਜੀ। ਜਨ ਕੀ ਧੂਰ ਮਨ ਮੀਠ ਖਟਾਨੀ। ਪਿਆਰਿਓ, ਜੇ ਆਪਣੇ ਯਤਨ ਦੇ ਨਾਲ, ਆਪਣੇ ਚੌਂਕੜਾ ਮਾਰ ਕੇ ਬੈਠਣ ਦੇ ਨਾਲ ਸਿਮਰਨ ਦੇ ਵਿੱਚ ਮਨ ਨਹੀਂ ਨਾ ਜੁੜਦਾ, ਤੇ ਫਿਰ ਉਹਨਾਂ ਦੀ ਸੰਗਤ ਵਿੱਚ ਪਹੁੰਚ ਜਾਓ, ਉਹਨਾਂ ਦੀ ਸੰਗਤ ਵਿੱਚ ਜਾ ਕੇ ਮਿਲ ਜਾਓ ਜਿਨ੍ਹਾਂ ਦਾ ਮਨ ਜੁੜਿਆ ਹੋਇਆ ਏ, ਜਿਹੜੇ ਆਪ ਜੁੜੇ ਹੋਏ ਨੇ, ਅੰਤਰ ਆਤਮੇ ਜੁੜੇ ਹੋਏ ਨੇ।
ਜਿਹੜੇ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਨੇ, ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਦੂਸਰਾ ਸੰਕਲਪ ਹੀ ਹਿਰਦੇ ਦੇ ਅੰਦਰ ਨਹੀਂ ਫੁਰਦਾ ਹੈ। ਵਾਹਿਗੁਰੂ ਜੀ ਦਾ ਨਾਮ ਹੀ ਜਿਨ੍ਹਾਂ ਦਾ ਆਤਮਿਕ ਭੋਜਨ ਹੈ, ਆਤਮਿਕ ਖੁਰਾਕ ਹੈ, ਤੇ ਵਾਹਿਗੁਰੂ ਜੀ ਦਾ ਨਾਮ ਹੀ ਜਿਨ੍ਹਾਂ ਦੇ ਪ੍ਰਾਣਾਂ ਦਾ ਤੇ ਜੀਵਨ ਦਾ ਆਧਾਰ ਹੈ। ਐਸੇ ਜਿਹੜੇ ਗੁਰਮੁਖ ਨੇ ਨਾ ਸਾਧੂ ਜਨ, ਉਹਨਾਂ ਦੀ ਜਾ ਕਰਕੇ ਚਰਨ ਧੂੜ ਪ੍ਰਾਪਤ ਕਰੋ। ਧੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ। ਐਸੇ ਜਿਹੜੇ ਸਾਧੂਆਂ ਦੀ ਮਹਾਤਮਾ ਦੀ ਚਰਨ ਧੂੜੀਏ ਨਾ, ਇਹ ਜੀਵਾਂ ਦਾ ਪਾਰ ਉਤਾਰਾ ਕਰ ਦਿੰਦੀ ਏ। ਨਾਨਕ ਦਾਸ ਇਹ ਸੁਖ ਮੰਗੈ, ਮੋਕਉ ਕਰ ਸੰਤਨ ਕੀ ਧੂਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਨਾ ਕਰਦੇ ਨੇ ਨਾ, ਨਾਖ ਸੇਖ ਲਾਓ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਨ ਕੇ ਚਰਨ ਪਰ ਵਾਰੀਐ। ਨਾਖ ਪੈਰ ਦੇ ਅੰਗੂਠੇ ਤੋਂ ਨਹੁੰ ਲੈ ਕਰਕੇ, ਸਿੱਖ ਸਰੀਰ ਦੇ ਤਾਲੂ ਤੱਕ, ਸੇਸ ਦੇ ਸਿਰੇ ਤੱਕ, ਸਾਰੇ ਸਰੀਰ ਨੂੰ ਰੋਮ ਰੋਮ ਮਾਤਰ ਕੱਟ ਕੱਟ ਕਰਕੇ ਗੁਰਸਿੱਖਾਂ ਦੇ ਚਰਨਾਂ ਤੋਂ ਕੁਰਬਾਨ ਕਰ ਦਈਏ। ਐਸਾ ਪਿਆਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਨਾਇਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਬਚਨ ਕਰਨਾ ਕਰਦੇ ਨੇ, ਗੁਰ ਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀਗਤ ਪਾਹੇ। ਸਤਿਗੁਰੂ ਜੀ ਤਾਂ ਭਗਵਾਨ ਜੀ ਨੇ, ਪਰਮੇਸ਼ਰ ਜੀ ਪਰਮਾਤਮਾ ਜੀ ਨੇ, ਕਿ ਉਹਨਾਂ ਨੂੰ ਵੀ ਗੁਰਸਿੱਖਾਂ ਦੀ ਚਰਨ ਧੂੜੀ ਦੀ ਲੋੜ ਹੈ? ਨਹੀਂ ਪਿਆਰਿਓ, ਇਹ ਪੂਰਨੇ ਸਾਡੇ ਵਾਸਤੇ ਪਾਏ ਨੇ। ਸਿਖਾ ਗੁਰੂ ਕੇ ਦਰ ਤੇ ਆ ਕਰਕੇ ਐਵੇਂ ਅਰਦਾਸ ਕਰਨੀ ਹੈ। ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਨਾ, ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਗਰੀਬ ਨਿਵਾਜ, ਜੇ ਆਪ ਜੀ ਦੇ ਦਰਸ਼ਨ ਕਰਨੇ ਦੀ ਚਾਹਤ ਹੋਵੇ ਤੇ ਦਰਸ਼ਨ ਕਿੱਥੋਂ ਪ੍ਰਾਪਤ ਹੋਣਗੇ? ਆਪ ਜੀ ਤਾਂ ਸੱਚਖੰਡ ਜਾ ਰਹੇ ਹੋ। ਤੇ ਕਲਗੀਧਰ ਸਾਹਿਬ ਜੀ ਨੇ ਬਚਨ ਕਰਨਾ ਕੀਤਾ, ਸਿੱਖੋ ਆ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਦੀਦਾਰ ਕਰਨਾ, ਇਹ ਗੁਰ ਸ਼ਬਦ ਦਾ ਦਰਸ਼ਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਹੀ ਸਾਡਾ ਦਰਸ਼ਨ ਹੈ। ਫਿਰ ਅਗਲੀ ਬੇਨਤੀ, ਸੱਚੇ ਪਾਤਸ਼ਾਹ ਕੋਈ ਔਕੜ ਹੋਵੇ, ਮਨ ਦਾ ਫੁਰਨਾ ਹੋਵੇ, ਮਨ ਦਾ ਸਵਾਲ ਹੋਵੇ, ਆਪ ਜੀ ਨੂੰ ਬੇਨਤੀ ਕਰਕੇ ਪੁੱਛ ਲਈਦਾ ਹੈ, ਤੇ ਆਪ ਜੀ ਪਰਮ ਕਿਰਪਾਲੂ ਜੀ ਕਿਰਪਾਲਤਾ ਕਰਕੇ ਸਾਡੇ ਸ਼ੰਕਿਆਂ ਦੀ ਨਿਵਰਤੀ ਵਾਸਤੇ ਆਪਣੇ ਮੁਖਾਰ ਬਿੰਦ ਚੋਂ ਉਪਦੇਸ਼ ਬਖਸ਼ਦੇ ਹੋ। ਜੇ ਤੁਹਾਡੇ ਤੋਂ ਕੋਈ ਬਚਨ ਲੈਣਾ ਹੋਵੇ, ਕੋਈ ਗੱਲ ਪੁੱਛਣੀ ਹੋਵੇ, ਤੇ ਉਹ ਕਿਵੇਂ ਪੁੱਛੀਏ? ਤੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਬੇਨਤੀ ਕਰਕੇ ਸਹਿਤ ਭਾਵਨਾ ਦੇ ਜਦੋਂ ਸ੍ਰੀ ਮੁਖ ਵਾਕ ਲਵੋਗੇ, ਤੁਹਾਡੇ ਹਰ ਸਵਾਲ ਦਾ ਜਵਾਬ ਮਿਲੇਗਾ। ਸ੍ਰੀ ਮੁਖ ਵਾਕ ਰਾਹੀਂ, ਹੁਕਮਨਾਮੇ ਰਾਹੀਂ ਤੁਹਾਡੀ ਰਹਿਨੁਮਾਈ ਸਦੀਵ ਕਾਲ ਕਰਦੇ ਰਹਾਂਗੇ। ਫਿਰ ਤੀਸਰਾ ਬਚਨ, ਅਗਲੀ ਬੇਨਤੀ, ਸੱਚੇ ਪਾਤਸ਼ਾਹ ਆਪ ਜੀ ਦੇ ਅੰਮ੍ਰਿਤ ਬਚਨ ਸੁਭਾਵਕ ਹੀ ਬੜੇ ਪਿਆਰੇ ਲੱਗਦੇ ਨੇ। ਕੋਈ ਸਵਾਲ ਨਾ ਪੁੱਛਣਾ ਹੋਵੇ, ਸੁਤੇ ਸੇਦੀ ਤੁਹਾਡੀ ਸੰਗਤ ਵਿੱਚ ਆ ਕਰਕੇ ਬੈਠ ਜਾਈਏ, ਤੇ ਜਦੋਂ ਆਪ ਜੀ ਆਪਣੇ ਮੁਖਾਰ ਬਿੰਦ ਚੋਂ ਪ੍ਰਵਚਨ ਫਰਮਾਉਂਦੇ ਹੋ, ਮਹਾਰਾਜ ਹਿਰਦੇ ਅੰਦਰ ਐਸਾ ਪਿਆਰ ਉਪਜਦਾ ਹੈ, ਆਪ ਜੀ ਬਚਨ ਕਰਦੇ ਹੀ ਰਹੋ, ਕਰਦੇ ਹੀ ਰਹੋ, ਤੇ ਅਸੀਂ ਬਚਨ ਸੁਣਦੇ ਹੀ ਰਹੀਏ। ਜਦੋਂ ਇਸ ਪ੍ਰਕਾਰ ਆਪ ਜੀ ਦੇ ਨਾਲ ਬਚਨ ਕਰਨੇ ਹੋਣ, ਆਪ ਜੀ ਦੇ ਨਾਲ ਕੋਈ ਗੱਲਾਂ ਬਾਤਾਂ ਸਾਧਾਰਨ ਗੱਲਬਾਤ ਕਰਨੀ ਹੋਵੇ, ਤੇ ਫਿਰ ਕਿਹੜੀ ਵਿਧੀ ਨੂੰ ਅਪਣਾਵਣਾ ਕਰੀਏ? ਫਿਰ ਕਿਹੜੀ ਜੁਗਤ ਹੈ ਸਾਡੇ ਵਾਸਤੇ? ਕੀ ਆਗਿਆ ਹੈ ਜੀ? ਤੇ ਹਜ਼ੂਰ ਜੀ ਨੇ ਫਰਮਾਵਣਾ ਕੀਤਾ, ਸਿੱਖੋ ਫਿਰ ਭਾਵਨਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਪਾਠ ਕੀਤਾ ਕਰੋ। ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਰੂਪੀ ਬਚਨ ਆਉਂਦੇ ਨੇ ਨਾ, ਉਦੋਂ ਇਹ ਜਾਣਨਾ ਇਹ ਉਪਦੇਸ਼ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਤੇ ਜਦੋਂ ਬੇਨਤੀ ਸਵਰੂਪ ਸ਼ਬਦ ਆਉਣ, ਫਿਰ ਭਾਵਨਾ ਇਵੇਂ ਰੱਖਣੀ ਆ ਕਿ ਇਹ ਬੇਨਤੀਆਂ ਅਸੀਂ ਸਤਿਗੁਰੂ ਜੀ ਨੂੰ ਕਰ ਰਹੇ ਹਾਂ। ਇਹ ਬੇਨਤੀਆਂ ਨੇ ਸੱਚੇ ਪਾਤਸ਼ਾਹ, ਗੁਰ ਸਿੱਖਾਂ ਕੀ ਹਰ ਧੂੜ ਦੇਹ, ਹਮ ਪਾਪੀ ਭੀਗਤ ਪਾਹੇ। ਆਪ ਜੀ ਦੇ ਦਰ ਕਰ ਆਏ ਆ ਸੱਚੇ ਪਾਤਸ਼ਾਹ, ਆਪ ਜੀ ਦੇ ਮੁਬਾਰਕ ਚਰਨਾਂ ਵਿਖੇ ਸਾਡੀ ਅਰਜ਼ੋਈ ਹੈ, ਅਰਜ਼ ਹੈ, ਅਰਦਾਸ ਹੈ, ਜੋਦੜੀ ਹੈ ਸਾਡੀ ਨਿਮਾਣਿਆਂ ਦੀ। ਕਿਰਪਾਲਤਾ ਕਰੋ, ਸਾਨੂੰ ਆਪਣੇ ਗੁਰਸਿੱਖਾਂ ਦੀ ਚਰਨ ਧੂੜ ਬਖਸ਼ੋ, ਜੋ ਮੁਖ ਮਸਤਕ ਨੂੰ ਲਾ ਕਰਕੇ ਸੱਚੇ ਪਾਤਸ਼ਾਹ ਸਹਿਤ ਨਿਮਰਤਾ ਦੇ ਅਸੀਂ ਵੀ ਆਪ ਜੀ ਦੇ ਦਰ ਤੇ ਪ੍ਰਵਾਨ ਚੜ ਜਾਈਏ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਪੂਰਨੇ ਪਾਏ ਨੇ। ਜੋ ਦੀਸੈ ਗੁਰ ਸਿਖੜਾ, ਤਿਸ ਨਿਵ ਨਿਵ ਲਾਗਾਓ ਪਾਏ ਜੀਓ। ਜੇ ਕੋਈ ਪੂਰਨ ਗੁਰ ਸਿੱਖ ਸਤਿਗੁਰੂ ਜੀ ਦਾ ਆਤਮ ਰਸ ਦੇ ਜਾਣਨੇ ਵਾਲਾ ਮਹਾਤਮਾ ਬ੍ਰਹਮ ਗਿਆਨੀ ਮਿਲ ਜਾਵੇ ਨਾ, ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਝੁਕ ਝੁਕ ਕੇ ਤਿਸ ਦੇ ਚਰਨੀ ਲੱਗਣਾ ਕਰੀਏ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਸਾਧੂ ਤੋਂ ਭਾਵ ਸਾਧਨ ਸੰਪੰਨ।
ਜਿਹੜਾ ਮਰਿਆਦਾ ਵਿੱਚ ਪੂਰਾ ਏ, ਗੁਰਬਾਣੀ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਕਰਕੇ ਕਮਾਉਣ ਵਾਲਾ ਏ, ਜਿਹੜਾ ਵਿਕਾਰਾਂ ਤੋਂ ਰਹਿਤ ਹੈ, ਐਸਾ ਮਹਾਤਮਾ ਮਿਲ ਜਾਵੇ ਨਾ ਤੇ ਨਿਵ ਨਿਵ ਕਰਕੇ ਤੇ ਇਸ ਤੇ ਚਰਨੀ ਲੱਗਣਾ ਕਰੀਏ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਆਪ ਜੀ ਜਗਿਆਸੂ ਜਨ ਤਖਤ ਸਾਹਿਬ ਜੀ ਤੋਂ ਰੋਜ਼ਾਨਾ ਸਰਵਣ ਕਰਦੇ ਹੋ ਨਾ, ਤੇ ਕਥਾ ਕਰਨ ਤੋਂ ਪਹਿਲਾਂ ਜਿਹੜੇ ਮੰਗਲ ਪੜ੍ਹੇ ਜਾਂਦੇ ਨੇ, ਕਥਾ ਦੀ ਪ੍ਰਾਰੰਭਤਾ ਤੇ ਇੱਕ ਮੰਗਲ ਪੜ੍ਹਿਆ ਜਾਂਦਾ ਹੈ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਮਾਇਆ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਪੰਜ ਵਿਕਾਰਾਂ ਨੂੰ ਜਿੱਤ ਲਿਆ ਹੈ। ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਐਸੇ ਸੰਤ ਜਨਾਂ ਦੇ ਚਰਨਾਂ ਦੇ ਉੱਪਰ ਸੀਸ ਰੱਖ ਕਰਕੇ ਅਸੀਂ ਮੱਥਾ ਟੇਕਣਾ ਕਰਦੇ ਹਾਂ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਸੰਤ ਜਨਾਂ ਦੀ ਵੰਦਨਾ ਕੀਤੀ ਹੈ। ਤੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਵਣਾ ਕਰਦੇ ਨੇ, ਕੋਈ ਪੂਰਾ ਸਾਧੂ, ਪੂਰਾ ਬ੍ਰਹਮ ਗਿਆਨੀ ਪ੍ਰਤੱਖ ਮਿਲ ਪਵੇ, ਦਰਸ਼ਨ ਹੋ ਜਾਵੇ, ਕਰਨਾ ਕੀ ਹੈ? ਹੱਥ ਜੋੜ ਕੇ ਉਸੇ ਵੇਲੇ ਹੀ ਸੀਸ ਝੁਕਾ ਦਿਓ। ਅੰਜੁਲੀ, ਅੰਜੁਲ ਨਾ ਬੁੱਕ ਦਾ ਬੁੱਕ, ਹੱਥ ਜੋੜ ਦਿਓ। ਇਸੇ ਪ੍ਰਕਾਰ ਦੋਵੇਂ ਹੱਥ ਜੋੜ ਕਰਕੇ ਜਿਹੜਾ ਸੀਸ ਝੁਕਾਉਣਾ, ਇਹ ਅੰਜਲੀ ਅਖਵਾਉਂਦਾ ਹੈ। ਜਦੋਂ ਗੁਰਸਿੱਖ ਆਪਸ ਵਿੱਚ ਪਿਆਰ ਦੇ ਨਾਲ ਮਿਲਦੇ ਨੇ ਤੇ ਫਿਰ ਫਤਿਹ ਦੀ ਸਾਂਝ ਕਰਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਵੇਲੇ ਪਿਆਰ ਵਾਲੇ, ਭਾਵਨਾ ਵਾਲੇ ਦੋਵੇਂ ਹੱਥ ਜੋੜ ਕਰਕੇ ਨਾਲ ਹੀ ਸੀਸ ਝੁਕਾ ਦਿੰਦੇ ਨੇ। ਉਹ ਵਾਹਿਗੁਰੂ ਜੀ ਦੀ ਫਤਿਹ ਦੇ ਅਦਬ ਵਿੱਚ ਵੀ ਸੀਸ ਝੁਕਦਾ ਹੈ, ਤੇ ਜਿਹੜਾ ਸਾਹਮਣੇ ਗੁਰਸਿੱਖ ਜੀਵਨ ਵਾਲਾ ਹੈ ਉਸ ਦੇ ਸਤਿਕਾਰ ਵਾਸਤੇ ਵੀ ਝੁਕਦਾ ਹੈ। ਇਸ ਪ੍ਰਕਾਰ ਜਿਹੜਾ ਹੱਥ ਜੋੜ ਕਰਕੇ ਸਿਰ ਝੁਕਾ ਦੇਣਾ, ਇਹ ਅੰਜਲੀ ਅਖਵਾਉਂਦਾ ਹੈ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਨ ਕਰਨਾ ਕਰਦੇ ਨੇ, ਕਰ ਡੰਡੌਤ ਪੁੰਨ ਵੱਡਾ ਹੈ। ਜੇ ਭਾਈ ਅੰਜਲੀ ਕਰੇ ਤੇ ਇਹ ਪੁੰਨ ਹੈ, ਪਰ ਜੇ ਡੰਡੌਤ ਵੰਦਨਾ ਕਰੇ ਤੇ ਇਹ ਵੱਡਾ ਪੁੰਨ ਹੈ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਰਸੀਆਂ ਦੀ ਮਹਾਨਤਾ ਜਿਹੜੀ ਹੈ ਨਾ, ਉਹ ਦ੍ਰਿੜ ਕਰਾਈ ਹੈ। ਇੱਥੇ ਨਾਮ ਰਸੀਆਂ ਦਾ ਬਚਨ ਚੇਤੇ ਰੱਖਣਾ, ਪਖੰਡੀਆਂ ਦੀ ਬਾਤ ਨਹੀਂ ਹੈ। ਜਿਹੜੇ ਨਾਮ ਰਸੀਏ ਨੇ, ਜਿਨ੍ਹਾਂ ਦੇ ਰੋਮ ਰੋਮ ਵਿੱਚ ਨਾਮ ਦੀਆਂ ਚਰਨਾਹਟਾਂ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਵਾਹਿਗੁਰੂ ਜੀ ਦੇ ਨਾਮ ਦਾ ਕਦੇ ਜੋ ਸਿਮਰਨ ਹੈ ਵਿਸਰਦਾ ਨਹੀਂ, ਜਿਨ੍ਹਾਂ ਦੀ ਜ਼ੁਬਾਨ ਇੱਕ ਪਲ ਵੀ ਸਿਮਰਨ ਕੀਤੇ ਤੋਂ ਬਿਨਾਂ ਵਿਰਵੀ ਨਹੀਂ ਰਹਿੰਦੀ ਹੈ, ਹਰ ਵੇਲੇ ਜਪਦੇ ਰਹਿੰਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਨਾ ਕਰਦੇ ਨੇ, ਭਾਈ ਜੇ ਮਨ ਨਾਮ ਦੇ ਵਿੱਚ ਨਹੀਂ ਜੁੜਦਾ ਨਾ, ਤੇ ਜਿਹੜੇ ਜੁੜੇ ਹੋਏ ਨੇ ਉਹਨਾਂ ਦੀ ਸੰਗਤ ਕਰੋ। ਉਹਨਾਂ ਦਾ ਕਿਵੇਂ ਜੁੜਿਆ ਉਹ ਫਿਰ ਜੁਗਤ ਦੱਸਣਗੇ। ਆਪ ਜਿਵੇਂ ਜਾ ਕੇ ਜਪਦੇ ਨੇ, ਸੰਗਤ ਵਿੱਚ ਬਿਠਾ ਕਰਕੇ ਤੁਹਾਨੂੰ ਵੀ ਜਪਾਉਣਗੇ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਜਿਹੜਾ ਸੰਤ ਹੈ ਉਹ ਨਾਮ ਦਾ ਰਸੀਆ ਹੋਵੇ, ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਹੋਵੇ, ਆਪ ਜਪਦਾ ਹੋਵੇ ਤੇ ਦੂਜਿਆਂ ਨੂੰ ਜਪਾਉਣ ਵਾਲਾ ਹੋਵੇ। ਆਪ ਜਪਹੁ ਅਵਰਹ ਨਾਮ ਜਪਾਵਹੁ, ਸੁਨਤ ਕਹਿਤ ਰਹਿਤ ਗਤ ਪਾਵਹੁ। ਐਸਾ ਜਿਹੜਾ ਸੰਤ ਮਹਾਤਮਾ ਹੋਵੇ। ਸਾਧ ਸੰਗਤ ਜੀ, ਐਸੇ ਮਹਾਤਮਾ, ਐਸੇ 15 ਬ੍ਰਹਮ ਗਿਆਨੀ ਮਹਾਂਪੁਰਖ ਉਹ ਹੋਏ ਨੇ ਜਿਨ੍ਹਾਂ 15 ਭਗਤਾਂ ਦੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸ਼ੋਭਨੀਕ ਹੈ। ਐਸੇ 17 ਮਹਾਂਪੁਰਖ ਉਹ ਹੋਏ ਨੇ ਜਿਨ੍ਹਾਂ ਭੱਟਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਦਰ ਸ਼ੋਭਨੀਕ ਹੈ। ਸਤਿਗੁਰੂ ਜੀ ਤਾਂ ਪਰਮਾਤਮਾ ਨੇ ਨਾ, ਰੱਬ ਨੇ, ਪਰਮੇਸ਼ਰ ਜੀ ਦੇ ਸਰਗੁਣ ਸਰੂਪ ਨੇ, ਪਰ ਇੱਥੇ ਬਚਨ ਸਾਧੂਆਂ ਦਾ ਆ ਰਿਹਾ, ਇਸ ਕਰਕੇ ਭਗਤਾਂ ਦੀ ਤੇ ਭੱਟਾਂ ਦੀ ਬਾਤ ਹੈ। 4 ਗੁਰਸਿੱਖ ਉਹ ਨੇ ਜਿਨ੍ਹਾਂ ਦੇ ਹਿਰਦੇ ਹਰ ਵੇਲੇ ਪਰਮਾਤਮਾ ਜੀ ਦੇ ਨਾਮ ਦੇ ਅੰਦਰ ਟਿਕੇ ਰਹਿੰਦੇ ਨੇ, ਜਿਨ੍ਹਾਂ ਨੂੰ ਨਾਮ ਕਦੇ ਵਿਸਰਦਾ ਹੀ ਨਹੀਂ। ਤੇ ਫਿਰ ਸੁਭਾਵਕ ਹੀ ਅਗਲਾ ਸਵਾਲ ਪੈਦਾ ਹੋ ਜਾਂਦਾ, ਜੀ ਏਡਾ ਵਿਸ਼ਾਲ ਕਲਗੀਧਰ ਸਾਹਿਬ ਜੀ ਦਾ ਪੰਥ ਹੈ, ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਪੰਥ ਤੇ ਸੰਤ ਸਿਪਾਹੀਆਂ ਦਾ। ਪਹਿਲਾਂ ਸੰਤ ਆਉਂਦਾ, ਸਿਪਾਹੀ ਸ਼ਬਦ ਫੇਰ ਲੱਗਦਾ। ਜਿਹੜਾ ਪੰਥ ਹੀ ਸੰਤ ਸਿਪਾਹੀਆਂ ਦਾ ਹੈ, ਕਿ ਉਸ ਪੰਥ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਹੀ ਸੰਤ ਹੋਏ ਨੇ, ਬਾਅਦ ਵਿੱਚ ਕੋਈ ਸੰਤ ਨਹੀਂ ਹੋਇਆ। 15 ਭਗਤਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਭਾਏਮਾਨ ਕਰ ਦਿੱਤੀ, 4 ਗੁਰਸਿੱਖਾਂ ਦੀ ਤੇ 17 ਭੱਟਾਂ ਦੀ ਵੀ। ਤੇ ਕਲਗੀਧਰ ਸਾਹਿਬ ਜੀ ਨੇ ਤੇ ਫਿਰ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਾਇਆ, ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾ ਕਰਕੇ ਤੇ ਸਾਧ ਸੰਗਤ ਜੀ ਹੋਰ ਗੁਰਸਿੱਖਾਂ ਤੇ ਭਗਤਾਂ ਦੀ ਬਾਣੀ ਨਹੀਂ ਫਿਰ ਦਰਜ ਕਰਾਈ ਹੈ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੀ ਦਰਜ ਕਰੀਏ। ਫਿਰ ਸੁਭਾਵਕ ਸ਼ੰਕਾ ਪੈਦਾ ਹੋ ਜਾਵੇਗਾ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਤੇ ਗੁਰਸਿੱਖ ਵੀ, ਭਗਤ ਵੀ ਤੇ ਭੱਟ ਵੀ ਬ੍ਰਹਮ ਗਿਆਨੀ ਹੋਏ, ਨਾਮ ਦੇ ਰਸੀਏ ਹੋਏ, ਕਿ 10ਵੇਂ ਪਾਤਸ਼ਾਹ ਤੱਕ ਜਾਂ ਉਸ ਤੋਂ ਬਾਅਦ ਨਹੀਂ ਹੋਏ?
ਸਾਧ ਸੰਗਤ ਜੀ ਹੋਏ ਨੇ, ਹੈਨ ਤੇ ਸਦਾ ਹੁੰਦੇ ਰਹਿਣਗੇ, ਕਿਉਂਕਿ ਇਹ ਪੰਥ ਹੀ ਸੰਤ ਸਿਪਾਹੀਆਂ ਦਾ ਹੈ। ਤੇ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਨਾ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਜਿਨ੍ਹਾਂ ਨੇ ਵੀ, ਸਿਰਫ ਉਹਨਾਂ 15 ਜਾਂ 17 ਦੀ ਬਾਤ ਨਹੀਂ, ਉਹ ਤੇ ਸਦਾ ਸਰਵਸ਼੍ਰੇਸ਼ਟ ਨੇ, ਪੂਜਨੀਕ ਸੀ, ਹੈਨ ਤੇ ਸਦਾ ਰਹਿਣਗੇ। ਜਿਨ੍ਹਾਂ ਨੇ ਉਹਨਾਂ ਤੋਂ ਬਾਅਦ ਵੀ ਤੇ ਹੁਣ ਮੌਜੂਦਾ ਸਮੇਂ ਦੇ ਅੰਦਰ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕੀਤਾ ਹੈ, ਪੰਜ ਵਿਕਾਰਾਂ ਨੂੰ ਜਿੱਤ ਲਿਆ, ਸਤ ਸੰਤੋਖ ਦੇ ਧਾਰਨੀ ਹੋ ਗਏ, ਸਾਧਨ ਸੰਪੰਨ ਹੋ ਗਏ। ਕਵੀ ਜੀ ਕਹਿਣਾ ਕਰਦੇ ਨੇ, ਉਹਨਾਂ ਦੇ ਚਰਨਾਂ ਤੇ ਵੀ ਸੀਸ ਰੱਖ ਕੇ ਅਸੀਂ ਬੰਦਨਾ ਕਰਦੇ ਹਾਂ। ਇਸੇ ਪ੍ਰਕਾਰ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ, ਕਿ ਉਦੋਂ ਹੀ ਸੰਤ ਸਨ, ਅੱਜ ਨਹੀਂ। ਨਾਨਕ ਦਾਸ ਇਹ ਸੁਖ ਮੰਗਾ ਮੋਖੋ ਕਰ ਸੰਤਨ ਕੀ ਧੂਰੇ, ਕਿ ਉਦੋਂ ਸੰਤ ਸਨ, ਅੱਜ ਨਹੀਂ। ਜੇ ਕੇਵਲ ਤਾਂ ਕੇਵਲ ਉਹੋ ਹੀ ਸੰਤ ਸਨ, ਫਿਰ ਉਹਨਾਂ ਸੰਤਾਂ ਤੱਕ ਤੇ ਸਾਡੀ ਪਹੁੰਚ ਹੀ ਨਹੀਂ। ਉਹਨਾਂ ਦੀ ਚਰਨ ਧੂੜ ਕਿਵੇਂ ਪ੍ਰਾਪਤ ਕਰਾਂਗੇ? ਉਹਨਾਂ ਦੀ ਚਰਨ ਧੂੜ ਪ੍ਰਾਪਤ ਕਰਨ ਵਾਸਤੇ ਪਹਿਲਾਂ ਐਸੀ ਆਤਮਿਕ ਅਵਸਥਾ ਦੀ ਲੋੜ ਆ ਕਿ ਉਹਨਾਂ ਤੱਕ ਪਹੁੰਚ ਵਾਲੇ ਬਣ ਜਾਈਏ, ਤਾਂ ਹੀ ਉਹਨਾਂ ਦੀ ਚਰਨ ਧੂੜ ਪ੍ਰਾਪਤ ਕਰਾਂਗੇ ਨਾ। ਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਰਉਪਕਾਰ ਹੈ, ਸਰਬ ਤੋਂ ਲੁਕਾਈ ਦੇ ਉੱਪਰ, ਸਾਡੇ ਸਾਰਿਆਂ ਦੇ ਉੱਪਰ। ਆਪਣੇ ਪੰਥ ਦੇ ਵਿੱਚ ਸਦਾ ਹੀ ਸਾਧੂ ਸੰਤ ਮਹਾਤਮਾ ਬ੍ਰਹਮ ਗਿਆਨੀ ਆਤਮ ਰਸੀਏ ਗਰੀਬ ਨਿਵਾਜ ਜੀ ਪੈਦਾ ਤੇ ਪ੍ਰਗਟ ਕਰਦੇ ਰਹਿੰਦੇ ਨੇ। ਤੇ ਜਿਸ ਨੂੰ ਅੰਮ੍ਰਿਤ ਗੁਰਬਾਣੀ ਦੇ ਅੰਦਰ ਹਜ਼ੂਰ ਨੇ ਫਰਮਾਵਣਾ ਕੀਤਾ ਹੈ, ਸਾਧ ਰੂਪ ਆਪਣਾ ਤਨ ਧਾਰਿਆ। ਪਰਮਾਤਮਾ ਜੀ ਧਰਤੀ ਦੇ ਉੱਪਰ ਸਦਾ ਹੀ ਪ੍ਰਗਟ ਰੂਪ ਦੇ ਵਿੱਚ ਸੁਭਾਏਮਾਨ ਰਹਿੰਦੇ ਨੇ, ਕਦੇ ਆਪਣੇ ਸਰੂਪ ਨੂੰ ਧਰਤੀ ਤੋਂ ਅਲੋਪ ਨਹੀਂ ਕਰਦੇ, ਸਦਾ ਧਰਤੀ ਤੇ ਰਹਿੰਦੇ ਨੇ। ਮਹਾਰਾਜ ਸਾਨੂੰ ਤੇ ਪਰਮਾਤਮਾ ਜੀ ਦਾ ਸਵਰੂਪ ਧਰਤੀ ਤੇ ਨਜ਼ਰ ਨਹੀਂ ਆਉਂਦਾ, ਕਿੱਥੋਂ ਦਰਸ਼ਨ ਕਰੀਏ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਹੜੇ ਸਾਧੂ ਜਨ ਨੇ ਇਹ ਪਰਮੇਸ਼ਰ ਦਾ ਨਿਤ ਅਵਤਾਰ ਨੇ। ਨਿਤ ਅਵਤਾਰ, ਨਿਮਿਤ ਅਵਤਾਰ, ਕਲਾ ਅਵਤਾਰ, ਸੰਪੂਰਨ ਅਵਤਾਰ ਇਤਿਆਦਿਕ ਖੇਤਰਾਂ ਦੇ ਅਵਤਾਰ ਨੇ ਨਾ। ਉਹਨਾਂ ਦੇ ਵਿੱਚੋਂ ਇੱਕ ਅਵਤਾਰ ਹੈ ਨਿਤ ਅਵਤਾਰ। ਜਿਹੜੇ ਸਤਿਗੁਰੂ ਜੀ ਦੇ ਸੰਤ ਸਿਪਾਹੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਤਤਬੇਤੇ ਹੋਏ ਨੇ ਨਾ, ਤੇ ਜਿਹੜੇ ਹੁਣ ਵੀ ਮੌਜੂਦ ਨੇ ਸਾਧ ਸੰਗਤ ਜੀ, ਇਹ ਪ੍ਰਮਾਤਮਾ ਤਾਂ ਹੀ ਤੇ ਇਹਨਾਂ ਨੂੰ ਰੱਬ ਸਾਧੂ ਕਿਹਾ ਜਾਂਦਾ ਹੈ। ਜਿਹੜੇ ਭਾਵਨਾ ਵਾਲੇ ਨੇ, ਪ੍ਰੇਮ ਵਾਲੇ ਨੇ, ਉਹ ਇਹਨਾਂ ਬਾਤਾਂ ਨੂੰ ਸਮਝਦੇ ਨੇ। ਕਈ ਵਾਰ ਰੱਬ ਤੱਕ ਪੁੱਜੇ ਹੋਏ ਸਾਧੂਆਂ ਨੂੰ ਜਗਿਆਸੂ ਸੁਭਾਵਕ ਕਹਿ ਦਿੰਦੇ ਰੱਬ ਸਾਧੂ। ਕਹਿਣਾ ਗਲਤ ਵੀ ਨਹੀਂ, ਕਿਉਂਕਿ ਸਾਧ ਰੂਪ ਆਪਣਾ ਤਨ ਧਾਰਿਆ। ਐਸੇ ਜਿਹੜੇ ਸਾਧੂ ਨੇ, ਨਾਮ ਦੇ ਰਸੀਏ ਨੇ, ਫਿਰ ਬੇਨਤੀ ਕਰਾਂ, ਉਹ ਪਹਿਲਾਂ ਵੀ ਸੀ, ਅੱਜ ਵੀ ਨੇ, ਤੇ ਅੱਗੇ ਵੀ ਸਦਾ ਹੁੰਦੇ ਹੀ ਰਹਿਣਗੇ। ਜੇ ਕਹੀਏ ਨਹੀਂ ਜੀ ਉਹ 15 ਹੀ ਮਹਾਤਮਾ ਸੀ ਜਾਂ 17 ਭਾਟੀ ਇਕੱਲੇ ਸੰਤ ਸਨ, ਬਾਅਦ ਵਿੱਚ ਕੋਈ ਹੋਇਆ ਹੀ ਨਹੀਂ ਜਾਂ ਹੁਣ ਹੈ ਹੀ ਨਹੀਂ, ਤੇ ਕਲਗੀਧਰ ਸਾਹਿਬ ਜੀ ਨੇ ਜਿਹੜਾ ਸੰਤ ਸਿਪਾਹੀਆਂ ਦਾ ਪੰਥ ਸਾਜਿਆ, ਗੁਰੂ ਸਾਹਿਬ ਤੇ ਕਹਿੰਦੇ ਸਾਰਾ ਪੰਥ ਸੰਤ ਸਿਪਾਹੀਆਂ ਦਾ, ਤੇ ਅਸੀਂ ਆਖੀਏ ਜੀ ਸੰਤ ਹੈ ਹੀ ਕੋਈ ਨਹੀਂ, ਤੇ ਫਿਰ ਕਲਗੀਧਰ ਸਾਹਿਬ ਜੀ ਦੇ ਬਚਨਾਂ ਦੀ ਅਵਗਿਆ ਤੇ ਵਿਰੋਧ ਕਰ ਰਹੇ ਹਾਂ। ਖਿਮਾ ਕਰਨਾ, ਅਸੀਂ ਸਤਿਗੁਰੂ ਜੀ ਦੇ ਬਚਨਾਂ ਨੂੰ ਕਮਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਐਸੇ ਜਿਹੜੇ ਆਤਮ ਰਸੀਏ ਨਾ, ਜਿਨ੍ਹਾਂ ਦੇ ਪਰਥਾਏ ਹਜ਼ੂਰ ਫਰਮਾਉਂਦੇ ਨੇ, ਜੋ ਸਤਿਗੁਰ ਸੇਵਹਿ ਸੇ ਮਹਾਂਪੁਰਖ ਸੰਸਾਰੇ। ਭਾਵੇਂ ਉਹ ਪਹਿਲਾਂ ਸਨ, ਭਾਵੇਂ ਉਹ ਅੱਜ ਨੇ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਮ ਦਾ ਸਿਮਰਨ ਕੀਤਾ, ਉਹ ਸੰਸਾਰ ਦੇ ਅੰਦਰ ਮਹਾਂਪੁਰਖ ਨੇ। ਐਸੇ ਮਹਾਂਪੁਰਖਾਂ ਦੀ, ਸੰਤਾਂ ਦੀ, ਆਤਮ ਰਸੀਆਂ ਦੀ ਚਰਨ ਧੂੜ ਲੈਣੇ ਦਾ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਪਹਿਲੀ ਪੰਕਤੀ ਤੋਂ ਅਗਲੀ ਪੰਕਤੀ, ਭਾਵ ਜਿਹੜੀ ਰਹਾਉ ਵਾਲੀ ਪੰਕਤੀ ਆ, ਇਹ ਪਹਿਲਾਂ ਪੜ੍ਹ ਦਿਓ ਜੀ। ਰਹਾਉ ਤੋਂ ਪਹਿਲਾਂ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਜੈਸੇ ਸਾਧੂ ਦਾ ਵਰਣਨ ਅਥਵਾ ਵਖਿਆਨ ਆਪ ਜੀ ਨੇ ਕੀਤਾ ਹੈ, ਕਰਿਆ ਹੈ ਆਪਣੀ ਪਾਕ ਰਸਨਾ ਤੋਂ ਉਚਾਰਨ ਕਰਕੇ, ਐਸੇ ਸਾਧੂ ਦੇ ਸੰਗ ਦੀ ਪ੍ਰਾਪਤੀ ਕਦੋਂ ਹੁੰਦੀ ਹੈ? ਤੇ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਪੂਰਬ ਕਰਮ। ਜਿਹੜੇ ਜੀਵਾਂ ਨੇ ਪੂਰਬਲੇ ਜਨਮਾਂ ਦੇ ਅੰਦਰ ਨਿਸ਼ਕਾਮ ਕਰਮ ਕੀਤੇ ਹੋਏ ਨੇ ਨਾ, ਧੁਰ ਦਰਗਾਹ ਤੋਂ ਵਾਹਿਗੁਰੂ ਜੀ ਨੇ ਪ੍ਰਾਣੀ ਦੇ ਮਸਤਕ ਦੇ ਉੱਪਰ, ਮੱਥੇ ਦੇ ਉੱਪਰ, ਜਦੋਂ ਉਹ ਪੂਰਬਲੇ ਜਨਮਾਂ ਦੇ ਸ਼ੁਭ ਲੇਖ, ਨਿਸ਼ਕਾਮ ਕਰਮਾਂ ਦੇ ਲੇਖ ਫਲ ਦੇਣ ਵਾਸਤੇ ਉਦੈ ਹੁੰਦੇ ਨੇ, ਉਸ ਵੇਲੇ ਫਿਰ ਪ੍ਰਾਣੀ ਨੂੰ ਜੋ ਪੂਰਨ ਮਹਾਤਮਾ ਦੀ, ਸਾਧੂ ਦੀ ਸੰਗਤ ਹੈ, ਉਹ ਪ੍ਰਾਪਤ ਹੁੰਦੀ ਹੈ। ਕੱਚਿਆਂ ਪਿੱਲਿਆਂ ਦੀ, ਅੱਧਿਆਂ ਅਧੂਰਿਆਂ ਦੀ ਤਾਂ ਸੰਗਤ ਬਹੁਤ ਨੂੰ ਪ੍ਰਾਪਤ ਹੋ ਜਾਂਦੀ ਹੈ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਤ ਹੋਵੇ, ਸੰਤੋਖ ਹੋਵੇ, ਐਸੇ ਗਿਆਨਵਾਨਾਂ ਦੀ, ਆਤਮ ਗਿਆਨੀਆਂ ਦੀ ਸੰਗਤ ਜਿਹੜੀ ਹੈ ਨਾ, ਬਹੁਤ ਘੱਟ ਮਿਲਦੀ ਹੈ। ਸਾਹਿਬ ਜੀ ਫਰਮਾਵਣਾ ਕਰਦੇ ਨੇ, ਪੂਰਬਲੇ ਕਰਮ ਪੂਰਬ ਜਨਮ ਅੰਕੁਰ ਜਬ ਪ੍ਰਗਟੇ।
ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਨਾਮ ਵੱਲੋਂ ਜਨਮਾਂ ਜਨਮਾਂਤਰਾਂ ਤੋਂ ਸੁੱਤੀ ਹੋਈ ਬਿਰਤੀ ਉਦੋਂ ਜਾਗ ਜਾਂਦੀ ਹੈ ਜਦੋਂ ਪੂਰਬਲੇ ਜਨਮ ਸ਼ੁਭ ਕਰਮ ਫਲ ਦੇਣ ਵਾਸਤੇ ਉਦੈ ਹੁੰਦੇ ਨੇ, ਪ੍ਰਗਟ ਹੁੰਦੇ ਨੇ। ਤੇ ਨਾਮ ਰਸੀਏ ਮਹਾਤਮਾ ਨਾਮ ਜਪਾ ਕਰਕੇ ਨਾਮ ਦਾ ਰੰਗ ਹਿਰਦੇ ਨੂੰ ਲਾ ਦਿੰਦੇ ਨੇ। ਪਿਆਰਿਓ, ਪੂਰਬਲੇ ਕਰਮਾਂ ਦੇ ਸ਼ੁਭ, ਪੂਰਬਲੇ ਜਨਮਾਂ ਦੇ ਸ਼ੁਭ ਕਰਮ ਜਦੋਂ ਫਲ ਦੇਣਾ ਕਰਦੇ ਨੇ ਉਦੋਂ ਐਸੇ ਮਹਾਤਮਾ ਦੀ ਸੰਗਤ ਦੀ, ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਹੁਣ ਸ਼ਬਦ ਦੀ ਪਹਿਲੀ ਪੰਕਤੀ ਜੋ ਹੈ ਪੜ੍ਹ ਦਿਓ। ਜਨ ਕੀ ਧੂਰ ਮਨ ਮੀਠ ਖਟਾਨੀ। ਸੱਚੇ ਪਾਤਸ਼ਾਹ ਐਸੇ ਸਾਧੂਆਂ ਦੀ ਚਰਨਾਂ ਦੀ ਜਿਹੜੀ ਧੂੜ ਹੈ, ਕਈ ਤਰ੍ਹਾਂ ਦੇ ਸ਼ੰਕੇ ਪ੍ਰਗਟ ਹੋ ਜਾਂਦੇ ਨੇ। ਪਿਆਰੀ ਕਿਉਂ ਨਹੀਂ ਲੱਗਦੀ ਜਦੋਂ ਪਤਾ ਹੈ ਮੱਥੇ ਦੇ ਲੇਖ ਬਦਲ ਦੇਣ ਵਾਲੀ ਏ। ਭਾਈ ਸ਼ੁਬੇਗ ਸਿੰਘ ਜੀ, ਭਾਈ ਸ਼ਾਹਬਾਜ ਸਿੰਘ ਜੀ, ਜਿਨ੍ਹਾਂ ਨੂੰ ਸਮੇਂ ਦੀ ਹਕੂਮਤ ਦੇ ਹੁਕਮ ਦੇ ਨਾਲ ਪਿਓ ਪੁੱਤਾਂ ਨੂੰ ਇੱਕੇ ਦਿਨ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਜਦੋਂ ਭਾਈ ਸ਼ਾਹਬਾਜ ਸਿੰਘ ਜੀ ਨੂੰ ਵੱਖਰਾ, ਸ਼ੁਬੇਗ ਸਿੰਘ ਜੀ ਨੂੰ ਵੱਖਰਾ ਕੈਦ ਕਰ ਲਿਆ ਨਾ, ਤੇ ਸਾਧ ਸੰਗਤ ਜੀ ਭਾਈ ਸ਼ੁਬੇਗ ਸਿੰਘ ਜੀ ਤੇ ਸ਼ਾਹਬਾਜ ਸਿੰਘ ਜੀ ਪਿਓ ਪੁੱਤਰਾਂ ਤੇ ਅਤਿਅੰਤ ਜ਼ੁਲਮ ਢਾਏ ਗਏ। ਕੋਰੜਿਆਂ ਦੀ ਮਾਰ ਮਾਰੀ ਗਈ, ਭੁੱਖਾ ਬੰਨਿਆ ਗਿਆ, ਬੰਨ ਕੇ ਪੁੱਠੇ ਲਮਕਾਏ ਗਏ। ਇਸੇ ਪ੍ਰਕਾਰ ਡਾਂਗਾਂ ਦੀ ਮਾਰ ਮਾਰੀ ਗਈ। ਜਿਤਨੇ ਤਸ਼ੱਦਦ ਕਰ ਸਕਦੇ ਸਨ ਪਿਆਸੇ ਰੱਖ ਰੱਖ ਕੇ ਮਾਰਿਆ ਗਿਆ। ਪਰ ਗੁਰੂ ਕੇ ਸਿੱਖ ਝੁਕਦੇ ਨਹੀਂ। ਬਾਹਾਂ ਉੱਪਰ ਨੂੰ ਬੰਨ ਕਰਕੇ ਹੱਥਾਂ ਨੂੰ ਰੱਸੇ ਪਾ ਕੇ ਛੱਤ ਦੇ ਨਾਲ ਟੰਗ ਦਿੱਤਾ ਹੈ। ਜਦੋਂ ਕਿੰਨਾ ਸਮਾਂ ਟੰਗਿਆਂ ਨੂੰ ਹੋ ਗਿਆ ਨਾ, ਤੇ 4 ਸਫੇਰੇ ਜਿਹੜੇ ਸਿਪਾਹੀ ਨੇ ਹੁਣ ਬਰਸ਼ੇ ਲੈ ਕੇ ਖੜ ਗਏ ਨੇ, ਤੇ ਬਰਸ਼ਾ ਸਰੀਰ ਚੋਂ ਆਰ ਪਾਰ ਨਹੀਂ ਕਰਦੇ। 1-1 ਇੰਚ 2-2 ਇੰਚ ਦੇ ਇਸ ਪ੍ਰਕਾਰ ਸਰੀਰ ਦੇ ਉੱਪਰ ਪੱਸ਼ ਲਾਉਂਦੇ ਨੇ। ਬਰਸ਼ੇ ਦੀਆਂ ਚੁੰਝਾਂ ਹੌਲੀ ਹੌਲੀ ਮਾਰਦੇ ਨੇ। ਸਰੀਰ ਦੇ ਵਿੱਚ 1-2 ਇੰਚ ਤੇ ਬਰਸ਼ੇ ਦੀ ਚੁੰਝ ਜਿਹੜੀ ਖੁੱਭ ਜਾਵੇ, ਪਰ ਫੱਟ ਇਹਨਾਂ ਡੂੰਘਾ ਨਾ ਲੱਗੇ ਕਿ ਜਾਨ ਹੀ ਨਿਕਲ ਜੇ। ਸਾਰਾ ਸਰੀਰ ਬਰਸ਼ੇ ਮਾਰ ਮਾਰ ਕੇ ਛਲਣੇ ਕਰ ਦਿੱਤਾ। 4 ਸਫੇਰੇ ਸਿਪਾਹੀ ਖੜੇ ਨੇ। ਸ਼ਾਹਬਾਜ ਸਿੰਘ ਜੀ 18 ਕੁ ਸਾਲ ਦੀ ਉਮਰ ਹੈ, ਛੱਤ ਨਾਲ ਟੰਗੇ ਹੋਏ ਨੇ। ਸਾਰਾ ਸਰੀਰ ਲਹੂ ਲੁਹਾਨ ਹੋ ਗਿਆ। ਜਿਵੇਂ ਮਸ਼ਕ ਨੂੰ ਕੱਟ ਦਿੱਤਾ ਜਾਵੇ ਤੇ ਪਾਣੀ ਚੋਂਦਾ, ਇਵੇਂ ਸਰੀਰ ਚੋਂ ਲਹੂ ਚੋ ਰਿਹਾ। ਬੇਅੰਤ ਤਸ਼ੱਦਦ ਝੱਲਦਿਆਂ ਨੂੰ ਕਹਿੰਦੇ ਨੇ, ਤੇਰੇ ਬਾਪ ਨੇ ਇਸਲਾਮ ਮਤ ਕਬੂਲ ਕਰ ਲਿਆ, ਤੂੰ ਜਵਾਨੀ ਕਿਉਂ ਖਰਾਬ ਕਰਦਾ ਹੈ? ਵੇਖ ਆਪਣੇ ਪਿਓ ਤੋਂ ਹੀ ਸਿੱਖਿਆ ਲੈ। ਬੋਲਦੇ ਤੇ ਝੂਠ ਨੇ। ਬੋਲ ਇਸਲਾਮ ਮਤ ਪ੍ਰਵਾਨ ਕਰੇਗਾ? ਨਹੀਂ ਪ੍ਰਵਾਨ ਕਰਦੇ। ਪਰ ਬਹੁਤ ਤਸ਼ੱਦਦ ਕਰਦਿਆਂ ਜਿਸ ਵੇਲੇ ਬੇਹੋਸ਼ੀ ਦੀ ਹਾਲਤ ਵਿੱਚ, ਮੂਰਛਿਤ ਅਵਸਥਾ ਵਿੱਚ ਨੇ ਨਾ, ਉਦੋਂ ਬਰਸ਼ੇ ਮਾਰਦੇ ਨੇ, ਬੋਲ ਇਸਲਾਮ ਮਤ ਪ੍ਰਵਾਨ ਹੈ। ਉਸ ਵੇਲੇ ਸਿਰ ਹਿੱਲ ਗਿਆ, ਕਿਉਂਕਿ ਮੂਰਛਿਤ ਅਵਸਥਾ ਹੈ ਜੀ, ਪ੍ਰਵਾਨ ਹੈ। ਜਦੋਂ ਮੂਰਛਿਤ ਅਵਸਥਾ ਦੇ ਵਿੱਚ ਬੇਹੋਸ਼ ਹੁੰਦਿਆਂ ਹੁੰਦਿਆਂ ਮੁਖ ਚੋਂ ਪ੍ਰਵਾਨ ਨਿਕਲਿਆ ਨਾ, ਤੇ ਫਿਰ ਇਹਨਾਂ ਕਾਜ਼ੀਆਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਮੁਸਲਮਾਨ ਭਰਾਵਾਂ ਨੇ ਇੱਕ ਦੂਜੇ ਦੇ ਗਲੇ ਮਿਲੇ, ਕਹਿਣ ਲੱਗੇ ਜਿਹੜਾ ਕੰਮ ਅੱਜ ਤੱਕ ਦੇ ਇਤਿਹਾਸ ਵਿੱਚ ਨਹੀਂ ਹੋਇਆ, ਅੱਜ ਅਸੀਂ ਕਰ ਵਿਖਾਇਆ। ਖਾਫੀ ਖਾਨ ਵੀ ਲਿਖਦਾ ਕਿ ਅੱਗੇ ਵੱਧ ਵੱਧ ਕੇ ਸ਼ਹੀਦ ਹੁੰਦੇ ਨੇ ਬਾਬਾ ਬੰਦਾ ਸਿੰਘ ਜੀ ਦੀ ਬਹਾਦਰ ਦੀ ਸ਼ਹਾਦਤ ਦਾ ਹਵਾਲਾ, ਪਰ ਇੱਕ ਨੇ ਵੀ ਇਸਲਾਮ ਮਤ ਕਬੂਲ ਨਹੀਂ ਕੀਤਾ। ਜਿਹੜਾ ਕੋਈ ਨਹੀਂ ਕਰਾ ਸਕਿਆ, ਅਸੀਂ ਕਰ ਲਿਆ। ਮਠਿਆਈ ਲੈ ਕੇ ਪਹੁੰਚੇ ਨੇ। ਸ਼ੁਬੇਗ ਸਿਆ ਮੂੰਹ ਮਿੱਠਾ ਕਰ ਲਾ। ਕਿਹੜੀ ਖੁਸ਼ੀ ਵਿੱਚ? ਤੇਰੇ ਪੁੱਤ ਨੇ ਕਹਿੰਦੇ ਜ਼ਿੰਦਗੀ ਚੁਣੀ ਏ। ਉਹ ਤੇਰੇ ਵਰਗਾ ਮੂਰਖ ਨਹੀਂ, ਉਹਨੇ ਮੌਤ ਨੂੰ ਨਹੀਂ ਚੁਣਿਆ। ਦੁਸ਼ਮਣ ਨੇ ਨਾ ਐਸੀ ਭਾਸ਼ਾ ਹੀ ਵਰਤਣਗੇ। ਉਹ ਸਮਝਦਾਰ ਨਿਕਲਿਆ। ਤੇ ਜਦੋਂ ਤੇਰਾ ਪੁੱਤ ਹੀ ਮੁਸਲਮਾਨ ਬਣ ਗਿਆ ਤੇ ਤੇਰੀ ਕਾਹਦੀ ਸਿੱਖੀ ਰਹਿ ਗਈ? ਹੁਣ ਤੂੰ ਵੀ ਪੁੱਤ ਤੋਂ ਸਿੱਖਿਆ ਲੈ ਲਾ। ਤੇ ਭਾਈ ਸ਼ੁਬੇਗ ਸਿੰਘ ਜੀ ਕਹਿਣ ਲੱਗੇ, ਠੀਕ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਸਕਦਾ ਹਾਂ, ਪਰ ਪਹਿਲਾਂ ਮੈਨੂੰ ਮੇਰੇ ਪੁੱਤ ਦੇ ਨਾਲ ਮਿਲਾਓ। ਜਾ ਕਰਕੇ ਉਹਦੇ ਪੁੱਤ ਨੂੰ ਕਹਿਣ ਲੱਗੇ, ਤੇਰਾ ਪਿਓ ਆਇਆ ਹੈ, ਜਿੱਦਾਂ ਤੂੰ ਜੀਵਨ ਪ੍ਰਵਾਨ ਕਰ ਲਿਆ, ਉਹਨੂੰ ਵੀ ਸਮਝਾ ਕਿਉਂ ਅਣਿਆਈ ਮੌਤੇ ਮਰਦਾ ਹੈ। ਇਹਨਾਂ ਨੂੰ ਯਕੀਨ ਹੋ ਗਿਆ ਕਿ ਸ਼ਾਹਬਾਜ ਸਿੰਘ ਇਸਲਾਮ ਮਤ ਪ੍ਰਵਾਨ ਕਰੇਗਾ ਤੇ ਆਪਣੇ ਪਿਓ ਸ਼ੁਬੇਗ ਸਿੰਘ ਨੂੰ ਸਮਝਾਵੇਗਾ ਕਿ ਪਿਤਾ ਜੀ ਮੰਨ ਜਾਓ, ਤੇ ਸ਼ਾਇਦ ਉਹ ਵੀ ਮੰਨ ਜਾਣ। ਦੋਵਾਂ ਪਿਓ ਪੁੱਤਾਂ ਨੂੰ ਮਿਲਾਇਆ ਗਿਆ ਤੇ ਭਾਈ ਸ਼ੁਬੇਗ ਸਿੰਘ ਸਾਹਿਬ ਜੀ ਨੇ ਦੇਖਣਾ ਕੀਤਾ ਆਪਣੇ ਪੁੱਤ ਦੇ ਮੱਥੇ ਵੱਲ ਧਿਆਨ ਦੇ ਨਾਲ, ਤੇ ਕੀ ਤੱਕਦੇ ਨੇ? ਮੱਥੇ ਦੇ ਲੇਖਾਂ ਨੂੰ ਪੜ੍ਹ ਲਿਆ। ਇੱਥੇ ਤੇ ਮੱਥੇ ਦੇ ਉੱਪਰ ਉਲਟਾ ਲੇਖ ਲਿਖਿਆ ਹੋਇਆ ਹੈ। ਕੀ ਲਿਖਿਆ ਹੋਇਆ? ਇੱਕ ਵਾਰ ਇਸਲਾਮ ਮਤ ਨੂੰ ਧਾਰਨ ਪ੍ਰਵਾਨ ਕਰ ਲਵੇਗਾ ਤੇ ਪ੍ਰਵਾਨ ਕਰਕੇ ਫਿਰ ਦੁਬਾਰਾ ਸਿੱਖ ਬਣੇਗਾ। ਉਸ ਵੇਲੇ ਹੱਥਾਂ ਨੂੰ ਹੱਥ ਕੜੀਆਂ ਨੇ, ਪੈਰਾਂ ਨੂੰ ਜੰਜ਼ੀਰਾਂ ਵੱਜੀਆਂ ਹੋਈਆਂ ਨੇ। ਤੇ ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਬਚਨਾ ਆਉਂਦਾ, ਪੈਰੀਂ ਪਈਆਂ ਜੰਜ਼ੀਰਾਂ ਵਾਲਾ ਪੈਰ ਆਪਣਾ ਚਰਨ ਭਾਈ ਸ਼ੁਬੇਗ ਸਿੰਘ ਜੀ ਨੇ ਆਪਣੇ ਸਪੁੱਤਰ ਸ਼ਾਹਬਾਜ ਸਿੰਘ ਜੀ ਦੇ ਮੱਥੇ ਤੇ ਮਾਰਿਆ ਹੈ। ਜਦੋਂ ਮੱਥੇ ਤੇ ਮਾਰਿਆ ਤੇ ਜਿਹੜਾ ਪੈਰ ਦਾ ਅੰਗੂਠਾ ਸੀ ਨਾ, ਮੱਥੇ ਦੇ ਨਾਲ ਰਗੜ ਕਰਕੇ ਲੰਘ ਗਿਆ। ਜਿਵੇਂ ਖੱਬੇ ਤੋਂ ਸੱਜੇ ਨੂੰ ਜਾਂ ਸੱਜੇ ਤੋਂ ਖੱਬੇ ਨੂੰ ਮਾਰਿਆ ਹੋਵੇ। ਬੇੜੀਆਂ ਤੇ ਪਈਆਂ ਨੇ। ਪੈਰ ਦਾ ਅੰਗੂਠਾ ਮੱਥੇ ਦੇ ਨਾਲ ਖਹਿ ਕਰਕੇ ਲੰਘ ਗਿਆ।
ਤੇ ਜਿਹੜੀ ਮੱਥੇ ਦੀ ਲਕੀਰ ਸੀ ਨਾ, ਇੱਕ ਵਾਰ ਇਸਲਾਮ ਮਤ ਪ੍ਰਵਾਨ ਕਰਨੇ ਦੀ ਉਹ ਲਕੀਰ ਹੀ ਮਿਟਾ ਦਿੱਤੀ ਹੈ। ਕਹਿਣ ਲੱਗੇ, ਪੁੱਤਰ ਮੈਂ ਸੁਣਿਆ ਤੂੰ ਇਸਲਾਮ ਮਤ ਪ੍ਰਵਾਨ ਕਰ ਲਿਆ, ਤੂੰ 4 ਦਿਨਾਂ ਦੀ ਝੂਠੀ ਜੀ ਜ਼ਿੰਦਗੀ ਨੂੰ ਚੁਣ ਕੇ ਪਿਤਾ ਕਲਗੀਧਰ ਸਾਹਿਬ ਜੀ ਦੀ ਗੋਦ ਦੇ ਵਿੱਚ ਮਿਲਣੇ ਵਾਲਾ ਸਦੀਵ ਕਾਲ ਦਾ ਆਤਮਿਕ ਜੀਵਨ ਤਿਆਗ ਦਿੱਤਾ ਹੈ। ਕੀ ਤੂੰ ਧਰਮ ਛੱਡਣ ਲਈ ਤਿਆਰ ਹੈ? ਕੀ ਤੂੰ ਇਸਲਾਮ ਮਤ ਧਾਰਨ ਨੂੰ ਤਿਆਰ ਹੈ? ਸ਼ੇਰ ਵਾਂਗੂ ਦਹਾੜ ਕੇ ਬੋਲਿਆ, ਪਿਤਾ ਜੀ ਕੌਣ ਕਹਿੰਦਾ ਹੈ ਮੈਂ ਕਲਗੀਧਰ ਸਾਹਿਬ ਜੀ ਦੀ ਸਿੱਖੀ ਛੱਡ ਕੇ 4 ਦਿਨਾਂ ਦੀ ਝੂਠੀ ਜੀ ਕੂੜੀ ਜੀ ਜ਼ਿੰਦਗੀ ਚੁਣ ਲਵਾਂਗਾ? ਮੇਰੇ ਸਰੀਰ ਨੂੰ ਰੋਮ ਰੋਮ ਮਾਤਰ ਕੱਟ ਦਿੱਤਾ ਜਾਵੇ, ਚੱਕੀ ਵਿੱਚ ਪੀਸ ਦਿੱਤਾ ਜਾਵੇ, ਚਰਖੜੀ ਤੇ ਚਾੜ ਦਿੱਤਾ ਜਾਵੇ, ਮੈਂ ਸਤਿਗੁਰੂ ਜੀ ਦੀ ਪਿਆਰੀ ਸਿੱਖੀ ਨਹੀਂ ਛੱਡਾਂਗਾ। ਕਿਉਂਕਿ ਸਿੱਖੀ ਸਾਡਾ ਆਧਾਰ ਹੈ, ਸਤਿਗੁਰੂ ਜੀ ਦੀ ਸਿੱਖੀ ਸਾਡਾ ਮੂਲ ਹੈ, ਉਹ ਹੀ ਸਾਡਾ ਆਤਮਿਕ ਜੀਵਨ ਹੈ। ਫਿਰ ਕਾਜ਼ੀਆਂ ਨੇ ਬੜਾ ਜ਼ੋਰ ਲਾਇਆ, ਫਿਰ ਤਸ਼ੱਦਦ ਕੀਤੇ, ਪਰ ਕਿਸੇ ਪ੍ਰਕਾਰ ਤਸ਼ੱਦਦਾਂ ਦੇ ਦੁੱਖ ਨੂੰ ਦੁੱਖ ਮੰਨਿਆ ਹੀ ਨਹੀਂ। ਤੇ ਫਿਰ ਪਿਓ ਪੁੱਤਰ ਨੂੰ ਇੱਕੇ ਦਿਨ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਗਿਆ। ਇਤਿਹਾਸ ਵਿੱਚ ਬਚਨ ਆਉਂਦੇ ਨੇ, ਸ਼ੁਬੇਗ ਸਿੰਘ ਜੰਬਰ ਇਹਨਾਂ ਦਾ ਪਿੰਡ ਸੀ, ਹੇਠਾਂ ਧਰਤੀ ਤੇ ਉੱਤੇ ਅੰਬਰ, ਭਾਵ ਇਸ ਆਕਾਸ਼ ਤੇ ਧਰਤੀ ਦੇ ਵਿਚਕਾਰ ਜਿੰਨੇ ਨੀਤੀਵਾਨ ਭਾਈ ਸ਼ੁਬੇਗ ਸਿੰਘ ਜੀ ਸਾਹਿਬ ਸਨ, ਕੋਈ ਹੋਰ ਨਹੀਂ ਸੀ ਉਸ ਸਮੇਂ ਦੇ ਵਿੱਚ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸੰਤ ਸਿਪਾਹੀ, ਜਿਹੜੇ ਪੈਰ ਦੇ ਅੰਗੂਠੇ ਨੂੰ ਮੱਥੇ ਤੇ ਲਗਾ ਕਰਕੇ ਮੱਥੇ ਦੀਆਂ ਰੇਖਾ ਹੀ ਬਦਲ ਦਿੰਦੇ ਨੇ, ਐਸਿਆਂ ਦੀ ਚਰਨ ਧੂੜ ਦੀ ਬਾਤ ਹੈ। ਮਹਾਰਾਜ ਐਸੇ ਗੁਰਸਿੱਖਾਂ ਦੀ ਚਰਨ ਧੂੜੀ ਮਿਲ ਜਾਵੇ। ਸਾਡੇ ਵੀ ਮੱਥੇ ਦੇ ਜਿਹੜੇ ਪੁੱਠੇ ਪਾਪ ਨੇ, ਜਿਹੜੇ ਬੁਰੇ ਕਰਮਾਂ ਦੇ ਲੇਖ ਨੇ, ਪਾਪਾਂ ਦੇ ਕਰਮ ਨੇ, ਉਹ ਮਿਟ ਜਾਣ। ਸੱਚੇ ਪਾਤਸ਼ਾਹ ਅਸੀਂ ਵੀ ਆਪ ਜੀ ਦੀ ਗਤ ਪਾਹੇ ਪ੍ਰਾਪਤੀ ਨੂੰ ਪ੍ਰਾਪਤ ਕਰ ਲਈਏ, ਪ੍ਰਾਪਤ ਹੋ ਜਾਈਏ, ਕਲਿਆਣ ਨੂੰ ਪ੍ਰਾਪਤ ਕਰ ਲਈਏ, ਮੁਕਤੀ ਨੂੰ ਪ੍ਰਾਪਤ ਕਰ ਲਈਏ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਾਹਿਬ ਜੀ ਫਰਮਾਵਣਾ ਕਰਦੇ ਨੇ, ਪਿਆਰਿਓ ਜਦੋਂ ਮੱਥੇ ਦੇ ਭਾਗ ਸ੍ਰੇਸ਼ਟ ਭਾਗ ਉਹਦੇ ਹੁੰਦੇ ਨੇ ਫਲ ਦੇਣ ਵਾਸਤੇ, ਫਿਰ ਐਸੇ ਜਿਹੜੇ ਸਾਧੂ ਨੇ ਚਰਨਾਂ ਦੀ ਧੂੜ ਮਿਲਦੀ। ਮਹਾਰਾਜ ਸਾਨੂੰ ਤੇ ਚੰਗੀ ਨਹੀਂ ਲੱਗਦੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਫਿਰ ਪੜ੍ਹ ਦਿਓ ਪਹਿਲੀ ਪੰਕਤੀ, ਜਨ ਕੀ ਧੂਰ ਮਨ ਮੀਠ ਖਟਾਨੀ। ਜਦੋਂ ਮੱਥੇ ਦੇ ਸ਼ੁਭ ਭਾਗ ਫਲ ਦੇਣ ਵਾਸਤੇ ਉਹਦੇ ਹੁੰਦੇ ਨੇ ਨਾ, ਫਿਰ ਐਸੇ ਸੰਤ ਜਨਾਂ ਦੀ ਜਿਹੜੀ ਚਰਨ ਧੂੜ ਹੈ ਨਾ, ਉਹ ਮਨ ਮੀਠ ਖਟਾਨੀ, ਮਨ ਨੂੰ ਮਿੱਠੀ ਲੱਗਦੀ ਹੈ, ਭਾਵ ਪਿਆਰੀ ਲੱਗਦੀ ਹੈ। ਇਸੇ ਹੀ ਪ੍ਰਕਾਰ ਜਨ ਕੀ ਧੂਰ ਮਨ ਮੀਠ ਖਟਾਨੀ। ਸੋ ਅੰਤਰ ਆਤਮੇ ਮਹਾਤਮਾ ਦੀ ਚਰਨ ਧੂੜ ਕਿਹੜੀ ਲੈਣੀ ਹੈ? ਜੋ ਬਚਨ ਮਨ ਕਰਕੇ ਸਿਮਰਨ ਕਰਨਾ ਹੈ, ਤਿੰਨਾਂ ਦੀ ਆਗਿਆ ਵਿੱਚ ਚੱਲਣਾ ਹੈ। ਉਹਨਾਂ ਦੀ ਆਗਿਆ ਰੂਪੀ ਜਿਹੜੀ ਚਰਨ ਧੂੜ ਹੈ, ਉਹ ਉਦੋਂ ਮਨ ਨੂੰ ਪਿਆਰੀ ਲੱਗਦੀ ਹੈ ਜਦੋਂ ਮਸਤਕ ਦੇ ਪੂਰਬਲੇ ਕਰਮਾਂ ਦੇ ਕੀਤੇ ਹੋਏ ਸ਼ੁਭ ਨਿਸ਼ਕਾਮ ਕਰਮ ਫਲ ਦੇਣ ਵਾਸਤੇ ਉਹਦੇ ਹੁੰਦੇ ਹਨ ਜੀ। ਪੂਰਬ ਕਰਮ ਲਿਖਿਆ ਤੁਰ ਪ੍ਰਾਨੀ। ਸੋ ਐਸੇ ਪੂਰਬ ਪਹਿਲੇ ਸਮੇਂ ਤੋਂ ਹੀ, ਤੁਰ ਦਰਗਾਹ ਤੋਂ ਹੀ ਪ੍ਰਾਣੀ ਮਾਤਰ ਦੇ ਮੱਥੇ ਦੇ ਉੱਪਰ ਪਰਮਾਤਮਾ ਜੀ ਨੇ ਸ਼ੁਭ ਲੇਖ ਲਿਖ ਦਿੱਤੇ ਨੇ, ਭਾਈ ਤੈਨੂੰ ਐਸੇ ਸਾਧੂਆਂ ਦੀ ਸੰਗਤ ਪ੍ਰਾਪਤ ਹੋਵੇਗੀ, ਐਸੇ ਮਹਾਤਮਾ ਦੀ ਆਗਿਆ ਵਿੱਚ ਰਹਿ ਕਰਕੇ ਤੂੰ ਸਿਮਰਨ ਕਰੇਗਾ, ਫਿਰ ਨਾਮ ਦੀ ਰੰਗਣ ਤੇਰੇ ਹਿਰਦੇ ਨੂੰ ਚੜ ਜਾਵੇਗੀ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਨੇ ਜੀ, ਅਹੰ ਬੁੱਧ ਮਨ ਪੂਰ ਵਿਧਾਈ। ਹੇ ਸੱਚੇ ਪਾਤਸ਼ਾਹ, ਜਿਸ ਵੇਲੇ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਅਥਵਾ ਸ਼ਰਵਣ ਕਰਦੇ ਹਾਂ, ਤੇ ਸੁਭਾਵਕ ਹੀ ਬਾਣੀ ਪੜ੍ਹਦੇ ਹਾਂ ਸਾਡੇ ਮਨ ਤੇ ਪ੍ਰੇਮ ਦਾ ਰੰਗ ਕਿਉਂ ਨਹੀਂ ਚੜ ਜਾਂਦਾ ਹੈ? ਇਹ ਮਨ ਨੂੰ ਪ੍ਰੇਮ ਦਾ ਰੰਗ ਸਾਧੂ ਦੀ ਸੰਗਤ ਕਰਕੇ ਕਿਉਂ ਚੜਦਾ ਹੈ? ਸਾਧੂ ਵੀ ਬਾਣੀ ਪੜ੍ਹਦਾ, ਅਸੀਂ ਵੀ ਬਾਣੀ ਪੜ੍ਹਦੇ ਹਾਂ। ਉਹੀ ਉਹ ਜਪਜੀ ਸਾਹਿਬ ਸਾਨੂੰ ਸਾਧੂ ਨੇ ਪੜ੍ਹਾਉਣਾ, ਉਹੀ ਉਹ ਅਸੀਂ ਪੜ੍ਹਨਾ। ਉਹੀ ਉਹ ਮੂਲ ਮੰਤਰ ਗੁਰ ਮੰਤਰ ਸਾਧੂ ਨੇ ਜਪਾਉਣਾ, ਉਹੀ ਉਹ ਅਸੀਂ ਘਰ ਬੈਠੇ ਵੀ ਜਪਦੇ ਹਾਂ। ਮਹਾਰਾਜ ਫਿਰ ਸਾਨੂੰ ਘਰ ਬੈਠਿਆਂ ਪ੍ਰੇਮ ਦਾ ਰੰਗ ਕਿਉਂ ਨਹੀਂ ਲੱਗਦਾ? ਸਾਧੂ ਦੀ ਸੰਗਤ ਵਿੱਚ ਜਾ ਕੇ ਕਿਉਂ ਲੱਗਦਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਅਹੰ ਬੁੱਧ, ਹਉਮੈ ਵਾਲੀ ਬੁੱਧੀ ਜੀਵ ਹੈ ਤੇਰੀ। ਤੇ ਹਉਮੈ ਵਾਲੀ ਬੁੱਧੀ ਹੋਣ ਦੇ ਕਾਰਨ ਜਿਹੜਾ ਮਨ ਹੈ ਨਾ, ਇਸ ਨੂੰ ਹੰਗਤਾ ਦੀ ਤੇ ਵਿਕਾਰਾਂ ਦੀ ਥਿੰਦਾਈ ਲੱਗੀ ਹੋਈ ਏ। ਇਹ ਜਿਹੜਾ ਸਾਧ ਸੰਗਤ ਜੀ ਪਾਠ ਹੈ, ਇੱਥੇ ਵਿਧਾਈ ਆਇਆ ਹੈ। ਜ਼ਿਆਦਾਤਰ ਪ੍ਰਚਲਿਤ ਸਰੂਪਾਂ ਦੇ ਅੰਦਰ ਇਹ ਪਾਠ ਥਿੰਦਾਈ ਹੈ ਥੱਥੇ ਦੇ ਨਾਲ, ਤੇ ਕੁਝ ਕੁ ਸਰੂਪਾਂ ਦੇ ਅੰਦਰ ਵਿਧਾਈ ਵੀ ਆਉਂਦਾ ਹੈ। ਵਿਧਾਈ ਤੋਂ ਭਾਵ ਹੈ ਵਿਧਿਆ ਹੋਇਆ, ਵੇਧਿਆ ਹੋਇਆ, ਵਿੰਨਿਆ ਹੋਇਆ। ਭਾਈ ਪੂਰਬਲੇ ਜਨਮਾਂ ਦੇ ਪਾਪਾਂ ਦੇ ਕਾਰਨ ਜਿਹੜਾ ਮਨ ਹੈ ਨਾ, ਇਹ ਮਨਮਤ ਦੇ ਨਾਲ, ਅਗਿਆਨਤਾ ਦੇ ਨਾਲ ਅੰਤਸ਼ਕਰਨ ਮੈਲਾ ਹੋਇਆ ਹੈ। ਤੇ ਮਨ ਜਿਹੜਾ ਹੈ,
ਬੁਰੀ ਪ੍ਰਵਿਰਤੀ ਦੇ ਵਿੱਚ ਹੀ ਵਿੰਨਿਆ ਹੋਇਆ ਹੈ। ਇਸੇ ਪ੍ਰਕਾਰ ਅਹੰ ਬੁੱਧ ਮਨ ਪੂਰ ਵਿਧਾਈ, ਮਨ ਤੋਂ ਭਾਵ ਹੈ ਅੰਤਸ਼ਕਰਨ, ਹਉਮੈ ਵਾਲੀ ਬੁੱਧੀ ਹੋਣ ਦੇ ਕਾਰਨ ਜਿਹੜਾ ਹਿਰਦਾ ਹੈ ਨਾ, ਉਸ ਨੂੰ ਪਾਪਾਂ ਦੀ ਤੇ ਵਿਕਾਰਾਂ ਦੀ ਥੰਧਿਆਈ ਬੜੀ ਲੱਗੀ ਹੈ। ਤੇ ਜਦੋਂ ਗੁਰਸਿੱਖ ਆਪੇ ਹੀ ਬਾਣੀ ਪੜ੍ਹਦਾ ਨਾ, ਉਹ ਥੰਧਿਆਈ ਵਾਲੇ ਅਸਥਾਨ ਦੇ ਉੱਪਰ ਪਾਣੀ ਪਾਉਣ ਦੀ ਨਿਆਈ ਹੈ, ਜਲ ਪਾਉਣ ਦੀ ਨਿਆਈ ਹੈ। ਸਾਧ ਸੰਗਤ ਜੀ, ਕੋਈ ਬਰਤਨ ਹੋਵੇ, ਚਾਹੇ ਦੇਗ ਵਾਲਾ ਬਾਟਾ ਹੈ, ਚਾਹੇ ਕੜਾਹਾ ਹੈ, ਉਹ ਘਿਓ ਦੇ ਨਾਲ ਲਬਰੇਜ਼ ਹੋਇਆ ਏ, ਘਿਓ ਦੀ ਥੰਧਿਆਈ ਉਸ ਨੂੰ ਲੱਗੀ ਹੋਈ ਏ। ਤੇ ਹੋਰ ਪਦਾਰਥ ਵਰਤਨ ਤੋਂ ਬਿਨਾਂ ਕੱਲੇ ਪਾਣੀ ਨਾਲ ਧੋਈ ਜਾਈਏ ਤੇ ਥੰਧਿਆਈ ਨਹੀਂ ਲੱਥਦੀ ਹੈ। ਹੱਥਾਂ ਦੇ ਨਾਲ ਦੇਗ ਛਕੀ ਹੋਵੇ, ਹੱਥਾਂ ਨੂੰ ਘਿਓ ਲੱਗਾ ਹੋਵੇ, ਕੱਲੇ ਪਾਣੀ ਦੇ ਨਾਲ ਮਲ ਕੇ ਧੋਈ ਜਾਈਏ ਤੇ ਥੰਧਿਆਈ ਨਹੀਂ ਲੱਥਦੀ ਹੈ। ਸਾਹਿਬ ਜੀ ਫਰਮਾਵਣਾ ਕਰਦੇ ਨੇ, ਪਿਆਰਿਓ, ਇਸ ਪ੍ਰਕਾਰ ਅੰਤਸ਼ਕਰਨ ਜਿਹੜਾ ਹੈ, ਹਉਮੈ ਵਾਲੀ ਬੁੱਧੀ ਹੋਣ ਦੇ ਕਾਰਨ ਮਲੀਨ ਹੋਇਆ ਏ, ਪਾਪਾਂ ਦੀ, ਵਿਕਾਰਾਂ ਦੀ ਤੇ ਵਿਚਾਰਾਂ ਦੀ ਇਸ ਨੂੰ ਥੰਧਿਆਈ ਲੱਗੀ ਹੋਈ ਏ। ਤੇ ਜਦੋਂ ਸੁਭਾਵਕ ਆਪ ਬੈਠੇ ਸਿਮਰਨ ਕਰਦੇ ਹੋ ਤੇ ਇਹ ਥੰਧਿਆਈ ਵਾਲੇ ਥਾਂ ਦੇ ਉੱਪਰ ਜਲ ਪਾਉਣ ਦੀ ਨਿਆਈ ਏ। ਜਿਹੜਾ ਗੁਰੂ ਕਾ ਉਪਦੇਸ਼ ਹੈ, ਮਨ ਤੋਂ ਤਿਲਕਦਾ ਜਾਂਦਾ, ਮਨ ਵਿੱਚ ਨਹੀਂ ਵਸਦਾ ਹੈ। ਸੱਚੇ ਪਾਤਸ਼ਾਹ ਫਿਰ ਐਸੀ ਜੁਗਤ ਦੱਸੋ ਮਨ ਮਾਂਜ ਲਈਏ। ਆਪ ਜਪਿਆ ਹੋਇਆ ਸਿਮਰਨ ਹੀ ਹਿਰਦੇ ਅੰਦਰ ਪ੍ਰਵੇਸ਼ ਕਰ ਜਾਵੇ। ਮਹਾਰਾਜ ਇਸ ਦੇ ਵਾਸਤੇ ਕਰਤੱਵ ਕੀ ਕਰੀਏ? ਹਜ਼ੂਰ ਉਪਦੇਸ਼ ਦਿੰਦੇ ਹਨ ਜੀ, ਸਾਧ ਧੂਰ ਕਰ ਸੁਧ ਮੰਜਾਈ। ਪਿਆਰਿਓ, ਜਿਹੜੀ ਸਾਧੂ ਦੀ ਚਰਨ ਧੂੜ ਲੈ ਕਰਕੇ ਮੁਖ ਮਸਤਕ ਲੈਣੀ ਹੈ ਨਾ, ਲਾਉਣੀ ਹੈ, ਇਸ ਦੇ ਨਾਲ ਹਿਰਦਾ ਸ਼ੁੱਧ ਹੋ ਜਾਂਦਾ ਹੈ। ਇਸ ਕਰਕੇ ਸਾਧੂਆਂ ਦੀ ਚਰਨ ਧੂੜ ਦੇ ਨਾਲ ਹਿਰਦੇ ਨੂੰ ਮਾਂਜ ਲੈਣਾ ਕਰੋ। ਇਸੇ ਪ੍ਰਕਾਰ ਜਿਹੜੇ ਸਾਧੂ ਹੁੰਦੇ ਨੇ ਨਾ, ਉਹਨਾਂ ਦਾ ਜੀਵਨ ਕਮਾਇਆ ਹੁੰਦਾ ਜੀ। ਕਿਵੇਂ ਕਮਾਇਆ? ਉਹੋ ਜਿਹੀ ਸਾਧੂਆਂ ਦਾ ਸਰੀਰ ਹੈ, ਉਹੋ ਜਿਹਾ ਹੀ ਸਾਡਾ ਹੈ। ਇੱਕ ਨੱਕ ਉਹਨਾਂ ਦਾ, ਇੱਕ ਸਾਡਾ ਹੈ। ਦੋ ਅੱਖਾਂ ਉਹਨਾਂ ਦੀਆਂ, ਦੋ ਹੀ ਸਾਡੀਆਂ। ਉਹਨਾਂ ਦੇ ਵੀ ਦੋ ਕੰਨ, ਇੱਕ ਮੂੰਹ ਹੈ। ਸਾਡੇ ਵੀ ਦੋ ਕੰਨ, ਇੱਕ ਮੂੰਹ ਹੈ। ਦੋ ਹੱਥ ਪੈਰ ਉਹਨਾਂ ਦੇ ਨੇ, ਦੋ ਹੱਥ ਤੇ ਦੋ ਹੀ ਪੈਰ ਸਾਡੇ ਨੇ। ਜਿਹੋ ਜਿਹਾ ਭੋਜਨ ਉਹ ਛਕਦੇ ਨੇ, ਉਹੋ ਜਿਹਾ ਉਹੀ ਅਸੀਂ ਛਕਦੇ ਹਾਂ। ਜਿਹੜਾ ਜਲ ਉਹ ਛਕਦੇ ਨੇ, ਅਸੀਂ ਛਕਦੇ ਹਾਂ। ਉਹਨਾਂ ਵਿੱਚ ਵਿਸ਼ੇਸ਼ਤਾਈ ਕੀ ਹੈ ਭਾਈ? ਉਹਨਾਂ ਵਿੱਚ ਵਿਸ਼ੇਸ਼ਤਾਈ ਹੈ ਅਭਿਆਸ ਦੀ। ਇੱਕ ਪਹਿਲਵਾਨ ਹੁੰਦਾ ਨਾ, ਉਹ ਸਵੇਰੇ ਉੱਠ ਕੇ ਅਭਿਆਸ ਸ਼ੁਰੂ ਕਰ ਦਿੰਦਾ ਹੈ। ਕਿੱਟ ਬੰਨੀ ਹੁੰਦੀ ਹੈ ਤੇ ਪੰਚ ਕਿੱਟ ਤੇ ਮਾਰੀ ਜਾਂਦਾ ਹੈ। 1000, 2000, 5000 ਪੰਚ ਮਾਰੇ। ਅਗਲੇ ਦਿਨ ਫਿਰ ਉੱਠਿਆ, ਫਿਰ 2000, 4000, 5000, ਜਿੰਨੀ ਉਹਦੀ क्षमता ਏ। ਉਹ 5000 ਜਦੋਂ ਪੰਚ ਰੋਜ਼ ਕਿੱਟ ਤੇ ਮਾਰਦਾ, ਦੂਜੇ ਦਿਨ, ਤੀਜੇ ਦਿਨ, ਚੌਥੇ ਦਿਨ, ਪੰਜਵੇਂ ਦਿਨ, ਛੇਵੇਂ ਦਿਨ, 1 ਮਹੀਨਾ, 2 ਮਹੀਨੇ, 1 ਸਾਲ, 2 ਸਾਲ, ਕਈ ਸਾਲ, ਜਦੋਂ ਪੰਚ ਦਾ ਅਭਿਆਸ ਕਰੀ ਜਾਂਦਾ ਤੇ ਉਸਦੇ ਪੰਚ ਮਾਰਨ ਦੇ ਵਿੱਚ ਇੰਨੀ ਤਾਕਤ ਆ ਜਾਂਦੀ ਏ ਕਿ ਸਧਾਰਨ ਬੰਦੇ ਦੇ ਮੂੰਹ ਤੇ ਮਾਰੇ ਤੇ ਮੂੰਹ ਹੀ ਤੋੜ ਦਿੰਦਾ, ਜਬਾੜਾ ਹੀ ਤੋੜ ਦਿੰਦਾ ਹੈ। ਜਿਸ ਨੇ ਪੰਚ ਦਾ ਅਭਿਆਸ ਨਹੀਂ ਕੀਤਾ, ਉਹ ਵੀ ਪੰਚ ਮਾਰੇ ਨਾ ਤੇ ਕੁਛ ਨਹੀਂ ਹੁੰਦਾ, ਕਿਸੇ ਦਾ ਜਬਾੜਾ ਨਹੀਂ ਟੁੱਟਦਾ। ਪਰ ਜਦੋਂ ਅਭਿਆਸ ਵਾਲਾ ਬੰਦਾ ਪੰਚ ਮਾਰਦਾ, ਫਿਰ ਜਬਾੜਾ ਹੀ ਤੋੜ ਦਿੰਦਾ ਹੈ। ਇਸੇ ਪ੍ਰਕਾਰ ਪੈਰ ਦੇ ਨਾਲ ਕਿੱਕ, ਜਿਹੜੇ ਕਿੱਕ ਬਾਕਸਿੰਗ ਖੇਡਦੇ ਨੇ, ਉਹ ਕਿੱਟ ਦੇ ਉੱਪਰ ਕਿੱਕਾਂ ਮਾਰੀ ਜਾਂਦੇ ਨੇ। ਮਾਰਦਿਆਂ ਕਿੱਕ ਦੇ ਵਿੱਚ ਇੰਨੀ ਪਾਵਰ ਆ ਜਾਂਦੀ ਹੈ, ਜੇ ਕਿੱਕ ਵੀ ਚੰਗੇ ਤਰੀਕੇ ਦੇ ਨਾਲ ਮਾਰਦੇ ਨੇ ਤੇ ਹੱਡੀ ਤੋੜ ਦਿੰਦੇ ਨੇ। ਪਰ ਜੇ ਆਮ ਸਧਾਰਨ ਬੰਦਾ ਕਿਸੇ ਦੇ ਕਿੱਕ ਮਾਰੇ, ਪੈਰ ਦਾ ਠੁੱਡ ਮਾਰੇ, ਤੇ ਕਿਸੇ ਦੀ ਹੱਡੀ ਨਹੀਂ ਟੁੱਟਦੀ। ਉਹਦੇ ਵਿੱਚ ਬਲ ਕਿਵੇਂ ਆ ਗਿਆ? ਬਲ ਆ ਗਿਆ ਅਭਿਆਸ ਦੇ ਨਾਲ। ਅਭਿਆਸ ਦੇ ਨਾਲ ਬਲ ਆ ਗਿਆ, ਉਹ ਹੱਡੀਆਂ ਤੋੜ ਸਕਦਾ ਹੈ, ਜਬਾੜਾ ਤੋੜ ਸਕਦਾ ਹੈ। ਇਸੇ ਪ੍ਰਕਾਰ ਵਾਹਿਗੁਰੂ ਜੀ ਦੇ ਪਿਆਰੇ ਅਭਿਆਸ ਕਿਹੜਾ ਕਰਦੇ ਨੇ? ਵਾਹਿਗੁਰੂ 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 ਵਾਹਿਗੁਰੂ। ਉਹ ਸਿਮਰਨ ਦਾ ਅਭਿਆਸ ਕਰਦੇ ਨੇ। ਕਰਦਿਆਂ ਉਹਨਾਂ ਦਾ ਅਭਿਆਸ ਇੰਨਾ ਪੱਕ ਜਾਂਦਾ ਹੈ, ਉਹ ਇੱਕ ਵਾਰ ਵਾਹਿਗੁਰੂ ਹੀ ਬੋਲਦੇ ਨੇ ਨਾ, ਤੇ ਮਨਮੁਖਤਾ ਰੂਪੀ ਜਬਾੜਾ ਤੋੜ ਦਿੰਦੇ ਨੇ, ਅਗਿਆਨਤਾ ਰੂਪੀ ਹੱਡੀਆਂ ਹੀ ਤੋੜ ਦਿੰਦੇ ਨੇ ਮਨਮੁਖਤਾਈ ਦੇ ਸਰੀਰ ਵਿੱਚੋਂ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਿਆਰਿਓ, ਸਾਧੂਆਂ ਨੇ ਅਭਿਆਸ ਕੀਤਾ ਹੈ। ਅਭਿਆਸ ਵਾਲਿਆਂ ਦਾ ਜਿਹੜਾ ਬਚਨ ਰੂਪੀ ਚਰਨ ਧੂੜ ਹੈ, ਅਥਵਾ ਪ੍ਰਤੱਖ ਚਰਨ ਧੂੜ ਹੈ, ਉਹ ਹਿਰਦੇ ਨੂੰ ਮਾਂਜ ਦਿੰਦੀ ਏ। ਆਮ ਸਧਾਰਨ ਬੋਲੀਏ ਨਾ ਜੀ, ਜਦ ਤੱਕ ਸੰਤੋਖ ਨਹੀਂ ਮੰਨਦੀ, ਭੁੱਖ ਨਹੀਂ ਉਤਰਦੀ, ਰੱਜਦਾ ਨਹੀਂ ਤੇ ਗੱਲ ਬਣਦੀ ਨਹੀਂ। ਪਰ ਇਹੋ ਹੀ ਬਚਨ ਜੇ ਸਾਧੂ ਕਹਿ ਦੇਵੇ ਨਾ, ਬਿਨਾਂ ਸੰਤੋਖ ਨਹੀਂ ਕੋਊ ਰਾਜੈ, ਕਿ ਸੰਤੋਖ ਤੋਂ ਬਿਨਾਂ ਕਿਸੇ ਦਾ ਹਿਰਦਾ ਨਹੀਂ ਰੱਜਦਾ, ਤੇ ਉਹ ਸਾਧੂ ਦਾ ਜਿਹੜਾ ਬਚਨ ਹੈ ਹਿਰਦੇ ਵਿੱਚ ਤੀਰ ਵਾਂਗੂ ਲੱਗ ਜਾਂਦਾ ਹੈ। ਰਾਮ ਭਗਤ ਅਨਿਆਲੇ ਤੀਰ, ਕਿਉਂਕਿ ਬਚਨ ਕਮਾਇਆ ਹੈ। ਜਿਵੇਂ ਕਿਸੇ ਪੰਚ ਮਾਰਨ ਵਾਲੇ ਨੇ ਜਾਂ ਕਿੱਕ ਬਾਕਸਿੰਗ ਵਾਲੇ ਨੇ ਅਭਿਆਸ ਕੀਤਾ, ਤੇ ਇੱਕ ਕਿੱਕ, ਇੱਕ ਪੰਚ ਹੀ ਉਹਦਾ ਦੁਸ਼ਮਣ ਨੂੰ ਚਿੱਤ ਕਰ ਦਿੰਦਾ ਨਾ।
ਮਹਾਤਮਾ ਨੇ ਨਾਮ ਦਾ ਅਭਿਆਸ ਕੀਤਾ ਹੈ ਤੇ ਵਿਕਾਰਾਂ ਰੂਪੀ ਦੁਸ਼ਮਣ ਨੂੰ ਇੱਕ ਬੋਲ ਰੂਪੀ ਬਚਨ ਦੇ ਨਾਲ ਹੀ ਚਿੱਤ ਕਰ ਦਿੰਦੇ ਨੇ, ਬਚਨ ਰੂਪੀ ਪੰਚ ਦੇ ਨਾਲ ਚਿੱਤ ਕਰ ਦਿੰਦੇ ਨੇ ਵਿਕਾਰਾਂ ਨੂੰ। ਇਸ ਪ੍ਰਕਾਰ ਉਹਨਾਂ ਦੀ ਪ੍ਰਤੱਖ ਚਰਨ ਧੂੜ ਲੈ ਕਰਕੇ ਮੁਖ ਮਸਤਕ ਲਗਾਓ, ਅਥਵਾ ਉਹਨਾਂ ਦੇ ਜੋ ਬਚਨ ਕਮਾਉਣੇ ਨੇ, ਆਗਿਆ ਵਿੱਚ ਰਹਿਣਾ, ਇਹ ਵੀ ਚਰਨ ਧੂੜ ਪ੍ਰਾਪਤ ਕਰਨੀ ਹੈ। ਆਗਿਆ ਵਿੱਚ ਰਹਿ ਕਰਕੇ ਤਿੰਨਾਂ ਦੀ ਆਗਿਆ ਦੇ ਅਨੁਸਾਰ ਜਿਹੜਾ ਸਿਮਰਨ ਕਰਨਾ ਹੈ ਨਾ, ਹਜ਼ੂਰ ਫਰਮਾਵਣਾ ਕਰਦੇ ਨੇ, ਇਹ ਮਨ ਨੂੰ ਮਾਂਜਣਾ ਹੈ। ਮਨ ਤੋਂ ਵਿਕਾਰਾਂ ਰੂਪੀ ਹੰਗਤਾ ਮਮਤਾ ਰੂਪੀ ਰਾਗ ਦਵੈਸ਼ ਰੂਪੀ ਥੰਧਿਆਈ ਨੂੰ ਮਾਂਜਣਾ ਹੈ। ਸਾਧੂ ਦੇ ਬਚਨ ਕਮਾਉਣੇ ਅਥਵਾ ਸਾਧੂ ਦੀ ਸੰਗਤ ਵਿੱਚ ਬੈਠ ਕਰਕੇ ਸਹਿਤ ਪਿਆਰ ਦੇ ਜਪਣਾ ਸਤਨਾਮ ਸ੍ਰੀ ਵਾਹਿਗੁਰੂ। ਇਸ ਪ੍ਰਕਾਰ ਮਨ ਮਾਂਜਿਆ ਜਾਂਦਾ ਹੈ, ਪਾਪਾਂ ਵਿਕਾਰਾਂ ਤੇ ਵਿਚਾਰਾਂ ਦੀ ਮੈਲ ਉਤਰ ਜਾਂਦੀ ਹੈ। ਐਸਾ ਆਤਮ ਗਿਆਨੀ ਨਾਮ ਦਾ ਰਸੀਆ ਮਹਾਤਮਾ ਜਿੱਥੇ ਵੀ ਮਿਲ ਜਾਏ ਪਿਆਰਿਓ, ਤਿੰਨਾਂ ਦੀ ਸੰਗਤ ਵਿੱਚ ਮਿਲ ਕਰਕੇ ਵਾਹਿਗੁਰੂ ਜੀ ਦਾ ਜਸ ਸਰਵਣ ਕਰਨਾ ਕਰੋ ਤੇ ਮੁਖ ਚੋਂ ਉਚਾਰਨਾ ਕਰੋ। ਹਿਰਦਾ ਮਾਂਜਿਆ ਜਾਵੇਗਾ, ਸ਼ੁੱਧ ਹੋ ਜਾਵੇਗਾ। ਅਨਿਕ ਜਲਾ ਜੇ ਧੂਵੈ ਦੇਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਪੰਡਤਾਂ ਦੇ ਪਾਸੋਂ, ਵਿਦਵਾਨਾਂ ਦੇ ਪਾਸੋਂ ਸੁਣਦੇ ਆ ਕਿ ਤੀਰਥ ਯਾਤਰਾ ਕਰੀਏ, ਤੀਰਥਾਂ ਤੇ ਜਾ ਕੇ ਨਹਾ ਲਈਏ, ਪ੍ਰਾਗਰਾਜ ਸਥਾਨ ਇਤਿਆਦਿਕ, ਹਰਿਦੁਆਰ, ਕੁੰਭ ਦੇ ਮੇਲੇ ਇਤਿਆਦਿਕ, ਮਹਾਰਾਜ ਪੁਰਬੀਆਂ ਦੇ ਇਸ਼ਨਾਨ ਜੇ ਕਰ ਲਈਏ ਤੇ ਜਿਹੜਾ ਮਨ ਹੈ ਇਹ ਸੁੱਚਾ ਹੋ ਜਾਂਦਾ ਹੈ। ਤੇ ਗਰੀਬ ਨਿਵਾਜ ਨਾਮ ਜਪਣਾ ਵੀ ਬੜਾ ਕਠਿਨ ਹੈ ਤੇ ਮਹਾਤਮਾ ਦਾ ਬਚਨ ਕਮਾਉਣਾ ਵੀ ਬੜਾ ਕਠਿਨ ਹੈ, ਕਿਉਂਕਿ ਜਿਹੜਾ ਉਪਦੇਸ਼ ਸਤਿਗੁਰੂ ਜੀ ਦੀ ਗੁਰਬਾਣੀ ਨੇ ਬਖਸ਼ਣਾ ਨਾ, ਉਹੀ ਉਪਦੇਸ਼ ਮਹਾਤਮਾ ਨੇ ਦੇਣਾ। ਭਾਈ ਬਾਣੀ ਪੜੋ, ਭਾਈ ਬਾਣੀ ਪੜੋ, ਨਾਮ ਜਪੋ। ਤੇ ਆਮ ਬੰਦਾ ਕਹਿ ਦਿੰਦਾ ਜੀ ਬਾਬਿਆਂ ਕੋ ਤੇ ਜਦੋਂ ਜਾਈਏ ਨਾਮ ਜਪੋ, ਨਾਮ ਜਪੋ, ਦੂਜੀ ਗੱਲ ਹੀ ਕੋਈ ਨਹੀਂ ਕਰਦੇ। ਪਿਆਰਿਓ, ਜਿਸ ਤੋਂ ਉਹਨਾਂ ਨੂੰ ਆਤਮ ਸੁਖ ਮਿਲਿਆ ਉਹ ਰਸਤਾ ਤੁਹਾਨੂੰ ਦੱਸਣਗੇ ਨਾ, ਨਾਮ ਨਾਲ ਮਿਲਿਆ ਤੇ ਨਾਮ ਹੀ ਦੱਸਣਗੇ। ਜੇ ਕੋਈ ਭਾਈ ਦਇਆ ਸਿੰਘ ਸਾਹਿਬ ਜੀ ਨੂੰ ਪੁੱਛਣਾ ਕਰੇ ਸਤਿਗੁਰੂ ਜੀ ਦੀ ਖੁਸ਼ੀ ਕਿਵੇਂ ਮਿਲਦੀ ਏ, ਤੇ ਕਹਿਣਗੇ ਭਾਈ ਸੀਸ ਦੇਣਾ ਪੈਂਦਾ। ਜੇ ਕੋਈ ਭਾਈ ਕਨਈਆ ਜੀ ਨੂੰ ਪੁੱਛੇ ਜੀ ਕਲਗੀਧਰ ਸਾਹਿਬ ਜੀ ਪ੍ਰਸੰਨ ਕਿਵੇਂ ਹੁੰਦੇ ਨੇ, ਉਹਨਾਂ ਕਹਿਣਾ ਸਭਨਾਂ 'ਚ ਕਲਗੀਧਰ ਸਾਹਿਬ ਜੀ ਨੂੰ ਦੇਖਣਾ ਕਰੋ, ਮਹਾਰਾਜ ਪ੍ਰਸੰਨ ਹੋ ਜਾਣਗੇ। ਜਿਨ੍ਹਾਂ ਨੂੰ ਸੇਵਾ ਦੁਆਰਾ ਮਿਲਿਆ ਉਹਨਾਂ ਨੇ ਕਹਿਣਾ ਸੇਵਾ ਦੇ ਨਾਲ ਪ੍ਰਸੰਨਤਾ ਹੁੰਦੀ ਏ। ਜਿਨ੍ਹਾਂ ਨੂੰ ਸਿਮਰਨ ਦੇ ਨਾਲ ਮਿਲਿਆ ਉਹਨਾਂ ਕਹਿਣਾ ਸਿਮਰਨ ਦੁਆਰਾ ਪ੍ਰਾਪਤੀ ਹੁੰਦੀ ਏ। ਜਿਨ੍ਹਾਂ ਨੂੰ ਸੀਸ ਦੇ ਕੇ ਮਿਲਿਆ ਨਾ, ਸਤਿਗੁਰ ਆਗਾ ਸੀਸ ਭੇਟ ਦਿਓ, ਜੇ ਸਤਿਗੁਰ ਸਾਚਾ ਭਾਵ ਹੈ, ਉਹਨਾਂ ਕਹਿਣਾ ਪਿਆਰਿਆ ਜੇ ਗੁਰੂ ਕੀ ਸ਼ਰਨ ਆਇਆ ਖੁਸ਼ੀ ਲੈਣੀ ਏ ਨਾ, ਪਹਿਲਾਂ ਮਰਨਾ ਪ੍ਰਵਾਨ ਕਰ ਲਾ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤਾਂ ਆਓ ਹਮਾਰੇ ਪਾਸ। ਸਤਿਗੁਰੂ ਜੀ ਦਾ ਪੰਥ ਸੰਤ ਸਿਪਾਹੀਆਂ ਦਾ। ਹੁਣ ਜਿਸ ਸੰਤ ਨੂੰ, ਜਿਸ ਮਹਾਤਮਾ ਨੂੰ ਸਿਮਰਨ ਦੁਆਰਾ ਪ੍ਰਾਪਤੀ ਹੋਈ ਨੇ ਤੇ ਸਿਮਰਨ ਹੀ ਕਹਿਣਾ ਹੈ, ਤੂੰ ਚੱਲ ਕੇ ਆਇਆ, ਮੇਰੇ ਗੁਰੂ ਦਾ ਉਪਦੇਸ਼ ਇਹ ਹੈ, ਤੂੰ ਸਿਮਰਨ ਕਰ, ਜਿੱਦਾਂ ਮੈਨੂੰ ਪ੍ਰਾਪਤੀ ਹੋਈ ਤੈਨੂੰ ਵੀ ਹੋ ਜਾਵੇਗੀ। ਹਜ਼ੂਰ ਫਰਮਾਵਣਾ ਕਰਦੇ ਨੇ ਇਸ ਪ੍ਰਕਾਰ ਤਿੰਨਾਂ ਦੀ ਸ਼ਰਨ ਵਿੱਚ ਰਹਿ ਕਰਕੇ ਨਾਮ ਨੂੰ ਜਪਣਾ ਕਰੀਏ, ਮਨ ਮਾਂਜਿਆ ਜਾਂਦਾ ਹੈ। ਤੇ ਜੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ, ਇਹਦਾ ਮਤਲਬ ਅਜੇ ਹਉਮੈ ਨਹੀਂ ਉਤਰੀ। ਤੇ ਜਦੋਂ ਮਨ ਚੋਂ ਹਉਮੈ ਉਤਰੀ ਨਹੀਂ, ਫਿਰ ਜਾ ਕੇ ਕਿਸੇ ਵੀ ਤੀਰਥ ਤੇ ਇਸ਼ਨਾਨ ਕਰ ਲਓ, ਫਿਰ ਮੁਕਤੀ ਨਹੀਂ ਜੇ ਮਿਲਣੀ। ਤੀਰਥ ਇਸ਼ਨਾਨ ਦਾ ਆਪੋ ਆਪਣੀ ਜਗ੍ਹਾ ਤੇ ਕੁਝ ਮਹੱਤਵ ਹੈ, ਪਰ ਨਾਮ ਦੇ ਸਦਰਸ਼ ਨਹੀਂ। ਜਿੰਨੇ ਵੀ ਜਾਪ ਕਹੇ ਜਾਂਦੇ ਨੇ, ਤਾਪ ਕਹੇ ਜਾਂਦੇ ਨੇ, ਤਪ ਕਹੇ ਜਾਂਦੇ ਨੇ, ਨਾਮ ਦੇ ਸਦਰਸ਼ ਤੇ ਕੁਝ ਵੀ ਨਹੀਂ। ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ, ਨਾਮ ਦਾ ਦਰਜਾ ਸਭ ਤੋਂ ਉੱਚਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਜਿੱਥੇ ਤੀਰਥ ਦਾ ਮਹੱਤਵ ਹੈ, ਮਹਾਤਮ ਮਿਲਦਾ ਕਿਵੇਂ ਹੈ? ਨਿਮਰਤਾ ਨੂੰ ਧਾਰਨ ਕਰਕੇ, ਹਿਰਦੇ ਵਿੱਚ ਪ੍ਰੇਮ ਲੈ ਕਰਕੇ, ਪਹਿਲਿਆਂ ਗੁਨਾਹਾਂ ਦੀ ਮੁਆਫੀ ਮੰਗ ਕੇ, ਅੱਗੇ ਵਾਸਤੇ ਗੁਨਾਹ ਨਾ ਕਰਨੇ ਦਾ ਪ੍ਰਣ ਕਰੀਏ। ਮਹਾਰਾਜ ਪਹਿਲੇ ਬਖਸ਼ ਲਓ, ਅੱਗੇ ਨਹੀਂ ਕਰਾਂਗੇ, ਅੱਗੇ ਤੋਂ ਤੁਹਾਡੇ ਮਾਰਗ ਤੇ ਚੱਲਾਂਗੇ। ਫਿਰ ਤਾਂ ਬੇਅੰਤ ਮਹਾਤਮ ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਨੇ। ਪਰ ਜੇ ਹਿਰਦਾ ਐਸਾ ਹੈ, ਜਿਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਨੇ ਤੂੰਬੜੀ ਦਿੱਤੀ ਸੀ ਨਾ, ਜਿੱਥੇ ਜਿੱਥੇ ਇਸ਼ਨਾਨ ਕਰੋਗੇ, ਗੰਗਾ ਜਮਨਾ ਸਾਡੀ ਆ ਤੂੰਬੜੀ ਨੂੰ ਵੀ ਇਸ਼ਨਾਨ ਕਰਾਈ ਜਾਇਓ। ਬਾਹਰ ਤੋਂ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਮਨ ਖੋਟੇ ਨੇ, ਤਨ ਕਰਕੇ ਚੋਰ ਹੈ। ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਏ ਸਹੋਰ। ਇੱਕ ਤੇ ਪਾਪਾਂ ਦੀ ਪਿਰਤ ਲੱਥ ਗਈ, ਪਰਤ ਲੱਥ ਗਈ, ਦੋ ਹੋਰ ਚੜ ਗਈਆਂ। ਮੈਂ ਤੀਰਥ ਇਸ਼ਨਾਨੀ ਹਾਂ, ਮੈਂ ਤੀਰਥ ਯਾਤਰੀ ਹਾਂ। ਤੇ ਦੂਜਿਆਂ ਨੂੰ ਜਾ ਕੇ ਮਿਹਣਾ ਮਾਰਨਾ, ਤੁਸੀਂ ਵੀ ਜਾਇਆ ਕਰੋ ਕਦੀ, ਤੁਹਾਡੇ ਨਹੀਂ ਕੰਮ ਮੁੱਕਣੇ। ਮਤਲਬ ਕਿ ਆਪਣਾ ਹੰਕਾਰ ਪ੍ਰਗਟ ਕਰ ਰਿਹਾ ਕਿ ਮੈਂ ਕਰ ਆਇਆ। ਹੰਕਾਰ ਦੀਆਂ ਦੋ ਪਰਤਾਂ ਹੋਰ ਚੜ ਲਈਆਂ ਤੇ ਮਹਾਰਾਜ ਕਹਿੰਦੇ ਫਿਰ ਪ੍ਰਵਾਨ ਨਹੀਂ। ਪਿਆਰਿਓ, ਪਹਿਲਾਂ ਸਿਮਰਨ ਕਰੋ। ਸਿਮਰਨ ਕਰਦਿਆਂ ਕਰਦਿਆਂ ਹਿਰਦਾ ਨਿਰਮਲ ਹੋਵੇਗਾ, ਫਿਰ ਸਾਧਨ ਵੀ ਸੰਪੰਨ ਹੋ ਜਾਂਦੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੀਰਥਾਂ ਦੇ ਨਾਲੋਂ ਨਾਮ ਦਾ ਮਹਾਤਮ ਜ਼ਿਆਦਾ ਜਣਾਉਂਦੇ ਹਨ। ਫਿਰ ਪੜੋ ਜੀ।
ਅਨਿਕ ਜਲਾ ਜੇ ਧੂਵੈ ਦੇਹੀ। ਜੇ ਸਿਮਰਨ ਨਹੀਂ ਕਰਦਾ, ਅਭਿਆਸ ਨਹੀਂ ਕਰਦਾ, ਬੰਦਗੀ ਨਹੀਂ ਕਰਦਾ ਭਾਈ, ਹਿਰਦੇ ਦੇ ਅੰਦਰ ਅਜ ਅਹੰ ਬੁੱਧ ਹੈ, ਹਉਮੈ ਵਾਲੀ ਬੁੱਧੀ ਨੂੰ ਧਾਰਨ ਕੀਤਾ ਹੈ, ਅਨੇਕ ਤੀਰਥਾਂ ਤੇ ਜਾ ਕਰਕੇ ਵੱਖ-ਵੱਖ ਥਾਵਾਂ ਤੋਂ ਜਲ ਦੇ ਨਾਲ ਜੇ ਦੇਹੀ ਧੋਂਦਾ ਹੈ, ਦਰਿਆਵਾਂ ਦੇ ਵਿੱਚੋਂ ਨਾਤ ਫਿਰਿਓਲੀਏ ਸਾਤ ਸਮੁੰਦਰਨ, ਭਾਵੇਂ 7 ਸਮੁੰਦਰਾਂ 'ਚ ਵੀ ਨਹਾਉਂਦਾ, ਫਿਰ ਲੋਕ ਗਇਓ ਪਰ ਲੋਕ ਗਵਾਇਓ, ਲੋਕ ਵੀ ਤੇਰਾ ਵਿਅਰਥ ਤੇ ਪਰਲੋਕ ਵੀ ਗਵਾ ਲੈਣਾ ਕਰੇਗਾ। ਇਸ ਪ੍ਰਕਾਰ ਨਾਮ ਤੋਂ ਹੀਣੇ ਹਉਮੈ ਵਾਲਿਆਂ ਦੇ ਐਸੇ ਕਰਤੱਵ ਹੁੰਦੇ ਨੇ। ਜੇਕਰ ਅਨੇਕ ਤੀਰਥਾਂ ਤੇ 7 ਸਮੁੰਦਰਾਂ ਤੇ ਜਾ ਕਰਕੇ ਦੇਹੀ ਨੂੰ ਧੋਣਾ ਕਰੇ ਤਾਂ ਵੀ ਉਸ ਦਾ ਜਿਹੜਾ ਕਾਰਜ ਹੈ ਉਹ ਸਿੱਧ ਨਹੀਂ, ਰਾਸ ਨਹੀਂ ਹੁੰਦਾ ਹੈ ਜੀ। ਮੈਲ ਨਾ ਉਤਰੈ ਸੁਧ ਨਾ ਤੇਹੀ। ਸੋ ਮਹਾਰਾਜ ਫਿਰ ਤੀਰਥ ਇਸ਼ਨਾਨ ਦਾ ਤਿੰਨਾਂ ਨੂੰ ਫਲ ਕੀ ਮਿਲਿਆ? ਤੇ ਹਜ਼ੂਰ ਫਰਮਾਉਂਦੇ ਨੇ ਹਉਮੈ ਦੀ, ਹੰਗਤਾ ਮਮਤਾ ਦੀ ਮੈਲ ਨਹੀਂ ਉਤਰੀ ਹੈ। ਇਸ ਕਰਕੇ ਸੁਧ ਨਾ ਤੇਹੀ, ਜਿੰਨਾ ਸ਼ੁੱਧ ਹੋਣਾ ਸੀ ਤੇਹੀ ਤਿੰਨਾ ਮਹਾਤਮਾ ਦੀ ਸੰਗਤ ਕਰਕੇ ਫਿਰ ਓਨਾ ਸ਼ੁੱਧ ਨਹੀਂ ਹੁੰਦਾ ਹੈ। ਸੁਧ ਨਾ ਤੇਹੀ, ਜਦੋਂ ਤੱਕ ਤੇਹੀ ਤਿਸ ਪਰਮੇਸ਼ਰ ਜੀ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਹੈ ਨਾ, ਉਦੋਂ ਤੱਕ ਮਨ ਦੀ ਸ਼ੁੱਧਤਾ ਨਹੀਂ ਪ੍ਰਾਪਤ ਕਰਦਾ ਹੈ, ਹਿਰਦੇ ਦੀ ਸ਼ੁੱਧਤਾ ਹੰਕਾਰੀ ਪ੍ਰਾਪਤ ਨਹੀਂ ਕਰਦਾ ਹੈ ਨਾਮ ਤੋਂ, ਤੇ ਸਤ ਸੰਗਤ ਤੋਂ ਹੀਣਾ ਹੈ ਜੋ। ਸਤਿਗੁਰ ਭੇਟਿਓ ਸਦਾ ਕਿਰਪਾਲ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਿਰ ਸੌਖਾ ਯਤਨ ਕੀ ਹੈ? ਤੇ ਹਜ਼ੂਰ ਫਰਮਾਵਣਾ ਕਰਦੇ ਨੇ ਸਦਾ ਕਿਰਪਾਲ। ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਦਾ ਸਦਾ ਤੋਂ ਜੀਵਾਂ ਦੇ ਉੱਪਰ ਕਿਰਪਾਲੂ ਨੇ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਮਿਹਰ ਕਰਕੇ ਜਦੋਂ ਜੀਵ ਤੇ ਤਰਸ ਕਰਦੇ ਨੇ ਨਾ, ਵਿਚਾਰਾ ਬਹੁਤ ਜੂਨਾਂ ਵਿੱਚ ਭਟਕਦਾ ਰਿਹਾ, ਬੜੇ ਦੁੱਖ ਝੱਲੇ ਨੇ, ਚਲੋ ਇਸ ਦਾ ਵੀ ਪਾਰ ਉਤਾਰਾ ਕਰ ਦਈਏ। ਜਿਵੇਂ ਸਾਧੂ ਨੂੰ ਸਾਧ ਸੰਗਤ ਜੀ ਵੇਸਵਾ ਤੇ ਦਇਆ ਆ ਗਈ ਸੀ ਨਾ, ਵਿਚਾਰੀ ਪਾਪ ਕਰਮਾਂ ਦੇ ਵਿੱਚ ਸੜਦੀ ਰਹਿੰਦੀ ਹੈ, ਚਲ ਇਹਦਾ ਭਲਾ ਹੀ ਕਰ ਦਈਏ। ਤੇ ਮਹਾਪੁਰਖ ਅਚਾਨਚੱਕ ਗਨਕਾ ਵਾੜੇ ਆਏ ਖਲੋਤਾ, ਫਿਰ ਕਿਰਪਾ ਕੀਤੀ, ਦੁਰਮਤ ਦੇਖ ਦਇਆਲ ਹੋਏ। ਉਹਦੀ ਕੋਈ ਸੇਵਾ ਭਗਤੀ ਨਹੀਂ ਸੀ, ਉਹਦੇ ਖੋਟੇ ਕਰਮ ਦੇਖ ਕੇ ਦਇਆਲਤਾ ਆ ਗਈ, ਤਰਸ ਆ ਗਿਆ। ਖੋਟੇ ਕਰਮਾਂ ਦੇ ਨਾਲ ਇੱਥੇ ਦੁੱਖ ਭੋਗਦੀ, ਅੱਗੇ ਨਰਕਾਂ ਦੇ ਦੁੱਖ ਭੋਗੇਗੀ, ਇਹਦਾ ਪਾਰ ਉਤਾਰਾ ਹੀ ਕਰ ਦਈਏ। ਬਿਰਥਾ ਨਾ ਸਾਧ ਮਿਲਾਪ, ਸਾਧੂ ਦਾ ਮਿਲਾਪ ਬਿਰਥਾ ਥੋੜਾ ਨਾ ਜਾਂਦਾ, ਫਲ ਹੁੰਦਾ। ਤੇ ਫਿਰ ਸਾਧੂ ਨੇ ਕੀ ਕਰਨਾ ਕੀਤਾ? ਹੱਥੋਂ ਤੋਤਾ ਦੇ ਦਿੱਤਾ, ਰਾਮ ਰਾਮ ਇਸ ਨੂੰ ਜਪਾਉਂਦੀ ਰਹਿ। ਹੱਥੋਂ ਉਸਨੂੰ ਦੇ ਤੋਤਾ ਤੇ ਬਖਸ਼ਿਸ਼ ਕੀ ਹੋਈ? ਲਿਵ ਲੱਗ ਗਈ ਤਿਸ ਤੋਤਿਆਂ ਹੋ। ਤੋਤੇ ਨੂੰ ਜਪਾਉਂਦਿਆਂ ਜਪਾਉਂਦਿਆਂ ਲਿਵ ਲੱਗ ਗਈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਣਾ ਕਰਦੇ ਨੇ, ਜਦੋਂ ਅੰਤ ਸਮਾਂ ਆਇਆ ਨਾ, ਗਈ ਬੈਕੁੰਠ ਬਿਬਾਨ ਚੜ ਨਰਕਾ ਵਿੱਚ ਨਾ ਖਾਧੋ ਸੁਗੋਤਾ। ਫਿਰ ਨਰਕਾਂ 'ਚ ਗੋਤੇ ਨਹੀਂ ਖਾਧੇ, ਫਿਰ ਬਿਬਾਨ ਤੇ ਪਾਲਕੀ ਤੇ ਚੜ ਕਰਕੇ ਤੇ ਬੈਕੁੰਠ ਧਾਮ ਵਿੱਚ ਗਈ ਹੈ। ਐਸਾ ਨਾਮ ਦਾ ਪ੍ਰਤਾਪ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਇਸ ਪ੍ਰਕਾਰ ਜਦੋਂ ਸਦਾ ਸਦਾ ਦਇਆਲਤਾ ਕਰਨ ਵਾਲੇ ਪੂਰੇ ਸਤਿਗੁਰੂ ਜੀ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਇਸੇ ਪ੍ਰਕਾਰ ਆਤਮਾ ਗ੍ਰੰਥ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਕਿਰਪਾਲੂ ਹੁੰਦੇ ਨੇ ਨਾ, ਜਿਹੜੇ ਸਦਾ ਸਦਾ ਦਇਆਲਤਾ ਕਰਨ ਵਾਲੇ ਨੇ, ਫਿਰ ਭੇਟਤ ਪੂਰੇ ਗੁਰੂ ਦੇ ਸਰੂਪ ਵਿੱਚ ਮਿਲਦੇ ਨੇ। ਨਹੀਂ ਤਾਂ ਬਹੁਤ ਜਗਿਆਸੂ ਐਸੇ ਨੇ, ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਕੇ ਦਰਸ਼ਨਾਂ ਦੇ ਲਾਹੇ ਤਾਂ ਪ੍ਰਾਪਤ ਕਰਦੇ ਨੇ, ਅੰਮ੍ਰਿਤ ਗੁਰਬਾਣੀ ਨੂੰ ਸ਼ਰਵਣ ਕਰਕੇ ਸ਼ਰਵਣ ਦੇ, ਗੁਰਬਾਣੀ ਪੜ੍ਹਨੇ ਦੇ, ਗਾਇਨ ਕਰਨੇ ਦੇ ਲਾਹੇ ਤਾਂ ਪ੍ਰਾਪਤ ਕਰਦੇ ਨੇ। ਪਰ ਜਿਹੜਾ ਸਤਿਗੁਰੂ ਜੀ ਨੂੰ ਗੁਰੂ ਧਾਰਨ ਕਰਕੇ ਸਤਿਗੁਰੂ ਜੀ ਦੇ ਸਿੱਖ ਬਣ ਕੇ ਮੁਕਤੀ ਰੂਪੀ ਲਾਹਾ ਪ੍ਰਾਪਤ ਕਰਨਾ ਸੀ, ਉਸ ਤੋਂ ਵਾਂਝੇ ਰਹਿ ਜਾਂਦੇ ਨੇ। ਪਰ ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਸਦਾ ਦਇਆਲਤਾ ਵਾਲੇ ਸੁਭਾਅ ਦੇ ਨਾਲ ਦਇਆਲੂ ਹੋ ਜਾਂਦੇ ਨੇ, ਉਹਨਾਂ ਦਾ ਮਿਲਣਾ ਸਫਲਾ ਹੋ ਜਾਂਦਾ। ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਹੀ ਬਣਾ ਲੈਂਦੇ ਨੇ। ਤੇ ਫਿਰ ਐਸਾ ਪਿਆਰ ਕਰਦੇ ਨੇ, ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਜਿਵੇਂ ਭਰਾਵਾਂ ਦੇ ਨਾਲ, ਪੁੱਤਰਾਂ ਦੇ ਨਾਲ, ਮਿੱਤਰਾਂ ਦੇ ਨਾਲ ਪਿਆਰ ਕਰੀਦਾ ਨਾ, ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਨਾਲ ਪਿਆਰ ਕਰਦੇ ਨੇ। ਸੋ ਸਦਾ ਸਦਾ ਜੋ ਦਇਆਲੂ ਹਨ ਸਤਿਗੁਰੂ ਜੀ, ਜਦੋਂ ਦਇਆਲਤਾ ਦੇ ਸਹਿਤ ਜੀਵ ਨੂੰ ਮਿਲਦੇ ਹਨ, ਹਰ ਸਿਮਰ ਸਿਮਰ ਕਾਟਿਆ ਭਉ ਕਾਲ। ਫਿਰ ਸਤਿਗੁਰੂ ਜੀ ਕਿਰਪਾਲਤਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਤੇ ਸਤਿਗੁਰੂ ਜੀ ਦੇ ਪਾਸੋਂ ਮੂਲ ਮੰਤਰ, ਗੁਰ ਮੰਤਰ, ਨਿਤਨੇਮ ਅਥਵਾ ਸਮਗਰ ਬਾਣੀ ਜਦੋਂ ਗੁਰਸਿੱਖ ਪ੍ਰਾਪਤ ਕਰਦਾ ਹੈ ਨਾ, ਫਿਰ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰ, ਜ਼ੁਬਾਨ ਦੇ ਨਾਲ ਵੀ ਸਿਮਰਦਾ ਹੈ, ਸਿਮਰ ਹਿਰਦੇ ਕਰਕੇ ਵੀ ਸਿਮਰਦਾ ਹੈ, ਸਿਮਰ ਸਿਮਰ ਤਨ ਕਰਕੇ ਵੀ ਸਿਮਰਦਾ ਹੈ, ਮਨ ਕਰਕੇ ਵੀ ਸਿਮਰਦਾ ਹੈ। ਤੇ ਫਿਰ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ, ਇਸ ਦਾ ਭਾਉ 5 ਪ੍ਰਕਾਰ ਦਾ ਜਿਹੜਾ ਭਾਉ ਹੈ ਵੱਡਾ ਭਾਰੀ, ਉਹ ਵੀ ਕੱਟ ਦਿੰਦੇ ਨੇ। ਤੇ ਜਿਹੜਾ ਜਮ ਕਾਲ ਦਾ, ਜਮ ਦਾ ਜਾਲ ਹੈ ਨਾ, ਜੰਮਣ ਮਰਨ ਦਾ, ਨਰਕਾਂ ਰੂਪੀ ਬੰਧਨਾਂ ਦਾ,
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਸ ਜੰਮਾਂ ਦੇ ਜਾਲ ਨੂੰ ਵੀ ਕੱਟ ਦਿੰਦੇ ਨੇ। ਇਸ ਪ੍ਰਕਾਰ ਜੰਮ ਜਿੱਥੇ ਜੰਮਾਂ ਤੋਂ ਰਖਵਾਲੀ ਕਰਦੇ ਨੇ, ਉਥੇ ਜਾਲ ਦੁੱਖਾਂ ਦੇ ਜਾਲ ਨੂੰ ਵੀ ਕੱਟ ਦਿੰਦੇ ਨੇ। ਜੜ ਮਾਇਆ ਦਾ ਤੇ ਚੇਤਨ ਮਾਇਆ ਦਾ ਜਿਹੜਾ ਸੁਤੇ ਹੀ ਜੀਵ ਦੇ ਹਿਰਦੇ ਦੇ ਉੱਪਰ ਜਾਲ ਪਿਆ ਨਾ, ਮਾਇਆ ਦਾ ਪਰਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਮਾਇਆ ਦੇ ਪਰਦੇ ਰੂਪੀ ਜਾਲ ਨੂੰ ਵੀ ਕੱਟ ਦਿੰਦੇ ਨੇ। ਇਸੇ ਪ੍ਰਕਾਰ ਗਰਭ ਜੂਨੀਆਂ ਦਾ ਜਾਲ ਜਿਸ ਦੇ ਵਿੱਚ ਜੀਵ ਫਸਦਾ ਹੈ ਤੇ ਕਦੇ ਨਿਕਲਦਾ ਹੀ ਨਹੀਂ। ਕੋਈ ਅੱਜ ਦਾ ਥੋੜਾ ਸਾਧ ਸੰਗਤ ਜੀ ਪਏ ਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਹਜ਼ੂਰ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਜਦੋਂ ਤੋਂ ਸ੍ਰਿਸ਼ਟੀ ਮੁੱਢ ਤੋਂ ਰਚੀ ਹੈ, ਜੋਤ ਰਾਖੀ ਉਦੋਂ ਤੋਂ ਤੇਰੇ ਹਿਰਦੇ ਵਿੱਚ ਜੋਤ ਰੱਖੀਏ। ਤਾ ਤੂੰ ਜਗ ਮਹਿ ਆਇਆ, ਤਾਂ ਤੇ ਤਦੋਂ ਦਾ ਹੀ ਤੂੰ ਜਗਤ ਦੇ ਵਿੱਚ ਆਇਆ ਹੈ। ਪਤਾ ਨਹੀਂ ਕਿੰਨੀ ਵਾਰ 84 ਦੇ ਗੇੜੇ ਕੱਟੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ। ਕਿੰਨੀ ਵਾਰ ਰੁੱਖ ਬਣੇ, ਕਿੰਨੀ ਵਾਰ ਬਿਰਖ ਬਣੇ, ਕਿੰਨੀ ਵਾਰ ਪੱਥਰ ਬਣੇ, ਕਿੰਨੀ ਵਾਰ ਪਹਾੜ ਬਣੇ। ਸਤਿਗੁਰੂ ਜੀ ਗੁਰਬਾਣੀ 'ਚ ਬਚਨ ਕਰਦੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਕਿਰਪਾ ਕਰਦੇ ਨੇ ਨਾ, ਸਦਾ ਸਦਾ ਜੀਵਾਂ ਤੇ ਦਇਆਲਤਾ ਕਰਨੇ ਵਾਲੇ, ਜਿੱਥੇ ਜਮਾਂ ਦਾ ਡਰ ਕੱਟ ਦਿੰਦੇ ਨੇ, 5 ਪ੍ਰਕਾਰ ਦੇ ਭਉ ਅਗਿਆਨਤਾ ਦਾ, ਅਵਿਦਿਆ ਦਾ ਹਨੇਰਾ ਕੱਟ ਦਿੰਦੇ ਨੇ, ਜੰਮਣ ਮਰਨ ਦਾ ਤੇ ਕਰਮਾਂ ਦਾ ਜਾਲ ਹੀ ਕੱਟ ਦਿੰਦੇ ਨੇ। ਜਦੋਂ ਤੱਕ ਜੀਵ ਦਾ ਕਰਮ ਜਾਲ ਨਹੀਂ ਕੱਟਿਆ ਜਾਂਦਾ, ਕਰਮ ਹੀ ਤੇ ਮੁੜ ਮੁੜ ਕੇ ਫਿਰ ਜਨਮਾਂ 'ਚ ਲੈ ਕੇ ਆਉਂਦੇ ਨੇ। ਕਰਮਾਂ ਅਨੁਸਾਰ ਮਨ ਵਿੱਚ ਵਾਸ਼ਨਾਵਾਂ ਪੈਦਾ ਹੁੰਦੀਆਂ ਨੇ। ਵਾਸ਼ਨਾਵਾਂ ਦਾ ਵੱਧਾ ਹੋਇਆ ਜੀਵ ਮੁੜ ਮੁੜ ਕੇ ਜਨਮ ਲੈਂਦਾ ਹੈ। ਜੁਗ ਜੁਗ ਮੇਰ ਸਰੀਰ ਕਾ ਵਾਸਨਾ ਵੱਧਾ ਆਵੈ ਜਾਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਵਾਸ਼ਨਾਵਾਂ ਦਾ ਜਾਲ ਵੀ ਕੱਟ ਦਿੰਦੇ ਨੇ। ਇਸੇ ਪ੍ਰਕਾਰ ਆਸਾ ਮਨਸਾ ਤ੍ਰਿਸ਼ਨਾ ਦਾ ਜਾਲ ਕੱਟ ਦਿੰਦੇ ਨੇ। ਗਰਭ ਜੂਨੀਆਂ ਦਾ ਜਾਲ ਕੱਟ ਦਿੰਦੇ ਨੇ। ਜੜ ਮਾਇਆ ਚੇਤਨ ਮਾਇਆ ਦਾ ਜਾਲ ਤੇ ਵਿਕਾਰਾਂ ਦਾ ਜਾਲ ਕੱਟ ਦਿੰਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੰਮਾਂ ਦਾ ਜਾਲ ਵੀ 84 ਲੱਖ ਦੇ ਗੇੜੇ ਹੀ ਕੱਟ ਦਿੰਦੇ ਹਨ। ਐਸੀ ਨਦਰ ਆਪਣੇ ਗੁਰਸਿੱਖ ਤੇ ਸਾਹਿਬ ਜੀ ਕਰਨਾ ਕਰਦੇ ਹਨ। ਇਹ ਦਾਤ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦੀ ਹੈ। ਮੁਕਤ ਭੁਗਤ ਜੁਗਤ ਹਰ ਨਾਉ। ਸੱਚੇ ਪਾਤਸ਼ਾਹ ਜੀ ਜਿੱਥੇ ਸਾਨੂੰ ਸਤਿਗੁਰੂ ਜੀ ਤੋਂ ਮੁਕਤੀ ਚਾਹੀਦੀ ਏ, ਉੱਥੇ ਭੁਗਤ ਪਦਾਰਥ ਵੀ ਤੇ ਚਾਹੀਦੇ ਨੇ ਨਾ। ਮਰਿਆਂ ਨੂੰ ਮੁਕਤੀ ਤਾਂ ਠੀਕ ਮਿਲ ਜਾਏਗੀ, ਪਰ ਜੇ ਜਿਉਂਦੇ ਹੀ ਭੁੱਖੇ ਮਰਦੇ ਰਹੇ ਤੇ ਤਾਂ ਵੀ ਗੱਲ ਨਹੀਂ ਬਣਨੀ। ਮਹਾਰਾਜ ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ। ਬਾਬਾ ਕਬੀਰ ਸਾਹਿਬ ਜੀ ਨੇ ਵਚਨ ਕਰ ਦਿੱਤਾ, ਭੁੱਖੇ ਭਗਤ ਨਾ ਕੀਜੈ। ਤੇ ਮਹਾਰਾਜ ਜੀ ਕਹਿੰਦੇ ਜੇ ਭਗਤੀ ਨਹੀਂ ਕਰਨੀ ਤਾਂ ਮਾਲਾ ਕਦ ਲਈ ਫੜੀ ਫਿਰਦਾ? ਉੱਪਰ ਨੂੰ ਸੁੱਟ ਦਿੱਤੀ। ਕਹਿੰਦਾ ਯਹ ਮਾਲਾ ਆਪਣੀ ਲੀਜੈ। ਜੇ ਭੁੱਖੇ ਹੀ ਰੱਖਣਾ ਤੇ ਫਿਰ ਚੱਕੋ ਆਪਣੀ ਮਾਲਾ। ਜਪੀਐ ਨਾਮ ਅੰਨ ਕੈ ਸਾਧ। ਜਦੋਂ ਸਵਾਦਲੇ ਭੋਜਨ ਮਿਲਦੇ ਨੇ ਨਾ, ਤੇ ਸ਼ੁਕਰਾਨੇ ਦੇ ਨਾਲ ਸੁਭਾਵਿਕ ਹੀ ਮੁਖ ਚੋਂ ਵਾਹਿਗੁਰੂ ਨਿਕਲ ਆਉਂਦਾ, ਪ੍ਰਮਾਤਮਾ ਜੀ ਧੰਨਵਾਦ ਸਵਾਦਲੇ ਭੋਜਨ ਦਿੱਤੇ ਜੇ। ਸੁਭਾਵਿਕ ਹੀ ਗੁਰਮੁਖਾਂ ਦੀ ਬਿਰਤੀ ਹੁੰਦੀ ਹੈ, ਮਨਮੁਖਾਂ ਦੀ ਬਾਤ ਨਹੀਂ। ਜੇ ਭੋਜਨ ਛਕਣ ਲਈ ਮਿਲੇ, ਭੋਜਨ ਛਕਣ ਤੋਂ ਪਹਿਲਾਂ ਵੀ ਅਰਦਾਸ ਚੂਲਾ ਪੜ੍ਹਦੇ ਨੇ, ਛਕ ਕਰਕੇ ਵੀ ਫਿਰ ਧੰਨਵਾਦ ਕਰਨਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾਲਤਾ ਕਰਕੇ ਸਾਨੂੰ ਅਲਪਗ ਅਗਿਆਨੀਆਂ ਨੂੰ ਐਸੇ ਸਵਾਦਲੇ ਭੋਜਨ ਬਖਸ਼ੇ। ਰੋਮ ਰੋਮ ਕਰਕੇ ਸ਼ੁਕਰਾਨਾ। ਜਪੀਐ ਨਾਮ ਅੰਨ ਕੈ ਸਵਾਦ। ਸੱਚੇ ਪਾਤਸ਼ਾਹ ਜੀ ਸਾਨੂੰ ਜਿੱਥੇ ਮੁਕਤੀ ਚਾਹੀਦੀ ਏ, ਉਥੇ ਭੁਗਤ ਪਦਾਰਥ ਵੀ ਚਾਹੀਦੇ ਨੇ। ਮਹਾਰਾਜ ਜਿਉਂਦਿਆਂ ਜੀ ਪਦਾਰਥ ਵੀ ਤੇ ਪ੍ਰਾਪਤ ਹੋਣੇ ਚਾਹੀਦੇ ਨਾ, ਲੋੜਾਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਰਹਿਣ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਿੱਖੋ ਵਾਹਿਗੁਰੂ ਜੀ ਦਾ ਨਾਮ ਹੀ ਭੁਗਤੀ ਦੀ ਜੁਗਤੀ ਹੈ। ਕਹਿਣ ਤੋਂ ਭਾਵ ਜਦੋਂ ਵਾਹਿਗੁਰੂ ਜੀ ਦਾ ਨਾਮ ਜਪਦੇ ਰਹੋਗੇ ਤੇ ਵਾਹਿਗੁਰੂ ਜੀ ਨੇ ਕਿਰਤ ਕਮਾਈ ਵਿੱਚ ਬਰਕਤ ਐਸੀ ਪਾ ਦੇਣੀ ਏ ਕਿ ਭੁਗਤ ਜਿਤਨੇ ਵੀ ਪਦਾਰਥ ਚਾਹੋਗੇ ਸਾਰੇ ਹੀ ਮਿਲ ਜਾਣੇ ਨੇ। ਜਿਤਨੇ ਪਦਾਰਥ ਸਤਿਗੁਰੂ ਜੀ ਤੋਂ ਇੱਛਾ ਰੱਖੋਗੇ ਸਾਰੇ ਮਿਲ ਜਾਣੇ। ਇਹ ਨਾਮ ਦੇ ਵਿੱਚ ਭੁਗਤੀ ਦੀ ਜੁਗਤੀ ਹੈ। ਇਸੇ ਪ੍ਰਕਾਰ ਮੁਕਤੀ ਦੀ ਜੁਗਤੀ ਵੀ ਇਹੀ ਹੋਈ ਹੈ। ਵਾਹਿਗੁਰੂ ਜੀ ਦਾ ਨਾਮ ਜਪਣਾ, ਉਸ ਤੋਂ ਹੀ ਭੁਗਤ ਪਦਾਰਥ ਤੇ ਉਸ ਤੋਂ ਹੀ ਮੁਕਤੀ ਪਦਾਰਥ ਪ੍ਰਾਪਤ ਹੋ ਜਾਣੀ ਹੈ। ਇਸੇ ਪ੍ਰਕਾਰ ਮੁਕਤ ਭੁਗਤ ਜੁਗਤ ਹਰ ਨਾਉ। ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੀ ਆਤਮ ਰਸ ਬਣ ਕੇ ਆਤਮਾ ਦੀ ਖੁਰਾਕ ਭੋਜਨ ਬਣ ਜਾਂਦਾ ਹੈ। ਇੱਕ ਤੇ ਸਰੀਰ ਦੇ ਭੁਗਤ ਪਦਾਰਥ ਨੇ ਨਾ, ਜੋ ਛਕਣੇ ਹੰਡਾਉਣੇ ਇਤਿਆਦਿਕ ਨੇ। ਇੱਕ ਪਦਾਰਥ, ਇੱਕ ਭੋਜਨ ਹੈ ਮਨ ਦਾ ਭੋਜਨ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਨਾ, ਹਰ ਨਾਮ ਹਮਾਰਾ ਭੋਜਨ 36 ਹੀ ਪ੍ਰਕਾਰ। ਵਾਹਿਗੁਰੂ ਜੀ ਦਾ ਨਾਮ ਸਾਡੇ ਵਾਸਤੇ 36 ਪ੍ਰਕਾਰ ਦੇ ਭੋਜਨ ਨੇ। ਜਿਤ ਖਾਇਆ ਹਮ ਕਉ ਤ੍ਰਿਪਤ ਭਈ। ਜਿਸ ਨਾਮ ਰੂਪੀ ਭੋਜਨ ਨੂੰ ਛਕ ਕਰਕੇ ਸਾਡੀ ਆਤਮਾ ਹੀ ਤ੍ਰਿਪਤ ਹੋ ਗਈ ਏ, ਮਨ ਤਨ ਦੇ ਪਦਾਰਥਾਂ ਵੱਲੋਂ ਰੱਜ ਗਏ ਆ। ਗੁਰਸਿੱਖੋ ਤੁਸੀਂ ਤਾਂ ਦੁਨਿਆਵੀ ਭੋਜਨ ਦੀ ਗੱਲ ਕਰਦੇ ਹੋ, ਜਿਹੜਾ 6 ਘੰਟਿਆਂ ਬਾਅਦ ਹੀ ਪਚ ਜਾਂਦਾ, ਹਜਮ ਹੋ ਜਾਂਦਾ ਤੇ ਢਿੱਡ ਫੇਰ ਖਾਲੀ ਦਾ ਖਾਲੀ। ਬਾਬਾ ਫਰੀਦ ਸਾਹਿਬ ਜੀ ਵਚਨ ਕਰਦੇ ਨੇ ਨਾ ਕਿ ਇਹ ਭੁੱਖ ਐਸੀ ਏ, ਰਾਤ ਨੂੰ ਖਾ ਕੇ ਸੌਂਦਾ, ਸਵੇਰ ਨੂੰ ਫਿਰ ਸਰਾਣੇ ਖੜੀ ਹੁੰਦੀ ਏ, ਇਹ ਨਹੀਂ ਖਹਿੜਾ ਛੱਡਦੀ। ਇਸੇ ਪ੍ਰਕਾਰ ਸੋ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਵੀ
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਨੰਨ ਗੁਰਸਿੱਖ ਭਾਈ ਮਹਿਤਾਬ ਸਿੰਘ ਜੀ, ਤਿੰਨਾਂ ਦੇ ਪੁੱਤਰ ਰਾਓ ਸਿੰਘ, ਤਿੰਨਾਂ ਦੇ ਪੁੱਤਰ ਭਾਈ ਰਤਨ ਸਿੰਘ ਜੀ ਲਿਖਣਾ ਕਰਦੇ ਨੇ, ਅੱਧੀ ਮੌਤ ਮੁਸਾਫਰੀ, ਸਾਰੀ ਮੌਤ ਸੋ ਭੁੱਖ। ਜਿਹੜੀ ਭੁੱਖ ਹੈ ਇਸ ਨੂੰ ਪੂਰੀ ਮੌਤ ਗਿਣਿਆ, ਕਿਉਂਕਿ ਭੁੱਖ ਦੇ ਨਾਲ ਸੱਚਮੁੱਚ ਵੀ ਪ੍ਰਤੱਖ ਬੰਦਾ ਮਰ ਜਾਂਦਾ ਹੈ ਤਾਂ ਸਰੀਰ ਕੁਝ ਘੰਟਿਆਂ 'ਚ ਹੀ ਇਵੇਂ ਹੋ ਜਾਂਦਾ ਜਿਵੇਂ ਜਾਨ ਪ੍ਰਾਣ ਹੀ ਨਹੀਂ, ਜਾਨ ਹੀ ਨਿਕਲ ਜਾਂਦੀ। ਮਾਨੋ ਜੇ ਢਿੱਡ ਵਿੱਚ ਰੋਟੀਆਂ ਨਹੀਂ ਗਈਆਂ, ਪ੍ਰਸ਼ਾਦੇ ਨਹੀਂ ਛਕੇ, ਤੇ ਭੋਜਨ ਨਹੀਂ ਛਕਿਆ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿੱਥੇ ਦੁਨੀਆ ਦੇ ਪਦਾਰਥਾਂ ਰੂਪੀ ਭੋਜਨ ਇਤਿਆਦਿਕ ਮਿਲਦੇ ਨੇ ਨਾ, ਜਿਹੜਾ ਨਾਮ ਹੈ ਆਤਮਾ ਵਾਸਤੇ 36 ਪ੍ਰਕਾਰ ਦੇ ਭੁਗਤ ਪਦਾਰਥ ਬਣ ਜਾਂਦੇ ਨੇ। ਇਸੇ ਪ੍ਰਕਾਰ ਉਸ ਭੁਗਤ ਪਦਾਰਥਾਂ ਦੀ ਜੁਗਤੀ ਵੀ ਨਾਮ ਹੈ। ਤੇ ਜਿੱਥੇ ਜਿਉਂਦਿਆਂ ਜੀ ਮਾਇਆ ਦੇ ਬੰਧਨ ਕੱਟੇ ਜਾਂਦੇ ਨੇ, ਮਰਨ ਤੋਂ ਉਪਰੰਤ ਸਾਰੇ ਬੰਧਨ ਕੱਟ ਕਰਕੇ ਜਿਹੜਾ ਜੀਵ ਵਾਹਿਗੁਰੂ ਵਿੱਚ ਸਮਾ ਜਾਂਦਾ ਹੈ, ਤੇ ਕੇਵਲ ਮੁਕਤੀ ਦੀ ਜੁਗਤੀ ਵੀ ਨਾਮ ਹੈ। ਇਸ ਕਰਕੇ ਵਾਹਿਗੁਰੂ ਜੀ ਦਾ ਨਾਮ ਜਪੋ ਸ਼ਰਧਾ ਸਹਿਤ ਭਰੋਸੇ ਦੇ, ਸਾਰੇ ਪਦਾਰਥ ਲੋਕ ਪਰਲੋਕ ਦੇ। ਇਸੇ ਪ੍ਰਕਾਰ ਮਾਇਆ ਦੇ ਬੰਧਨਾਂ ਤੋਂ ਬੰਦ ਖਲਾਸੀ ਤੇ 84 ਲੱਖ ਦੀਆਂ ਜੂਨੀਆਂ ਤੋਂ ਮੁਕਤੀ ਪ੍ਰਾਪਤ ਹੋਵੇਗੀ ਜੀ। ਪ੍ਰੇਮ ਭਗਤ ਨਾਨਕ ਗੁਣ ਗਾਓ। ਹੇ ਗੁਰਸਿੱਖੋ, ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ ਸਾਡੇ ਸਾਰਿਆਂ ਵਾਸਤੇ, ਵਾਹਿਗੁਰੂ ਜੀ ਦੇ ਗੁਣ ਗਾਓ ਪ੍ਰੇਮ ਭਗਤ, ਪ੍ਰੇਮਾ ਭਗਤੀ ਕਰਦਿਆਂ ਹੋਇਆਂ ਸਹਿਤ ਪ੍ਰੇਮ ਦੇ ਗੁਣ ਗਾਓ। ਵਾਹਿਗੁਰੂ ਜੀ ਦੇ ਗੁਣਾਂ ਨੂੰ ਸਦਾ ਸਦਾ ਗਾਉਂਦੇ ਹੀ ਰਹੋ। ਸਾਧੂ ਦੀ ਸੰਗਤ ਵਿੱਚ ਜਿੱਥੇ ਮਿਲ ਕਰਕੇ ਜਪਣਾ ਨਾ, ਐਸਾ ਨਹੀਂ ਹੁਣ ਸੰਗਤ ਦੇ ਵਿੱਚੋਂ ਘਰ ਆ ਗਏ ਤੇ ਫਿਰ ਜਪਣਾ ਹੀ ਨਹੀਂ। ਗੁਣ ਗਾਵਤ ਤੇਰੀ ਉਤਰਸ ਮੈਲ। ਜਿੱਥੇ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੰਗਤ ਵਿੱਚ, ਮਹਾਤਮਾ ਦੀ ਸੰਗਤ ਵਿੱਚ ਬੈਠ ਕਰਕੇ ਜਪਣਾ, ਉਥੇ ਉਠਤ ਬੈਠਤ ਸੋਵਤ ਨਾਮ। ਐਸਾ ਤੇਰਾ ਪ੍ਰੇਮ ਨਾਮ ਦੇ ਨਾਲ ਲੱਗਿਆ ਹੋਵੇ, ਜਿਵੇਂ ਕਾਮੀ ਸਦਾ ਪਰਾਏ ਤਨ ਨੂੰ ਯਾਦ ਕਰਦਾ ਹੈ, ਜਿਵੇਂ ਮਾਤਾ ਸਦਾ ਆਪਣੇ ਬੱਚੇ ਦੀ ਸੰਭਾਲ ਕਰਦੀ ਹੈ, ਜਿਵੇਂ ਵਪਾਰੀ ਹਰ ਵੇਲੇ ਧਨ ਦਾ ਲਾਭ ਸੋਚਦਾ ਹੈ, ਤੇਰੇ ਹਿਰਦੇ ਦੇ ਅੰਦਰ ਹਰ ਵੇਲੇ ਚਿਤਵਨੀ ਨਾਮ ਦੀ ਹੀ ਹੋਵੇ। ਉਹਨਾਂ ਦਾ ਜਿੱਥੇ ਜਿੱਥੇ ਪਿਆਰ ਉੱਥੇ ਦੀ ਚਿਤਵਨੀ। ਪਰ ਸਿੱਖਾ ਤੇਰਾ ਪਿਆਰ ਨਾਮ ਦੇ ਨਾਲ ਹੋਵੇ, ਹਰ ਵੇਲੇ ਹਿਰਦੇ ਦੇ ਅੰਦਰ ਨਾਮ ਦਾ ਹੀ ਚਿੰਤਨ ਕਰਨਾ ਹੈ। ਐਸੇ ਆਪਣੇ ਜੀਵਨ ਦੇ ਅੰਦਰ ਕਰਤੱਵ ਨੂੰ ਧਾਰਨਾ ਕਰ। ਗੌੜੀ ਮਹੱਲਾ ਪੰਜਵਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਹਜ਼ੂਰ ਗੌੜੀ ਰਾਗ ਦੇ ਅੰਦਰ ਪਾਵਨ ਉਪਦੇਸ਼ ਫਰਮਾ ਰਹੇ ਹਨ। ਜੀਵਨ ਪਦਵੀ ਹਰ ਕੇ ਦਾਸ। ਹੇ ਗਰੀਬ ਨਿਵਾਜ ਸੱਚੇ ਸਾਹਿਬ ਜੀ, ਜੈਸਾ ਸੰਤ, ਜੈਸਾ ਸਾਧੂ, ਜੈਸਾ ਮਹਾਤਮਾ ਆਪ ਜੀ ਨੇ ਵਿਖਿਆਨ ਕੀਤਾ ਹੈ ਕਿ ਉਹਨਾਂ ਦੀ ਸੰਗਤ ਵਿੱਚ ਮਿਲ ਕਰਕੇ ਜਪੀਏ ਤੇ ਹਿਰਦੇ ਦੀ ਵਿਕਾਰਾਂ ਰੂਪੀ ਮੈਲ ਜਿਹੜੀ ਥੰਧਿਆਈ ਏ ਉਤਰ ਜਾਂਦੀ ਏ। ਮਹਾਰਾਜ ਐਸੇ ਸਾਧੂ ਦੀ ਪਛਾਣ ਕੀ ਏ? ਸਾਨੂੰ ਕਿਵੇਂ ਪਤਾ ਲੱਗੇ ਜੀ ਇਹ ਨਾਮ ਰਸੀਆ ਸਾਧੂ ਹੈ? ਕਿਉਂਕਿ ਸੰਸਾਰ ਦੇ ਵਿੱਚ ਸੋਨਾ ਅਸਲੀ ਘੱਟ ਤੇ ਨਕਲੀ ਜ਼ਿਆਦਾ ਹੈ। ਇਸੇ ਪ੍ਰਕਾਰ ਅਸਲੀ ਸਾਧੂ ਵੱਲ ਵੇਖ ਕੇ ਨਕਲੀ ਜ਼ਿਆਦਾ ਬਣ ਬੈਠੇ ਨੇ ਕਿ ਸਾਨੂੰ ਵੀ ਮੱਥੇ ਟੇਕਣ, ਸਾਡੀਆਂ ਵੀ ਗੋਲਕਾਂ ਭਰਨ। ਪਰ ਪਛਾਣ ਕੀ ਹੁੰਦੀ ਏ? ਜਿਹੜੇ ਨਾਮ ਦੇ ਰਸੀਏ ਨੇ ਉਹ ਤੇ ਹਰ ਵੇਲੇ ਨਾਮ ਜਪਦੇ ਨੇ। ਜੇ ਜਿੱਥੇ ਵੀ ਤੁਰਦੇ ਫਿਰਦੇ ਬੈਠਦੇ ਉੱਠਦੇ ਸਭ ਜਗ੍ਹਾ ਨਾਮ ਜਪਦੇ ਨੇ, ਹਿਰਦੇ ਦੇ ਅੰਦਰ ਸ਼ਾਂਤੀ ਹੁੰਦੀ ਏ, ਪਰਉਪਕਾਰ ਹੁੰਦੇ ਨੇ, ਸ਼ੁਭ ਗੁਣ ਹੁੰਦੇ ਨੇ। ਐਸਾ ਜੀਵਨ ਦਾ ਕਰਤੱਵ ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਹਜੂਰ ਐਸੇ ਸੰਤਾਂ ਦੀ ਪਛਾਣ ਦੱਸਣਾ ਕਰਦੇ ਨੇ, ਜੀਵਨ ਪਦਵੀ ਹਰ ਕੇ ਦਾਸ। ਐਸੇ ਜਿਹੜੇ ਹਰੀ ਪਰਮਾਤਮਾ ਜੀ ਦੇ ਸੰਤ ਹੁੰਦੇ ਨੇ, ਸਾਧੂ ਮਹਾਤਮਾ ਹੁੰਦੇ ਨੇ ਨਾ, ਉਹਨਾਂ ਨੇ ਸਦੀਵ ਕਾਲ ਵਾਸਤੇ ਜਿਉਂਦੇ ਰਹਿਣ ਵਾਲੀ ਪਦਵੀ, ਉਹ ਕਿਹੜੀ ਹੈ ਜੀ? ਆਤਮ ਪਦ। ਇਸੇ ਪ੍ਰਕਾਰ ਉਸ ਨੂੰ ਤੁਰੀਆ ਪਦ ਵੀ ਕਿਹਾ ਜਾਂਦਾ ਹੈ। ਸੋ ਤੁਰੀਆ ਪਦ ਚੌਥੀ ਭੂਮਿਕਾ ਵੀ ਕਿਹਾ ਜਾਂਦਾ ਹੈ, ਚੌਥਾ ਪਦ ਵੀ ਕਿਹਾ ਜਾਂਦਾ ਹੈ, ਪਰਮਗਤ ਵੀ ਕਿਹਾ ਜਾਂਦਾ ਹੈ, ਪਰਮ ਪਦ ਵੀ ਕਿਹਾ ਜਾਂਦਾ ਹੈ। ਪਰਮ ਸਰਬ ਸ੍ਰੇਸ਼ਟ ਪਦ ਪਦਵੀ, ਪਰਮਗਤ ਸਭ ਤੋਂ ਸਰਬ ਸ੍ਰੇਸ਼ਟ ਗਤੀ ਮੁਕਤੀ, ਭਾਵ ਜੀਵਨ ਮੁਕਤ ਅਵਸਥਾ। ਜਿਉਂਦੇ ਜੀ ਮਾਇਆ ਦੇ ਬੰਧਨਾਂ ਤੋਂ ਖਲਾਸੀ ਪ੍ਰਾਪਤ ਕਰ ਲੈਣੀ, ਵਿਕਾਰਾਂ ਤੋਂ ਬੰਦ ਖਲਾਸੀ ਪ੍ਰਾਪਤ ਕਰ ਲੈਣੀ, ਜਮਾ ਇਤਿਆਦਿਕਾਂ ਦੇ ਭਾਉ ਤੋਂ ਖਲਾਸੀ ਪ੍ਰਾਪਤ ਕਰ ਲੈਣੀ, ਮੌਤ ਦੇ ਡਰ ਤੋਂ ਵੀ ਮੁਕਤ ਹੋ ਜਾਣਾ। ਐਸੀ ਹੈ ਜੀਵਨ ਪਦਵੀ। ਸੋ ਸ਼ਬਦ ਮਰਹੁ ਫਿਰ ਜੀਵਹੁ ਸਦ ਹੀ। ਗੁਰ ਸ਼ਬਦ ਦੇ ਅਭਿਆਸ ਦੁਆਰਾ ਹਉਮੈ ਭਾਵ ਤੋਂ ਮਰਨਾ ਤੇ ਆਤਮਿਕ ਅਵਸਥਾ ਦੀ ਸਦੀਵ ਕਾਲ ਜਿਉਂਦੇ ਰਹਿਣ ਵਾਲੀ ਪਦਵੀ ਪ੍ਰਾਪਤ ਕਰ ਲੈਣੀ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਐਸੀ ਆਤਮ ਪਦਵੀ, ਆਤਮ ਸਵਰੂਪ ਕਰਕੇ ਸਦੀਵ ਕਾਲ ਦਾ ਜੀਵਨ ਪ੍ਰਾਪਤ ਕਰ ਲੈਣਾ। ਫਿਰ ਪ੍ਰਤੱਖ ਬਾਰ-ਬਾਰ ਜਨਮ ਲੈ ਕਰਕੇ ਮਰਨਾ ਨਹੀਂ ਪੈਂਦਾ ਹੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਜੀਵਨ ਪਦਵੀ ਹਰ ਕੇ ਦਾਸ।
ਐਸੇ ਜਿਹੜੇ ਹਰੀ ਪ੍ਰਮਾਤਮਾ ਜੀ ਦੇ ਸੰਤ ਜਨ ਮਹਾਤਮਾ ਨੇ ਨਾ, ਜਿਨ੍ਹਾਂ ਦੀ ਸੰਗਤ ਕਰਨੇ ਦੇ ਨਾਲ, ਬਚਨਾਂ ਦੇ ਨਾਲ ਹਿਰਦੇ ਦੀ ਅਗਿਆਨਤਾ ਤੇ ਹਉਮੈ ਦੀ ਮੈਲ ਥੰਧਿਆਈ ਮਾਂਜੀ ਜਾਂਦੀ ਹੈ। ਉਹਨਾਂ ਨੇ ਵਾਹਿਗੁਰੂ ਜੀ ਦਾ ਸਿਮਰਨ ਭਜਨ ਕਰਕੇ ਵਾਹਿਗੁਰੂ ਜੀ ਦੇ ਪਾਸੋਂ ਜੀਵਨ ਪਦਵੀ ਨੂੰ ਪ੍ਰਾਪਤ ਕਰ ਲਿਆ ਹੁੰਦਾ ਹੈ। ਇਸੇ ਹੀ ਪ੍ਰਕਾਰ ਜੀਵਨ ਪਦਵੀ ਹਰ ਕੇ ਦਾਸ। ਪਿਆਰਿਓ, ਹਰੀ ਪ੍ਰਮਾਤਮਾ ਜੀ ਦੇ ਜਿਹੜੇ ਪਿਆਰੇ ਹੁੰਦੇ ਨੇ, ਉਹਨਾਂ ਦੀ ਸੰਗਤ ਕਰੀਏ ਤੇ ਜੀਵਨ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਏ। ਜਿਹੜੇ ਜਾ ਕਰਕੇ ਇਹਨਾਂ ਦੀ ਸੰਗਤ ਕਰਦੇ ਆ, ਵਾਹਿਗੁਰੂ ਜੀ ਦਾ ਹਰ ਜਸ ਕਰਦੇ ਅਥਵਾ ਸਰਵਣ ਕਰਦੇ ਨੇ ਨਾ, ਉਹਨਾਂ ਨੂੰ ਵੀ ਜੀਵਨ ਪਦਵੀ ਪ੍ਰਾਪਤ ਹੋ ਜਾਂਦੀ ਏ। ਜੀ ਪਛਾਣ ਕਿਵੇਂ ਹੋਵੇ? ਸੱਚੇ ਮਹਾਤਮਾ ਦੇ ਜਾ ਕਰਕੇ ਦਰ ਤੋਂ ਤਿੰਨਾਂ ਦੀ ਸ਼ਰਨ ਵਿੱਚ ਤੇ ਜੀਵਨ ਪਦਵੀ ਦੀ ਪ੍ਰਾਪਤੀ ਹੁੰਦੀ ਏ। ਪਰ ਜਿਹੜੇ ਝੂਠੇ ਬਣ ਬੈਠੇ ਨੇ ਨਾ, ਉਹਨਾਂ ਦੇ ਡੇਰਿਆਂ ਚੋਂ ਗੁਫਾਵਾਂ ਪ੍ਰਾਪਤ ਹੁੰਦੀਆਂ ਨੇ, ਜੀਵਨ ਪਦਵੀ ਨਹੀਂ ਮਿਲਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਿਨ੍ਹਾਂ ਦੀ ਸੰਗਤ ਕਰਕੇ ਇਹ ਭਾਈ ਤੈਨੂੰ ਜੀਵਨ ਪਦਵੀ ਦੀ ਪ੍ਰਾਪਤੀ ਹੋ ਜਾਵੇ, ਤੇਰੇ ਹਿਰਦੇ ਦੀ ਮੈਲ ਉਤਰਨੀ ਸ਼ੁਰੂ ਹੋ ਜਾਵੇ, ਨਾਮ ਪਿਆਰਾ ਲੱਗੇ, ਬੰਦਗੀ ਕਰਨੀ ਹਿਰਦੇ ਨੂੰ ਅਤਿਅੰਤ ਡਾਢੀ ਪਿਆਰੀ ਲੱਗੇ, ਹਿਰਦਾ ਨਿਰਮਲ ਹੋਣਾ ਸ਼ੁਰੂ ਹੋ ਜਾਵੇ, ਮਾਇਆ ਵੱਲੋਂ ਤੇਰੀ ਬਿਰਤੀ ਉਪਰਾਮ ਹੋਵੇ, ਨਾਮ ਹੋਰ ਜਪਣ ਨੂੰ, ਹੋਰ ਜਪਣ ਨੂੰ, ਹੋਰ ਜਪਣ ਨੂੰ ਚਿੱਤ ਕਰੇ, ਫਿਰ ਸਮਝ ਲਾ ਪੂਰਾ ਸਾਧੂ ਮਿਲ ਗਿਆ। ਜਿਸ ਸਾਧੂ ਦੇ ਕੋਲ ਬੈਠ ਕਰਕੇ ਸੋਤੇ ਸਿੱਧ ਮੁਖ ਚੋਂ ਵਾਹਿਗੁਰੂ 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 ਨਿਕਲਣਾ ਸ਼ੁਰੂ ਹੋ ਜਾਏ, ਫਿਰ ਸਮਝ ਲਾ ਪੂਰਾ ਸਾਧੂ ਮਿਲ ਗਿਆ। ਜਿਸ ਸਾਧੂ ਦੇ ਕੋਲ ਜਾ ਕੇ ਹਿਰਦਾ ਕੰਬਣਾ ਸ਼ੁਰੂ ਹੋ ਜਾਏ, ਅੰਦਰੋਂ ਭੈ ਖੌਫ ਆਉਣਾ ਸ਼ੁਰੂ ਹੋ ਜਾਏ। ਜੀ ਅੰਦਰੋਂ ਖੌਫ ਕਿਉਂ ਹੁੰਦਾ? ਉਹ ਪਾਪ ਕੰਬਦੇ ਨੇ। ਤੇਰੇ ਪਾਪ ਕੰਬਣ ਲੱਗ ਜਾਣ ਜਿਸ ਮਹਾਤਮਾ ਦੇ ਕੋਲ, ਫਿਰ ਸਮਝ ਲੈ ਇਸ ਮਹਾਤਮਾ ਦੀ ਸੰਗਤ ਕਰਕੇ, ਹਰੀ ਜੀ ਦੇ ਦਾਸ ਦੀ ਸੰਗਤ ਕਰਕੇ ਤੈਨੂੰ ਜੀਵਨ ਪਦਵੀ ਮਿਲੇਗੀ। ਜਿਨ ਮਿਲਿਆ ਆਤਮ ਪ੍ਰਗਾਸ। ਜਿਨ ਜਿਹੜੇ ਮਿਲੇ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਅੰਤਰ ਆਤਮੇ ਤਿਨਾਂ ਦੇ ਬ੍ਰਹਮ ਗਿਆਨ ਦਾ ਪ੍ਰਗਾਸ ਹੋਇਆ ਹੈ, ਜਿਨ੍ਹਾਂ ਨੇ ਆਤਮ ਸਰੂਪ ਨੂੰ ਪ੍ਰਾਪਤ ਕੀਤਾ ਹੋਇਆ ਹੈ। ਇਸੇ ਹੀ ਪ੍ਰਕਾਰ ਜਿਨ ਮਿਲਿਆ ਆਤਮ ਪ੍ਰਗਾਸ। ਐਸੇ ਮਹਾਤਮਾ ਦੀ ਸਿਖਾ ਸੰਗਤ ਕਰਨੀ ਕਰ, ਜਿਨ੍ਹਾਂ ਮਹਾਤਮਾ ਨੂੰ ਮਿਲ ਕਰਕੇ ਤੇ ਅੰਤਰ ਆਤਮੇ ਸਵਰੂਪ ਰੂਪ ਦੀ ਪ੍ਰਾਪਤੀ ਰੂਪੀ ਪ੍ਰਗਾਸ ਹੋ ਜਾਵੇ, ਚਾਨਣ ਹੋ ਜਾਵੇ। ਭਾਵ ਹੈ ਅਨਭਵ ਤੋਂ, ਅਨਭਵ ਪ੍ਰਕਾਸ਼ ਅਮਿਤੋਜ ਕਹਿਜੈ। ਤੇਰੀ ਜਿਹੜੀ ਆਤਮਾ ਹੈ ਨਾ, ਵਾਹਿਗੁਰੂ ਜੀ ਦੇ ਪਰਮ ਸਵਰੂਪ ਦੀ ਅਭੇਦਤਾ ਪ੍ਰਾਪਤ ਕਰੇ ਤੇ ਸਵਰੂਪ ਰੂਪ ਨੂੰ ਪ੍ਰਾਪਤ ਕਰਨੇ ਰੂਪੀ ਤੇਰੇ ਅੰਤਸ਼ਕਰਨ ਦੇ ਅੰਦਰ ਅਥਵਾ ਹਿਰਦੇ ਦੇ ਅੰਦਰ ਹੀ ਆਤਮਾ ਦਾ ਪ੍ਰਗਾਸ ਪ੍ਰਾਪਤੀ ਹੋ ਜਾਵੇ। ਐਸੇ ਮਹਾਤਮਾ ਨੂੰ ਹੀ ਪੂਰਾ ਸਾਧੂ ਜਾਣਨਾ ਕਰ। ਹਰ ਕਾ ਸਿਮਰਨ ਸੁਨ ਮਨ ਕਾਨੀ। ਸੱਚੇ ਪਾਤਸ਼ਾਹ ਐਸੇ ਮਹਾਤਮਾ ਜੀ ਦੇ ਕੋਲ ਜਾ ਕਰਕੇ ਕਿਹੜਾ ਕਰਤੱਵ ਕਰੀਏ ਕਿ ਹਿਰਦੇ ਦੀ ਥੰਧਿਆਈ ਮਾਂਜੀ ਜਾਵੇ, ਜੀਵਨ ਪਦਵੀ ਨੂੰ ਪ੍ਰਾਪਤ ਕਰੀਏ ਤੇ ਆਤਮ ਪ੍ਰਕਾਸ਼ ਹੋਵੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਸਿੱਖੋ ਹਰੀ ਪ੍ਰਮਾਤਮਾ ਜੀ ਦਾ ਜਿਹੜਾ ਸਿਮਰਨ ਆ, ਸੁਨ ਮਨ ਕਾਨੀ। ਇਹ ਮਨ ਪਿਆਰਿਆ, ਜਾ ਕਰਕੇ ਮਹਾਤਮਾ ਦੀ ਰਸਨਾ ਤੋਂ ਕਾਨੀ ਆਪਣੇ ਕੰਨਾਂ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ, ਵਾਹਿਗੁਰੂ ਜੀ ਦੇ ਨਾਮ ਦਾ ਜਸ ਜੋ ਹੈ ਉਹ ਸਰਵਣ ਕਰਨਾ ਕਰ। ਸੋ ਇਸੇ ਹੀ ਤਰ੍ਹਾਂ ਹਰ ਕਾ ਸਿਮਰਨ ਸੁਨ ਮਨ ਕਾਨੀ। ਹਰੀ ਪ੍ਰਮਾਤਮਾ ਜੀ ਦੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰ ਮਹਾਤਮਾ ਦੀ ਸੰਗਤ ਵਿੱਚ ਬੈਠ ਕਰਕੇ, ਤੇ ਕੰਨਾਂ ਦੇ ਨਾਲ ਸੁਣਨਾ ਵੀ ਕਰ। ਜੋ ਮਹਾਤਮਾ ਬਚਨ ਕਰਦੇ ਨੇ ਨਾ, ਨਾਮ ਬਾਣੀ ਦਾ ਉਪਦੇਸ਼, ਉਸ ਨੂੰ ਕੰਨਾਂ ਦੇ ਨਾਲ ਸੁਣਨਾ ਕਰ। ਸੁਨ ਕਾਨੀ, ਜਿੱਥੇ ਕੰਨਾਂ ਦੇ ਨਾਲ ਸੁਣਨਾ ਹੈ, ਸਿਮਰਨ ਜ਼ੁਬਾਨ ਦੇ ਨਾਲ ਕਰਨਾ ਹੈ, ਉਥੇ ਮਨ, ਆਪਣੇ ਮਨ ਨੂੰ ਵੀ ਸਿਮਰਨ ਦੇ ਵਿੱਚ ਲਗਾ ਕਰਕੇ ਰੱਖ। ਜਦੋਂ ਮਹਾਤਮਾ ਦੀ ਸੰਗਤ ਕਰੇਗਾ ਨਾ, ਤੇ ਜਦੋਂ ਮਹਾਤਮਾ ਜਨ ਪ੍ਰੇਮ ਦੇ ਨਾਲ ਉਪਦੇਸ਼ ਤੇਰੇ ਕੰਨੀ ਸੁਣਾਉਣਗੇ, ਭਾਵ ਵਾਹਿਗੁਰੂ ਜੀ ਦੀ ਪਿਆਰ ਬੰਦਗੀ ਦੀ ਸਾਖੀ ਸਰਵਣ ਕਰਾਉਣਗੇ, ਸਤਿਗੁਰੂ ਜੀ ਦਾ ਇਤਿਹਾਸ ਸਰਵਣ ਕਰਾਉਣਗੇ, ਤੇਰਾ ਮਨ ਵੀ ਸਥਿਤ ਹੋਵੇਗਾ। ਕੰਨਾਂ ਦੇ ਨਾਲ ਜਦੋਂ ਸਰਵਣ ਕਰੇਗਾ ਵਾਹਿਗੁਰੂ ਜੀ ਦਾ ਜਸ, ਹਰ ਕਾ ਸਿਮਰਨ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨੇ ਦਾ ਉਤਸ਼ਾਹ ਤੇਰੇ ਮਨ ਦੇ ਅੰਦਰ ਪੈਦਾ ਹੋ ਜਾਵੇਗਾ। ਗਰੀਬ ਨਿਵਾਜ ਕੰਨਾਂ ਦਾ ਜਸ ਸੁਣਾਂਗੇ, ਮਨ ਕਰਕੇ ਪਿਆਰ ਕਰਾਂਗੇ, ਰਸਨਾ ਦੇ ਨਾਲ ਉਚਾਰਨ ਕਰਾਂਗੇ, ਫਿਰ ਫਲ ਕੀ ਮਿਲੇਗਾ? ਹਜ਼ੂਰ ਫਰਮਾਉਂਦੇ ਹਨ, ਫਿਰ ਪੰਕਤੀ ਪੜ੍ਹ ਦਿਓ। ਹਰ ਕਾ ਸਿਮਰਨ ਸੁਨ ਮਨ ਕਾਨੀ। ਜਦੋਂ ਸਾਧੂ ਦੀ ਸੰਗਤ ਵਿੱਚ ਜਾ ਕਰਕੇ ਰਸਨਾ ਦੇ ਨਾਲ ਸਿਮਰਨ ਕਰੇਗਾ, ਕੰਨਾਂ ਦੇ ਨਾਲ ਕਮਾਈ ਵਾਲੇ ਮਹਾਤਮਾ ਦੇ ਬਚਨ ਸਰਵਣ ਕਰਨਾ ਕਰੇਗਾ, ਮਨ ਕਾਨੀ, ਕਾਨੀ ਤੋਂ ਭਾਵ ਹੈ ਕਿਨਾਰਾ। ਇਹ ਜਿਹੜਾ ਤੇਰਾ ਮਨ ਹੈ ਫਿਰ ਵਿਕਾਰਾਂ ਵੱਲੋਂ ਕਿਨਾਰਾ ਹੀ ਕਰ ਜਾਵੇਗਾ। ਮਨ ਕਾਨੀ, ਤੇਰਾ ਜਿਹੜਾ ਮਨ ਹੈ ਇਹ ਮਾਇਆ ਦੇ ਬੰਧਨਾਂ ਵੱਲੋਂ ਕਿਨਾਰਾ ਹੀ ਕਰ ਜਾਵੇਗਾ, ਮੁਕਤ ਹੋ ਜਾਵੇਗਾ।
ਤੇਰੇ ਮਨ ਦੇ ਅੰਦਰ ਪਏ ਹੋਏ ਹੰਗਤਾ ਮਮਤਾ ਦੇ ਬੰਧਨ ਟੁੱਟ ਜਾਣਗੇ, ਮਨ ਨੂੰ ਪਏ ਹੋਏ ਰਾਗ ਦਵੇਸ਼ ਦੇ ਬੰਧਨ ਟੁੱਟ ਜਾਣਗੇ, ਜਨਮਾਂ ਜਨਮਾਂਤਰਾਂ ਦੇ ਕਰਮਾਂ ਦੇ ਬੰਧਨ ਟੁੱਟ ਜਾਣਗੇ, ਵਿਕਾਰਾਂ ਵਿਚਾਰਾਂ ਦੇ ਬੰਧਨ ਟੁੱਟ ਜਾਣਗੇ। ਤੇਰਾ ਮਨ ਸਿਮਰਨ ਕਰਦਿਆਂ ਹੋਇਆ ਵਿਕਾਰਾਂ ਵੱਲੋਂ ਕਿਨਾਰਾ ਕਰ ਜਾਵੇਗਾ। ਇਸੇ ਪ੍ਰਕਾਰ ਪ੍ਰਵਿਰਤੀ ਪੱਖ ਤੋਂ ਕਿਨਾਰਾ ਕਰਕੇ ਨਿਰਵਿਰਤੀ ਪੱਖ ਵਾਲੇ ਉਪਦੇਸ਼ ਵਿੱਚ ਸਮਾਵੇਗਾ। ਸੁਖ ਪਾਵਹਿ ਹਰ ਦਵਾਰ ਪ੍ਰਾਨੀ। ਹੇ ਪ੍ਰਾਣਾਧਾਰੀ ਜੀਵ, ਫਿਰ ਸਤ ਸੰਗਤ ਰੂਪੀ ਵਾਹਿਗੁਰੂ ਜੀ ਦੇ ਦਰ ਦਰਵਾਜੇ ਤੋਂ ਤੂੰ ਆਤਮ ਸੁਖ ਨੂੰ ਪ੍ਰਾਪਤ ਕਰਨਾ ਕਰੇਗਾ। ਜਦੋਂ ਸਾਧ ਸੰਗਤ ਸਤ ਸੰਗਤ ਵਿੱਚ ਬੈਠ ਕਰਕੇ ਮਿਲ ਕਰਕੇ ਸ਼ਰਵਣ ਕਰੇਗਾ ਤੇ ਜਪਣਾ ਕਰੇਗਾ ਨਾ, ਸਤਨਾਮ ਸ੍ਰੀ ਵਾਹਿਗੁਰੂ, ਤੇ ਵਾਹਿਗੁਰੂ ਜੀ ਦੇ ਸਤ ਸੰਗਤ ਰੂਪੀ ਦਰ ਦਰਵਾਜੇ ਤੋਂ ਆਤਮ ਸੁਖ ਪਾਵੇਗਾ। ਇਸੇ ਹੀ ਪ੍ਰਕਾਰ ਸੁਖ ਪਾਵਹਿ ਹਰ ਦਵਾਰ ਪ੍ਰਾਨੀ। ਹੇ ਪ੍ਰਾਣਾਧਾਰੀ ਜੀਵ, ਜਦੋਂ ਸਰੀਰ ਨੂੰ ਛੱਡ ਕਰਕੇ ਵਾਹਿਗੁਰੂ ਪਰਮਾਤਮਾ ਜੀ ਦੇ ਦਰ ਦਰਵਾਜੇ ਦਰਗਾਹ ਵਿੱਚ ਜਾਵੇਂਗਾ ਨਾ, ਉਥੇ ਫਿਰ ਤੂੰ ਸੁਖ ਪਾਵਹਿ, ਵੱਡੇ ਭਾਰੀ ਸੁਖ ਨੂੰ ਪਾਵਣਾ ਕਰੇਗਾ। ਹਰ ਦਵਾਰ ਵਾਹਿਗੁਰੂ ਜੀ ਦੇ ਦਰ ਦਰਵਾਜੇ ਤੇ ਐਸਾ ਸਤਕਾਰ ਸਨਮਾਨ ਪਾਵੇਗਾ। ਰੇ ਰੇ ਦਰਗਹ ਕਹੈ ਨਾ ਕੋਊ, ਆਓ ਬੈਠ ਆਦਰ ਸੁਭ ਦੇਊ। ਵਾਹਿਗੁਰੂ ਜੀ ਦੇ ਦਰ ਦਰਵਾਜੇ ਤੇ, ਸੱਚਖੰਡ ਰੂਪੀ ਦਰਵਾਜੇ ਤੇ ਵੱਡਾ ਭਾਰੀ ਮਾਨ ਸਨਮਾਨ ਇਸੇ ਪ੍ਰਕਾਰ ਆਤਮ ਸੁਖ ਨੂੰ ਪ੍ਰਾਪਤ ਕਰ ਲੈਣਾ ਕਰੇਗਾ। ਰਹਾਉ ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ। 8 ਪਹਿਰ ਧਿਆਈਐ ਗੋਪਾਲ। ਹੇ ਸੱਚੇ ਪਾਤਸ਼ਾਹ, ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਈਏ, ਹਿਰਦੇ ਤੋਂ ਮੈਲ ਉਤਰ ਜਾਵੇ, ਜੀਵਨ ਨਿਰਮਲ ਹੋ ਜਾਵੇ, ਬੰਧਨ ਕੱਟੇ ਜਾਣ। ਸਾਰੀਆਂ ਦਾਤਾਂ ਵਾਸਤੇ ਯਤਨ ਕੀ ਕਰਨਾ ਕਰੀਏ? ਤੇ ਹਜ਼ੂਰ ਫਰਮਾਵਣਾ ਕਰਦੇ ਨੇ, 8 ਪਹਿਰ ਧਿਆਈਐ ਗੋਪਾਲ। ਗੋ ਸ੍ਰਿਸ਼ਟੀ ਪਾਲ ਪ੍ਰਤ ਪਾਲਣਾ ਕਰਨੇ ਵਾਲਾ, ਜੋ ਸਾਰੀ ਸ੍ਰਿਸ਼ਟੀ ਦੇ ਪ੍ਰਤ ਪਾਲਣਾ ਕਰਨੇ ਵਾਲੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਨਾ, ਉਹਨਾਂ ਨੂੰ 8 ਪਹਿਰ ਧਿਆਉਂਦੇ ਹੀ ਰਹੀਏ। ਉਹਨਾਂ ਨੂੰ ਜਿੱਥੇ ਉਠਤ ਬੈਠਤ ਸੋਵਤ ਨਾਮ ਜਪਣਾ ਹੈ, 8 ਪਹਿਰ 8 ਪਹਿਰਾਂ ਚੋਂ ਜਦੋਂ ਵੀ ਸਮਾਂ ਮਿਲ ਜਾਵੇ, ਸਾਧੂ ਦੀ ਸੰਗਤ ਵਿੱਚ ਜਾ ਕਰਕੇ ਤੇ ਇਸ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਉਣਾ ਕਰੀਏ, ਅਰਾਧਨਾ ਕਰੀਏ। ਨਾਨਕ ਦਰਸ਼ਨ ਦੇਖ ਨਿਹਾਲ। ਤੇ ਸਾਧੂ ਐਸੇ ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਨਿਹਾਲ ਹੋ ਜਾਈਦਾ ਹੈ, ਦਰਸ਼ਨ ਕਰਕੇ ਹੀ ਦੁੱਖ ਕੱਟੇ ਜਾਂਦੇ ਨੇ, ਬੰਦ ਖਲਾਸੀ ਹੋ ਜਾਂਦੀ ਹੈ। ਐਸੇ ਸਾਧੂਆਂ ਦੇ ਨਾਲ ਮਿਲ ਕਰਕੇ 8 ਪਹਿਰਾਂ ਚੋਂ ਜਦੋਂ ਵੀ ਸਮਾਂ ਮਿਲੇ ਸੰਗਤ ਕਰਕੇ ਜਪਣਾ ਹੈ, ਤੇ 8 ਪਹਿਰ ਆਪ ਜੀਵਨ ਕਰਤੱਵ ਕਰਦਿਆਂ ਜਪਦੇ ਰਹਿਣਾ ਹੈ। ਇਸੇ ਹੀ ਤਰ੍ਹਾਂ ਨਾਨਕ ਦਰਸ਼ਨ ਦੇਖ ਨਿਹਾਲ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਸਿੱਖਾਂ, ਜਦੋਂ 8 ਪਹਿਰ ਵਾਹਿਗੁਰੂ ਜੀ ਦਾ ਨਾਮ ਜਪਣਾ ਕਰੇਗਾ ਨਾ, ਫਿਰ ਪਰਮ ਪਿਤਾ ਪਰਮੇਸ਼ਵਰ ਜੀ ਦਾ ਪ੍ਰਤੱਖ ਦਰਸ਼ਨ ਹੋ ਜਾਵੇਗਾ, ਜਿਵੇਂ ਭਗਤ ਧੰਨਾ ਜੀ ਨੂੰ ਹੋਇਆ। ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਮਸਤੂਆਣੇ ਵਾਲੇ, ਅਬੁੰਗਾ ਉਹਨਾਂ ਦਾ ਬਣਿਆ ਹੋਇਆ ਨਾ ਗੋਦਾਵਰੀ ਦੇ ਕਿਨਾਰੇ ਤੇ, ਬਹੁਤ ਸਿਮਰਨ ਕੀਤਾ, ਭਜਨ ਕੀਤਾ, ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰਨੇ ਨੇ, ਦੀਦਾਰ ਨਹੀਂ ਹੋਇਆ। 1.25 ਲੱਖ ਪਾਠ ਜਪਜੀ ਸਾਹਿਬ ਜੀ ਦਾ ਕੀਤਾ, ਦੀਦਾਰ ਨਹੀਂ ਹੋਇਆ। ਫਿਰ ਦੁਬਾਰਾ 1.25 ਲੱਖ ਪਾਠ ਕੀਤਾ। ਹਿਰਦੇ ਦੇ ਅੰਦਰ ਇਤਨਾ ਪਿਆਰ, ਇਤਨਾ ਜ਼ਿਆਦਾ ਪਿਆਰ, ਦਰਸ਼ਨਾਂ ਤੋਂ ਬਿਨਾਂ ਮਹਾਰਾਜ ਨਹੀਂ ਰਿਹਾ ਜਾਂਦਾ। ਤੁਹਾਡਾ ਦਰਸ਼ਨ ਹੀ ਸਾਡਾ ਜੀਵਨ ਹੈ। ਜੇ ਦਰਸ਼ਨ ਹੈ ਤੇ ਜੀਵਨ ਹੈ, ਜੇ ਦਰਸ਼ਨ ਨਹੀਂ ਤੇ ਫਿਰ ਜੀਵਨ ਵੀ ਨਹੀਂ। ਦੂਸਰੀ ਵਾਰ 1.25 ਲੱਖ ਜਪਜੀ ਸਾਹਿਬ ਜੀ ਦਾ ਪਾਠ ਕੀਤਾ, ਦਰਸ਼ਨ ਨਹੀਂ ਨਾ ਹੋਇਆ। ਇੰਨਾ ਵੈਰਾਗ ਆਇਆ, ਜਿਸ ਸਰੀਰ ਦੇ ਅੰਦਰ ਰਹਿੰਦਿਆਂ, ਜਿਸ ਜੀਵਨ ਨੂੰ ਜਿਉਂਦਿਆਂ ਕਲਗੀਧਰ ਸਾਹਿਬ ਜੀ ਦਾ ਦੀਦਾਰ ਨਹੀਂ, ਐਸਾ ਨਿਕੰਮਾ ਸਰੀਰ ਕਿਹੜੇ ਕੰਮ ਹੈ, ਐਸਾ ਜੀਵਨ ਕਿਹੜੇ ਕੰਮ ਹੈ। ਮਨ ਵਿੱਚ ਫੁਰਨਾ ਆਇਆ, ਜਿਸ ਜੀਵਨ ਵਿੱਚ ਕਲਗੀਧਰ ਸਾਹਿਬ ਜੀ ਦਾ ਦੀਦਾਰ ਨਹੀਂ, ਸਾਨੂੰ ਉਹ ਜੀਵਨ ਹੀ ਨਹੀਂ ਚਾਹੀਦਾ, ਇਹ ਜੀਵਨ ਲੀਲਾ ਹੀ ਸਮਾਪਤ ਕਰ ਦੇਣੀ ਹੈ। ਤੇ ਸਾਧ ਸੰਗਤ ਜੀ ਐਸਾ ਸੰਕਲਪ ਲੈ ਕਰਕੇ ਜਦੋਂ ਗੋਦਾਵਰੀ ਦੇ ਕਿਨਾਰੇ ਤੇ ਗਏ ਤੇ ਛਾਲ ਮਾਰ ਲੱਗੇ ਕਿ ਅੱਜ ਜੀਵਨ ਲੀਲਾ ਸਮਾਪਤ ਕਰ ਦੇਣੀ ਹੈ। ਛਾਲ ਮਾਰ ਲੱਗੇ ਤੇ ਕਲਗੀਧਰ ਸਾਹਿਬ ਜੀ ਨੇ ਫਿਰ ਆਪਣੇ ਹਸਤ ਕਮਲ ਦੇ ਨਾਲ ਹੱਥ ਫੜ ਲਿਆ। ਅਤਰ ਸਿੰਘਾ ਕੀ ਕਰਨ ਲੱਗਾ? ਤੈਅ ਕਰਕੇ ਚਰਨੀ ਪੈ ਗਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪ ਜੀ ਦਾ ਇਹ ਦੀਦਾਰ ਹੀ ਤੇ ਲੋੜਦਾ ਸੀ, ਦੀਦਾਰ ਹੀ ਕਰਨਾ ਚਾਹੁੰਦਾ ਸੀ। ਫਿਰ ਛਾਲ ਕਿਉਂ ਮਾਰਨ ਲੱਗਾ? ਜੇ ਦੀਦਾਰ ਚਾਹੁੰਦਾ ਸੀ ਤੇ ਦੀਦਾਰ ਤੇ ਜਿਉਂਦਿਆਂ ਜੀ ਹੋਣਾ ਨਾ, ਡੁੱਬਣ ਤੋਂ ਬਾਅਦ ਥੋੜਾ ਹੋਣਾ। ਜਦੋਂ ਮਾਰੀ ਗਏ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦਾ ਦੀਦਾਰ ਨਹੀਂ ਸੀ ਹੁੰਦਾ, ਤਾਂ ਹੀ ਤੇ ਮੌਤ ਨੂੰ ਚੁਣਿਆ ਕਿ ਜੀਵਨ ਕਿਹੜੇ ਕੰਮ ਜੇ ਦੀਦਾਰ ਹੀ ਨਹੀਂ ਤੇ। ਕਲਗੀਧਰ ਸਾਹਿਬ ਜੀ ਨੇ ਗੱਲ ਵਕੜੀ ਵਿੱਚ ਲੈਣਾ ਕੀਤਾ, ਅਤਰ ਸਿੰਘ
ਅਜੇ ਤੇਰੇ ਕੋਲੋਂ ਬਹੁਤ ਵੱਡੀ ਭਾਰੀ ਸੇਵਾ ਲੈਣੀ ਹੈ। ਮਾਲਵੇ ਇਲਾਕੇ ਦੇ ਲੋਕ ਬੜੇ ਸਿੱਧੇ ਸਾਧੇ ਨੇ, ਇਹ ਗੁਰਬਾਣੀ ਦੇ ਅਰਥ ਗਹਿਰ ਗੰਭੀਰ ਉਹਨਾਂ ਨੂੰ ਸਮਝ ਨਹੀਂ ਆਉਂਦੇ। ਜਾ ਕਰਕੇ ਧਾਰਨਾ ਵਾਲਾ ਕੀਰਤਨ ਕਰਕੇ ਉਹਨਾਂ ਨੂੰ ਗੁਰੂ ਤੇ ਗੁਰਬਾਣੀ ਨਾਲ ਜੋੜ। ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਦਰਸ਼ਨ ਬਖਸ਼ੇ ਨੇ, ਉਪਦੇਸ਼ ਵੀ ਬਖਸ਼ਿਆ, ਫਿਰ ਇਥੋਂ ਜਾ ਕਰਕੇ ਧਾਰਨਾ ਵਾਲਾ ਕੀਰਤਨ ਕਰਕੇ ਐਸਾ ਸੰਗਤਾਂ ਦੇ ਵਿੱਚ ਨਾਮ ਬਾਣੀ ਦਾ ਪ੍ਰਵਾਹ ਚਲਾਇਆ। ਸਾਧ ਸੰਗਤ ਜੀ 18 ਲੱਖ ਪ੍ਰਾਣੀ ਨੂੰ ਅੰਮ੍ਰਿਤ ਛਕਾ ਕਰਕੇ ਗੁਰੂ ਵਾਲੇ ਬਣਾ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਨਾਨਕ ਦਰਸ਼ਨ ਦੇਖ ਨਿਹਾਲ। ਪ੍ਰਤੱਖ ਦਰਸ਼ਨ ਉਹਨਾਂ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਹੋ ਜਾਂਦਾ ਹੈ ਤੇ ਦਰਸ਼ਨ ਦੇਖ ਕਰਕੇ ਨਿਹਾਲ ਹੋ ਜਾਂਦੇ ਨੇ। ਨਾਨਕ ਨਦਰੀ ਨਦਰ ਨਿਹਾਲ। ਨਿਹਾਲ ਤੋਂ ਭਾਵ ਹੈ ਦੁੱਖਾਂ ਤੋਂ ਰਹਿਤ ਹੋ ਜਾਣਾ। ਕਿਸੇ ਪ੍ਰਕਾਰ ਦੇ ਦੁੱਖ ਨਾ ਮਾਇਆ ਦੇ, ਨਾ ਵਿਕਾਰਾਂ ਦੇ, ਨਾ ਬੰਧਨਾਂ ਦੇ, ਨਾ ਜੰਮਣ ਮਰਨ ਦੇ, ਨਾ ਜਮਾਂ ਦੇ, ਨਾ ਨਰਕਾਂ ਦੇ, ਨਾ ਗਰਭ ਜੋਨੀਆਂ ਦੇ। ਕਿਸੇ ਪ੍ਰਕਾਰ ਦੇ ਬੰਧਨ ਨਹੀਂ ਰਹਿ ਜਾਂਦੇ। ਸਾਰੇ ਦੁੱਖਾਂ ਤੋਂ ਮੁਕਤ ਹੋ ਜਾਂਦੇ ਨੇ ਉਹ ਪਿਆਰੇ ਜਿਨ੍ਹਾਂ ਨੂੰ ਪ੍ਰਤੱਖ ਦਰਸ਼ਨ ਹੁੰਦਾ ਹੈ। ਇਸੇ ਪ੍ਰਕਾਰ ਨਾਨਕ ਦਰਸ਼ਨ ਦੇਖ ਨਿਹਾਲ। ਤੇ ਸਾਧ ਸੰਗਤ ਜੀ ਇਹ ਜਿਹੜਾ ਨਿਹਾਲ ਸ਼ਬਦ ਹੈ ਨਾ, ਇਹ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਤੋਂ ਭਾਵ ਹੈ ਕਾਮਯਾਬ। ਜਿਹੜਾ ਇਸ ਪ੍ਰਕਾਰ ਸਾਧੂਆਂ ਦੀ ਸੰਗਤ ਕਰਦਾ ਤੇ ਨਾਮ ਦਾ ਸਿਮਰਨ ਕਰਦਾ ਨਾ, ਉਸ ਨੂੰ ਜੀਵਨ ਦੀ ਕਾਮਯਾਬੀ ਹਾਸਲ ਹੋ ਜਾਂਦੀ ਹੈ। ਕਾਮਯਾਬ, ਸਫਲ, ਮੁਕੰਮਲ ਜੀਵਨ ਹੋ ਜਾਂਦਾ ਹੈ। ਸਫਲ ਭਾਈ ਸਫਲ ਯਾਤਰਾ, ਉਸ ਦੀ ਜੀਵਨ ਯਾਤਰਾ ਹੀ ਸਫਲ ਹੋ ਜਾਂਦੀ। ਕਾਮਯਾਬ ਜੂ ਹੋ ਗਿਆ ਜੀ। ਕਿਵੇਂ ਹੋ ਗਿਆ? ਨਾਨਕ ਦਰਸ਼ਨ ਦੇਖ, ਉਸ ਨੇ ਆਪਣੇ ਸਤਿਗੁਰੂ ਜੀ ਦਾ ਪ੍ਰਤੱਖ ਦੀਦਾਰ ਕਰ ਲਿਆ ਹੈ, ਪ੍ਰਤੱਖ ਦਰਸ਼ਨ ਕਰ ਲਿਆ ਹੈ। ਇਸ ਕਰਕੇ ਜੀਵਨ ਮਨੋਰਥ ਸਫਲਾ ਹੋ ਗਿਆ, ਕਾਮਯਾਬੀ ਪ੍ਰਾਪਤ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਜੰਮਣ ਮਰਨ ਨੂੰ ਕੱਟਣ ਰੂਪੀ ਕਾਮਯਾਬੀ ਕਿਵੇਂ ਮਿਲਦੀ ਏ? ਤੇ ਹਜ਼ੂਰ ਫਰਮਾਉਂਦੇ ਨੇ, ਨਾਨਕ ਦਰਸ਼ਨ ਦੇਖ। ਜਿਨ੍ਹਾਂ ਨੇ ਦਰਸ਼ਨ ਹੀ ਦੇਖ ਲਿਆ ਨਾ, ਜੀਵਨ ਇੰਨਾ ਕਾਮਯਾਬ ਹੋ ਗਿਆ, ਆਤਮ ਪਦ ਨੂੰ ਪਾ ਲਿਆ, ਮੁੜ ਕੇ ਜੂਨਾਂ ਵਿੱਚ ਨਹੀਂ ਆਉਂਦੇ ਹਨ। ਐਸੀ ਕਾਮਯਾਬੀ ਮਿਲੀ। ਸਦ ਜੀਵਨ ਵਾਹਿਗੁਰੂ ਜੀ ਦੀ ਭੇਦਤਾ ਰੂਪੀ ਤਿੰਨਾਂ ਨੂੰ ਪ੍ਰਾਪਤੀ ਹੋਈ ਹੈ। ਸਦ ਜੀਵਨ ਵਾਹਿਗੁਰੂ ਜੀ ਦੇ ਦਰ ਘਰ ਤੋਂ, ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੋਂ ਮਿਲਦਾ ਹੈ। ਇਸ ਪ੍ਰਕਾਰ ਜੀਵਨ ਮਨੋਰਥ ਤਿੰਨਾਂ ਦਾ ਸਫਲ ਹੁੰਦਾ ਹੈ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਹੈ ਸੁਆਓ। ਸੁਆਓ ਤਾਂ ਭਾਵ ਹੈ ਸਵਾਰਥ, ਮਨੋਰਥ। ਉਹਨਾਂ ਦੇ ਆਉਣ ਦਾ, ਉਹਨਾਂ ਦੀ ਸੰਗਤ ਦਾ ਮਨੋਰਥ ਹੀ ਇਹ ਹੈ, ਸਵਾਰਥ ਹੀ ਇਹ ਹੈ। ਜਨ ਕੈ ਸੰਗੇ ਚਿਤ ਆਵੈ ਨਾਉ। ਉਹਨਾਂ ਦੀ ਸੰਗਤ ਕਰੀਏ ਤੇ ਚਿੱਤ ਦੇ ਵਿੱਚ ਸੁਭਾਵਕ ਹੀ ਨਾਮ ਚਿਤ ਆਉਂਦਾ ਹੈ। ਮਹਾਰਾਜ ਉਹਨਾਂ ਦਾ ਕਰਤੱਵ ਕੈਸਾ, ਅਵਸਥਾ ਕੈਸੀ ਉੱਚੀ ਏ। ਹਜ਼ੂਰ ਫਰਮਾਉਂਦੇ ਨੇ, ਆਪ ਮੁਕਤ ਕਰੈ ਸੰਸਾਰ। ਆਪ ਵਿਕਾਰਾਂ ਤੋਂ ਮੁਕਤ ਹੁੰਦੇ ਨੇ, ਸੰਸਾਰ ਦੇ ਜੀਵਾਂ ਨੂੰ ਵਿਕਾਰਾਂ ਤੋਂ, ਜੰਮਣ ਮਰਨ ਚੋਂ ਮੁਕਤ ਕਰਦੇ ਨੇ। ਐਸੇ ਜਨਾਂ ਦਾ ਸਤਿਕਾਰ ਕੈਸਾ ਹੈ ਜੀ? ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਐਸੇ ਪਰਮੇਸ਼ਰ ਜੀ ਦੇ ਪਿਆਰਿਆਂ ਨੂੰ ਸਦੀਵ ਨਮਸਕਾਰ ਹੈ, ਜਿਨ੍ਹਾਂ ਨੇ ਕਾਮਯਾਬ ਜੀਵਨ ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਪ੍ਰਤੱਖ ਦਰਸ਼ਨ ਕਰ ਲਿਆ, ਜਿਨ੍ਹਾਂ ਨੂੰ ਮਿਲਦਿਆਂ ਸਾਰ ਜੀਵਨ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਨ੍ਹਾਂ ਨੂੰ ਮਿਲਣ ਦੇ ਨਾਲ ਹਿਰਦੇ ਦੇ ਵਿਕਾਰ ਸ਼ਾਂਤ ਹੋ ਜਾਂਦੇ ਨੇ, ਜਿਨ੍ਹਾਂ ਨੂੰ ਮਿਲ ਕਰਕੇ ਰਸਨਾ ਵੀ ਵਾਹਿਗੁਰੂ ਜਪਦੀ ਹੈ ਤੇ ਹਿਰਦੇ ਦੇ ਵਿੱਚ ਸੁਭਾਵਕ ਸਿਮਰਨ ਪ੍ਰਾਰੰਭ ਹੋ ਜਾਂਦਾ। ਸਤਨਾਮ ਸ੍ਰੀ ਵਾਹਿਗੁਰੂ। ਪਿਆਰਿਓ, ਐਸੇ ਵਾਹਿਗੁਰੂ ਜੀ ਦੇ ਪਿਆਰਿਆਂ ਮਹਾਂਪੁਰਖਾਂ ਦੀ ਚਰਨ ਧੂੜ ਲੈ ਕਰਕੇ ਪ੍ਰਤੱਖ ਅਥਵਾ ਬਚਨਾ ਰੂਪੀ ਆਪਣੇ ਮਨ ਨੂੰ ਮਾਂਝ ਕਰਕੇ ਹਿਰਦੇ ਦੀ ਥੰਧਿਆਈ ਨੂੰ ਲਾ ਲਵੋ। ਫਿਰ ਸਤਿਗੁਰੂ ਜੀ ਦਾ ਪ੍ਰੇਮ ਰੂਪੀ ਜਲ, ਨਾਮ ਰੂਪੀ ਜਲ, ਜਿਵੇਂ ਜਿੰਨੀ ਵਰਖਾ ਹੁੰਦੀ ਏ, ਝੜੀ ਲੱਗੀ ਹੋਵੇ ਤੇ ਨਿੱਕੀਆਂ ਨਿੱਕੀਆਂ ਬੂੰਦਾਂ ਜਿੰਨੀਆਂ ਪੈਂਦੀਆਂ ਨੇ ਧਰਤੀ ਦੇ ਅੰਦਰ ਸਮਾਉਂਦੀਆਂ ਜਾਂਦੀਆਂ ਨੇ ਨਾ, ਜਦੋਂ ਪਿਆਰਿਆਂ ਦੇ ਬਚਨਾਂ ਦੇ ਨਾਲ ਹਿਰਦਾ ਮਾਂਜਿਆ ਜਾਵੇਗਾ, ਫਿਰ ਗੁਰ ਉਪਦੇਸ਼ ਦੀਆਂ ਬੂੰਦਾਂ, ਇਹ ਕਥਾ ਦੇ ਵਿਖਿਆਨ, ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਸ਼ਬਦ, ਬੋਲ, ਪੰਕਤੀਆਂ ਜਿੰਨੇ ਜਿੰਨੇ ਸਰੀਰ ਤੇ ਹਿਰਦੇ ਤੇ ਪੈਣਗੇ, ਹਿਰਦੇ 'ਚ ਸਮਾਉਂਦੇ ਹੀ ਜਾਣਗੇ ਝੜੀ ਦੇ ਜਲ ਵਾਂਗੂ। ਪਹਿਲਾਂ ਹਿਰਦੇ ਨੂੰ ਮਾਂਜਣਾ ਪਵੇਗਾ। ਹਿਰਦੇ ਨੂੰ ਮਾਂਜ ਕਰਕੇ ਇਸ ਪ੍ਰਕਾਰ ਸਾਧੂ ਦੀ ਸੰਗਤ ਦੇ ਨਾਲ ਪਿਆਰਿਓ ਵਡਭਾਗੇ ਬਣੀਦਾ ਹੈ। ਇਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਨਾਮ ਦੀ ਵਡਿਆਈ, ਨਾਮ ਜਪਣ ਵਾਲੇ ਸਾਧੂ ਮਹਾਤਮਾ ਦੀ ਵਡਿਆਈ ਜੀ। ਮਹਾਤਮਾ ਦੀ ਵਡਿਆਈ ਕਿਉਂ? ਕਿਉਂਕਿ ਉਹਨਾਂ ਨੇ ਨਾਮ ਜਪਿਆ। ਮਹਾਤਮਾ ਦੀ ਵਡਿਆਈ ਵੀ ਨਾਮ ਦੀ ਹੀ ਵਡਿਆਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਹਨ ਨਾ ਕਿ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਜੋ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਦਾਸਾਂ ਦੀ, ਪਿਆਰਿਆਂ ਦੀ, ਸੰਤਾਂ ਦੀ, ਭਗਤਾਂ ਦੀ, ਗੁਰਸਿੱਖਾਂ ਦੀ, ਮਹਾਂਪੁਰਖਾਂ ਦੀ ਉਸਤਤ ਕਰਨੀ ਹੈ ਨਾ, ਇਹ ਵਾਹਿਗੁਰੂ ਜੀ ਦੀ ਆਪਣੀ ਹੀ ਵਡਿਆਈ ਹੈ।
ਤੇ ਸੰਤਾਂ ਭਗਤਾਂ ਦੀ ਵਡਿਆਈ ਰੂਪੀ ਵਾਹਿਗੁਰੂ ਜੀ ਦੀ ਵਡਿਆਈ ਵਾਹਿਗੁਰੂ ਜੀ ਨੂੰ ਬੜਾ ਪਾਉਂਦੀ ਏ। ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਜੇ ਕੋਈ ਪਿਤਾ ਦੇ ਸਾਹਮਣੇ ਜਾਂ ਮਾਂ ਦੇ ਸਾਹਮਣੇ ਉਹਦੇ ਪੁੱਤ ਨੂੰ ਤੇ ਚਪੇੜਾ ਮਾਰੀ ਜਾਵੇ, ਗੁੱਸੇ ਹੋਈ ਜਾਵੇ, ਅੱਖਾਂ ਕੱਢ ਕੇ ਡਰਾਈ ਜਾਵੇ, ਤੇ ਬੱਚੇ ਦੇ ਮਾਂ ਨੂੰ ਜਾਂ ਪਿਓ ਨੂੰ ਬੜਾ ਪਿਆਰ ਜਣਾਈ ਜਾਵੇ, ਜੀ ਮੈਂ ਤੁਹਾਡਾ ਬੜਾ ਸੱਜਣ ਹੈ, ਮੈਂ ਤੁਹਾਡੇ ਤੋਂ ਬਿਨਾਂ ਰਹਿ ਨਹੀਂ ਸਕਦਾ, ਤੂੰ ਨਾ ਪਹਿਲਾਂ ਆਪਣੇ ਬੱਚੇ ਵੱਲ ਦੇਖਣਾ ਹੈ। ਜਿਹੜਾ ਸੱਚੇ ਬੱਚੇ ਦਾ ਵੈਰੀ ਉਹ ਸਾਡਾ ਸੱਜਣ ਨਹੀਂ ਹੋ ਸਕਦਾ। ਇਸੇ ਪ੍ਰਕਾਰ ਸਾਧ ਸੰਗਤ ਜੀ ਦਾ ਦ੍ਰਿਸ਼ਟਾਂਤ ਪਰਮਾਤਮਾ ਜੀ ਦਾ ਸੁਭਾਅ ਹੈ। ਚਾਹੇ ਪੁਰਾਤਨ ਨੇ, ਚਾਹੇ ਵਰਤਮਾਨ ਸਮੇਂ ਦੇ, ਚਾਹੇ ਆਉਣ ਵਾਲੇ ਸਮੇਂ ਦੇ, ਜਿੰਨੇ ਵੀ ਸੰਤ ਨੇ, ਭਗਤ ਨੇ, ਬ੍ਰਹਮ ਗਿਆਨੀ ਨੇ, ਮਹਾਤਮਾ ਨੇ, ਨਾਮ ਰਸੀਏ ਨੇ, ਸਾਰੇ ਪਰਮਾਤਮਾ ਜੀ ਦੇ ਗੋਦੀ ਦੇ ਬੱਚੇ ਵਰਗੇ ਲਾਲ ਨੇ। ਸਤਿਗੁਰੂ ਜੀ ਉਪਦੇਸ਼ ਰੂਪੀ ਦੁੱਧ ਪਿਲਾ ਪਿਲਾ ਕੇ ਤੇ ਇਹਨਾਂ ਨੂੰ ਪਾਲਦੇ ਨੇ। ਤੇ ਜੇ ਕੋਈ ਮਹਾਤਮਾ ਦੇ ਨਾਲ ਤੇ ਵੈਰ ਕਰੇ, ਜੀ ਸਾਨੂੰ ਇਹਨਾਂ ਦਾ ਜਸ ਨਹੀਂ ਚੰਗਾ ਲੱਗਦਾ, ਮਹਾਤਮਾ ਨਾਲ ਵੈਰ ਕਰੇ, ਇਹਨਾਂ ਦੀ ਵਡਿਆਈ ਕਿਉਂ ਹੁੰਦੀ ਹੈ। ਬਹੁਤ ਐਸੇ ਨੇ ਗੁਰਮਤ ਦਾ ਬਾਣਾ ਪਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਾਮਾਂ ਦੇ ਨਾਲ ਪ੍ਰੋਫੈਸਰ ਇਤਿਆਦਿਕ ਲਾ ਕੇ ਤੇ ਬੜੀ ਨਿੰਦਿਆ ਕਰਦੇ ਨੇ। ਤੇ ਕਲਗੀਧਰ ਸਾਹਿਬ ਜੀ ਦਾ ਬਚਨ ਹੈ, ਸੰਤਨ ਦੁੱਖ ਪਾਏ ਤੇ ਦੁਖੀ। ਬੱਚੇ ਨੂੰ ਚਪੇੜ ਵੱਜੀ, ਬੱਚਾ ਦੁਖੀ ਹੋ ਗਿਆ ਨਾ, ਤੇ ਬੱਚੇ ਨੂੰ ਦੁਖੀ ਦੇਖ ਕਰਕੇ ਉਹਦੀ ਮਾਂ ਦੁਖੀ ਹੋ ਜਾਂਦੀ, ਉਹਦਾ ਪਿਓ ਦੁਖੀ ਹੁੰਦਾ, ਕਿਉਂ ਮਾਰਿਆ ਮੇਰੇ ਪੁੱਤ ਨੂੰ। ਸੁਖ ਪਾਏ ਸਾਧਨ ਕੇ ਸੁਖੀ। ਤੇ ਜਦੋਂ ਪਰਮਾਤਮਾ ਜੀ ਦੇ ਸੰਤ ਦੀ ਕੋਈ ਨਿੰਦਿਆ ਕਰਦਾ, ਫਿਰ ਪਰਮਾਤਮਾ ਜੀ ਉਸ ਤੇ ਕਰੋਪ ਹੁੰਦੇ ਨੇ। ਤੇ ਜਿਵੇਂ ਮਾਂ ਦੇ ਸਾਹਮਣੇ, ਪਿਓ ਦੇ ਸਾਹਮਣੇ ਬੱਚੇ ਦੇ ਸਿਰ ਤੇ ਪਿਆਰ ਦਾ ਹੱਥ ਫੇਰਿਆ ਜਾਵੇ, ਉਸ ਨੂੰ ਹਸਾਇਆ ਜਾਵੇ, ਖਿਡਾਇਆ ਜਾਵੇ, ਤੇ ਮਾਤਾ ਪਿਤਾ ਖੁਸ਼ ਹੁੰਦੇ ਨੇ। ਪਰਮਾਤਮਾ ਰੂਪੀ ਮਾਤਾ ਪਿਤਾ ਦੇ ਸਨਮੁਖ ਜਦੋਂ ਸੰਤ ਦੀ ਵਡਿਆਈ ਹੁੰਦੀ ਹੈ, ਉਸਤਤ ਹੁੰਦੀ ਹੈ, ਸੇਵਾ ਹੁੰਦੀ ਹੈ, ਸੰਤ ਸੁਖ ਪਾਉਂਦਾ ਨਾ, ਫਿਰ ਪਰਮਾਤਮਾ ਜੀ ਸੁਖੀ ਹੁੰਦੇ ਨੇ। ਪਰਮਾਤਮਾ ਜੀ ਨੂੰ ਨਾ ਕੋਈ ਦੁਖੀ ਕਰ ਸਕਦਾ ਹੈ, ਨਾ ਕੋਈ ਸੁਖੀ ਕਰ ਸਕਦਾ ਹੈ। ਪਰ ਜੇ ਪਰਮਾਤਮਾ ਜੀ ਦੇ ਸੰਤ ਨੂੰ ਕੋਈ ਦੁੱਖ ਜਾਂ ਸੁਖ ਦੇਵੇ, ਫਿਰ ਆਪਣੇ ਸੰਤ ਨੂੰ ਦੁਖੀ ਤੇ ਸੁਖੀ ਵੇਖ ਕੇ ਪਰਮਾਤਮਾ ਜੀ ਦੁਖੀ ਤੇ ਸੁਖੀ ਹੁੰਦੇ ਨੇ। ਜਿਵੇਂ ਮਾਤਾ ਪਿਤਾ ਬੱਚੇ ਦੇ ਦੁੱਖ ਤੇ ਸੁਖ ਨੂੰ ਮਹਿਸੂਸ ਕਰਕੇ ਆਪਣਾ ਉਹਨਾਂ ਦਾ ਹਿਰਦਾ ਦੁਖੀ ਤੇ ਸੁਖੀ ਹੋ ਜਾਂਦਾ ਹੈ। ਇਸ ਪ੍ਰਕਾਰ ਸੰਤਾਂ ਦੀ ਮਹਿਮਾ, ਸੰਤਾਂ ਦੀ ਵਡਿਆਈ ਪਰਮਾਤਮਾ ਜੀ ਦੀ ਹੀ ਵਡਿਆਈ ਹੈ। ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਆਪਣੀ ਵਡਿਆਈ, ਨਾਮ ਦੀ ਵਡਿਆਈ, ਪੂਰੇ ਗੁਰੂ ਦੀ ਵਡਿਆਈ, ਪਰਮਾਤਮਾ ਜੀ ਦੀ ਵਡਿਆਈ, ਸੰਤਾਂ ਦੀ ਵਡਿਆਈ, ਸੰਗਤ ਦਾ ਮਹਾਤਮ, ਮਿਲ ਕੇ ਜਪਣ ਦਾ ਮਹਾਤਮ ਤੇ ਹਰ ਵੇਲੇ ਜਪਣ ਦਾ ਮਹਾਤਮ ਪਾਵਨ ਪ੍ਰਵਚਨਾਂ ਦੁਆਰਾ ਪ੍ਰਗਟ ਕੀਤਾ ਹੈ। ਜੀ ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤਮਈ ਉਪਦੇਸ਼ਾਂ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਤੇ ਗਲਤੀਆਂ ਹੋਣੀਆਂ ਸੁਭਾਵਿਕ ਨੇ। ਬਹੁਤ ਗਲਤੀਆਂ ਹੋ ਜਾਂਦੀਆਂ, ਅਲਪੱਗ ਜੀਵਾਂ। ਸਤਿਗੁਰੂ ਜੀ ਸਰਬੱਗ ਨੇ, ਬਖਸ਼ਣਹਾਰ ਨੇ, ਲੇਖਾ ਕਤਿ ਨਾ ਛੂਟਿਆ, ਖਿਨ ਖਿਨ ਭੂਲਨਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਅਰਦਾਸ ਹੈ ਜੀ, ਤਖਤਾਂ ਤੇ ਸ਼ੋਭਨੀਕ ਹੈ ਕਲਗੀਧਰ ਦਸ਼ਮੇਸ਼ ਪਿਤਾ ਜੀਓ, ਗੁਰਤਾ ਗੱਦੀ ਤੇ ਸੁਭਾਏਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਗੁਰ ਗੋਦ ਦੇ ਅੰਦਰ ਸਜੀ ਹੋਈ ਸਾਧ ਸੰਗਤ ਜੀ, ਕਿਰਪਾਲਤਾ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਅੱਗੇ ਵਾਸਤੇ ਸਮਤ ਬਖਸ਼ੋ। ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਕਲਿਆਣਕਾਰੀ ਜਾਣ ਕਰਕੇ ਸਾਰੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ, ਜਿਸ ਦੇ ਨਾਲ ਸਾਡਾ ਪੜ੍ਹਿਆ ਸੁਣਿਆ ਕਥਨ ਕੀਤਾ ਸਫਲਾ ਹੋਏ ਥਾਂ ਪੈ ਜਾਵੇ। ਗੁਰ ਸ਼ਬਦ ਦੀਆਂ ਅਖੀਰਲੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਆਠ ਪਹਿਰ ਧਿਆਈਐ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्ब मैं दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जाकै सदा विवेक, हे अपरंपर हर हरे है पीहो बनहार, हे संतः कै सदा संग निधारा आधार, हे ठाकुर ह दासर मैं निर्गुण गुण नहीं कोई, नानक दीजै नाम दान राखो हिय परोई, आई प्रभ सरनागति कृपा निध दयाल, एक अखर हर मन बसत नानक होत निहाल, वाहिगुरु नाम जहाज है चढ़े सो उतर पार,
ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੋ ਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਜੈਕਾਰਾ ਜਾਵੇ ਸੋ ਨਿਹਾਲ ਹੋ ਜਾਵੇ।